ਵਾਰ ਫਿਰ ਹਾਰਦਿਕ ਸਵਾਗਤ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸੰਧੂ ਹਾਜ਼ਰਾਂ ਲੈ ਕੇ ਅੱਜ ਦਾ ਮੁੱਦਾ ਲਾਈਵ ਫਿਰ ਜੁੜੇ ਆ ਤੁਹਾਡੇ ਨਾਲ ਖੱਟੀਆਂ ਮਿੱਠੀਆਂ ਖਬਰਾਂ ਉੱਤੇ ਵਿਚਾਰ ਕਰਨ ਲਈ। ਸਾਡੇ ਨਾਲ ਜੁੜ ਚੁੱਕੇ ਨੇ ਕਮਰ ਮੰਜ਼ਲ ਜੀ। ਮੰਜ਼ਲ ਸਾਹਿਬ ਤੁਹਾਡਾ ਹਾਰਦਿਕ ਸਵਾਗਤ ਜੀ। ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੰਜ਼ਲ ਸਾਹਿਬ, ਖਬਰਾਂ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਸਾਥੀ ਨੇ ਰਜਿੰਦਰ ਮਹਿੰਦਰੂ ਜੀ, ਥੋੜੀ ਦੇਰ ਪਹਿਲਾਂ ਫੋਨ ਆਇਆ ਸੀ, ਕਹਿੰਦੇ ਜੀ ਤੁਸੀਂ ਲੇਟ ਹੋ ਗਏ। ਤੇ ਮੈਂ ਕਿਹਾ ਜੀ ਮੈਂ ਆਇਆ 2 ਮਿੰਟ ਚ। ਹਾਲੇ ਉਹ ਮੈਨੂੰ 2 ਮਿੰਟ ਦੀ ਟਾਈਮ ਨੂੰ ਪਤਾ ਨਹੀਂ, ਉਹ ਪੰਜਾਬੀ ਵਾਲੇ 2 ਮਿੰਟ ਨਾਲ ਸਮਝ ਗਏ ਹੁਣ ਵੀ ਇਹ ਤਾਂ ਹੁਣ ਘੰਟਾ ਕੁ ਲਾਊਗਾ। ਤੇ ਮੈਨੂੰ ਲੱਗਦਾ ਮਹਿੰਦਰੂ ਜੀ ਜਿਹੜੇ ਥੋੜੇ ਅੱਗੇ ਪਿੱਛੇ ਹੋ ਗਏ ਨੇ, ਪਰ ਜਦ ਤੱਕ ਮਹਿੰਦਰੂ ਜੀ ਜੁੜਦੇ ਨੇ ਆਪਾਂ ਖਬਰਾਂ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ। ਤੇ ਅੱਜ ਦੀ ਗੱਲ ਕਰੀਏ, ਪਾਕਿਸਤਾਨ ਤੋਂ ਖਬਰ ਬੜੀ ਵੱਡੀ ਆ ਰਹੀ, ਜਿਹੜੀ ਸਭ ਤੋਂ ਵੱਡੀ ਖਬਰ ਆਪਾਂ ਕਹਿ ਸਕਦੇ ਉਹ ਪਾਕਿਸਤਾਨ ਵਾਲੇ ਪਾਸੇ ਤੋਂ ਆ ਰਹੀ ਹੈ। ਕਿਉਂਕਿ ਗੁਆਂਢੀ ਮੁਲਕ ਜਦੋਂ ਵੀ ਸੁਖੀ ਵਸੇਗਾ, ਸ਼ਾਂਤ ਵਸੇਗਾ, ਉੱਥੋਂ ਦੀ ਜਨਤਾ ਸੁਖੀ ਵਸੇਗੀ, ਤੇ ਉਦੋਂ ਤੱਕ ਜਿਹੜੀ ਹੈ ਦੋਨਾਂ ਮੁਲਕਾਂ ਦੇ ਵਿੱਚ ਸ਼ਾਂਤੀ ਦਾ ਮਾਹੌਲ ਬਣਨ ਦੇ ਹਾਲਾਤ ਜਿਹੜੇ ਹੈ ਪੈਦਾ ਹੁੰਦੇ ਰਹਿੰਦੇ ਨੇ, ਉਮੀਦ ਜਿਹੜੀ ਹੈ ਬਣੀ ਰਹਿੰਦੀ ਹੈ। ਪਰ ਜਿਸ ਵਕਤ ਕਿਸੇ ਮੁਲਕ ਦੇ ਵਿੱਚ ਆਰਥਿਕ ਤੌਰ ਤੇ ਗੜਬੜ ਹੋਵੇ ਜਾਂ ਉੱਥੋਂ ਦਾ ਜਿਹੜਾ ਤੰਤਰ ਹੈ, ਕਾਨੂੰਨੀ ਵਿਵਸਥਾ, ਉਹਦੇ ਵਿੱਚ ਗੜਬੜ ਹੋਵੇ, ਤਾਂ ਏਦਾਂ ਦੇ ਹਾਲਾਤ ਵਿੱਚ ਜਿਹੜੀ ਆਮ ਜਨਤਾ ਆ, ਜਿਹੜੀ ਸ਼ਾਂਤੀ ਨਾਲ ਸੁਖੀ ਜੀਵਨ ਜਿਹੜਾ ਬਤੀਤ ਕਰਨਾ ਚਾਹੁੰਦੀ ਆ, ਉਹ ਜਨਤਾ ਜਿਹੜੀ ਹੈ ਕੋਈ ਨਾ ਕੋਈ ਰਸਤਾ ਜਿਹੜਾ ਉਹ ਤਲਾਸ਼ ਕਰਦੀ ਹੈ। ਏਦਾਂ ਦੇ ਹਾਲਾਤ ਜਿਹੜੇ ਆ ਗਿਲਗਿਤ ਬਾਲਟਿਸਤਾਨ ਵਿੱਚ ਬਣੇ ਹੋਏ ਆ, ਕਿਉਂਕਿ ਇਹ ਉਹ ਇਲਾਕਾ ਆ ਜਿਹੜਾ ਸਾਡੇ ਸਭ ਤੋਂ ਵੱਡੀ ਜਿਹੜੀ ਯੁੱਧ ਜਿਹੜੀ 1999 ਚ ਜਿਹੜਾ ਸਾਡੇ ਤੇ ਵਾਰ ਥੋਪੀ ਸੀ, ਕਾਰਗਿਲ ਜੰਗ। ਉਸ ਕਾਰਗਿਲ ਜੰਗ ਦੇ ਨਾਲ ਜਿਹੜਾ ਲੱਗਦਾ ਖੇਤਰ ਆ ਪਾਕਿਸਤਾਨ ਦਾ, ਉੱਥੇ ਦਾ ਸ਼ੀਆ ਔਰ ਸੁੰਨੀ, ਇਹ ਚ 2 ਚੀਜ਼ਾਂ ਜਿਹੜੀਆਂ ਬੜੀਆਂ ਧਿਆਨ ਦੇਣ ਵਾਲੀਆਂ ਨੇ। ਜਿਹੜਾ ਸ਼ੀਆ ਉੱਥੋਂ ਦੇ ਮੁਸਲਿਮ ਭਾਈਚਾਰਾ ਆ, ਉਹਦੀ ਸ਼ਿਕਾਇਤ ਇੱਕ ਤਾਂ ਸੁੰਨੀ ਸੰਗਠਨਾਂ ਦੇ ਨਾਲ ਹੀ ਹੈ, ਜਿਹੜੀ ਕਿ ਸਾਨੂੰ ਭਾਈਚਾਰਕ ਸਾਂਝ ਦੇ ਵਿੱਚ ਤਰੇੜਾਂ ਦਾ ਜਿਹੜਾ ਇੱਕ ਪ੍ਰਤੀਕ ਜਿਹੜਾ ਹੁੰਦੀ ਹੈ। ਦੂਜੀ ਉਹ ਕਹਿੰਦੇ ਫੌਜ ਦਾ ਦਮਨ, ਸੈਨਾ ਦੇ ਦਮਨ ਦੇ ਖਿਲਾਫ ਜਿਹੜਾ ਉਹ ਵਿਦਰੋਹ ਕਰ ਰਹੇ ਨੇ, ਤੇ ਉਹ ਹੁਣ ਕਹਿ ਰਹੇ ਨੇ ਕਿ ਅਸੀਂ ਭਾਰਤ ਜਾਣਾ ਚਾਹੁੰਦੇ ਹਾਂ ਤੇ ਕਾਰਗਿਲ ਦਾ ਜਿਹੜਾ ਹਾਈਵੇ ਉਹ ਖੋਲ ਦਿੱਤਾ ਜਾਣਾ ਚਾਹੀਦਾ। ਇਹ ਕਿੱਦਾਂ ਦੇਖਦੇ ਹੋ ਇਹਨਾਂ ਹਾਲਾਤਾਂ? ਸੰਧੂ ਸਾਹਿਬ, ਇੱਕ ਕਹਾਵਤ ਆ, ਕਹਿੰਦੇ ਜੋ ਬੋਓਗੇ ਉਹੀ ਕਾਟੋਗੇ। ਇਹਨਾਂ ਨੇ ਜੋ ਬੋਇਆ ਨਾ, ਹੁਣ ਪਾਕਿਸਤਾਨ ਉਹੀ ਵੱਢ ਰਿਹਾ, ਤੇ ਇਹ ਜੋ ਬੀਜਿਆ ਉਹ ਵੱਢਣ ਦੇ ਨੇ। ਇਹਨਾਂ ਦੀ ਸਿਚੁਏਸ਼ਨ ਇਸ ਟਾਈਮ ਉਹ ਬਣ ਗਈ ਆ ਵੀ ਇਹ ਕੋਈ ਇੱਕ ਸਮਾਂ ਹੁੰਦਾ ਸੀ ਇਹਨਾਂ ਦੇ ਮੂੰਹ ਚੋਂ ਗੱਲਾਂ ਨਿਕਲਦੀਆਂ ਨੇ, ਹਿੰਦੁਸਤਾਨ ਦੇ ਟੁਕੜੇ ਕਰ ਦਿਆਂਗੇ, ਆਹ ਕਰ ਦਿਆਂਗੇ। ਇਸ ਤਰ੍ਹਾਂ ਦੀ ਇਹਨਾਂ ਦੀ ਭਾਵਨਾ ਤੇ ਨੀਤੀ ਰਹੀ ਆ ਹਮੇਸ਼ਾ ਪਾਕਿਸਤਾਨ ਦੀ। ਹਿੰਦੁਸਤਾਨ ਦੇ ਪ੍ਰਤੀ ਇਹ ਨੈਗੇਟਿਵ ਰੋਲ ਦਾ ਜਿਹੜਾ ਪ੍ਰਦਰਸ਼ਨ ਹਮੇਸ਼ਾ ਹੀ ਇਹਨਾਂ ਨੇ ਪਾਕਿਸਤਾਨ ਨੇ ਕੀਤਾ ਆ। ਤੇ ਅੱਜ ਹਾਲਾਤ ਇਹ ਬਣ ਗਏ ਨੇ ਕਿ ਪਾਕਿਸਤਾਨ ਦੇ ਜਿਹੜੇ ਵੀ ਸਟੇਟ ਨੂੰ ਹੱਥ ਲਾ ਕੇ ਵੇਖ ਲਓ, ਜਿਹੜੇ ਵੀ ਏਰੀਏ ਨੂੰ ਹੱਥ ਲਾ ਕੇ ਵੇਖ ਲਓ, ਚਾਹੇ ਉਹ ਬਲੋਚਿਸਤਾਨ ਹੈ, ਚਾਹੇ ਉਹ ਗਿਲਗਿਟ ਬਲਟਿਸਤਾਨ ਹੈ, ਜਾਂ ਹੋਰ ਵੀ ਕਈ ਏਰੀਏ ਇਹੋ ਜਿਹੇ ਨੇ ਜਿੱਥੇ ਪਾਕਿਸਤਾਨ ਦੇ ਵਿੱਚ ਇਸ ਟਾਈਮ ਬੜੇ ਵੱਡੇ ਵਿਦਰੋਹ ਦੇ ਸੁਰ ਉੱਠ ਰਹੇ ਨੇ। ਔਰ ਉਹ ਮੈਕਸਿਮਮ ਜਿਹੜੇ ਵਿਦਰੋਹ ਉੱਠ ਰਹੇ ਨੇ ਉਹ ਸਾਰੇ ਦੇ ਸਾਰੇ ਹਿੰਦੁਸਤਾਨ ਨਾਲ ਜੁੜਨਾ, ਆਪਣੇ ਆਪ ਨੂੰ ਸੇਫ ਮਹਿਸੂਸ ਕਰਦੇ ਨੇ ਵੀ ਅਗਰ ਅਸੀਂ ਹਿੰਦੁਸਤਾਨ ਦੀ ਸ਼ਰਨ 'ਚ ਚਲੇ ਜਾਈਏ ਜਾਂ ਹਿੰਦੁਸਤਾਨ ਨਾਲ ਸਾਡਾ ਜੜਾਵ ਹੋ ਜਾਏ ਤੇ ਸਾਡਾ ਬਚਾਅ ਹੋ ਸਕਦਾ। ਕਿਉਂਕਿ ਪਾਕਿਸਤਾਨ ਦੀ ਆਰਮੀ ਉੱਥੇ ਡੈਮੋਕ੍ਰੇਸੀ ਦਾ ਇਸੇ ਵੱਡੇ ਲੈਵਲ ਤੇ ਹਨਨ ਹੋ ਚੁੱਕਾ ਆ ਕਿ ਡੈਮੋਕ੍ਰੇਸੀ ਨਾਮ ਦੀ ਚੀਜ਼ ਪਾਕਿਸਤਾਨ 'ਚ ਇੱਕਦਮ ਨਹੀਂ ਰਹੀ। ਕਿਉਂਕਿ ਜਦੋਂ ਵੀ ਉੱਥੇ ਇਲੈਕਟਡ ਸਰਕਾਰ ਬਣਦੀ ਹੈ ਤੇ ਉਹਨੂੰ ਆਰਮੀ ਦੇ ਕਰਕੇ ਆਰਮੀ ਆਪਣਾ ਕਬਜ਼ਾ ਕਰ ਲੈਂਦੀ ਆ, ਤੇ ਡੈਮੋਕ੍ਰੇਸੀ ਤੇ ਪਾਕਿਸਤਾਨ 'ਚ ਬਿਲਕੁਲ ਹੈਗੀ ਨਹੀਂ। ਉੱਥੇ ਡਿਕਟੇਟਰਸ਼ਿਪ ਚੱਲ ਰਹੀ ਆ ਆਰਮੀ ਦੀ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਜੀ, ਮੈਨੂੰ ਵੀ ਕੱਲ ਜਾ ਰਹੀ, ਕੱਲ ਵੀ ਅਸੀਂ ਖਬਰ ਦਾ ਜ਼ਿਕਰ ਕਰ ਰਹੇ ਸੀ, ਉੱਥੇ ਜਿਹੜਾ ਰਾਸ਼ਟਰਪਤੀ ਆ, ਜੇ ਫੌਜ ਉਹਨੂੰ ਬੰਦਕ ਬਣਾ ਲੈਂਦੀ ਆ, ਸਾਬਕਾ ਰਾਸ਼ਟਰਪਤੀ ਨੂੰ ਚੱਕਦੇ ਵੀ ਇਹਦੇ ਹਮਾਇਤੀ ਨੇ, ਮੈਨੂੰ ਤਾਂ ਮੌਜੂਦਾ ਰਾਸ਼ਟਰਪਤੀ ਹੀ ਸੀਗੇ, ਜੇ ਉਹ ਕੋਈ ਐਲਾਨ ਕਰਨ ਲਈ ਜਾਂਦੇ ਆ, ਘਰੋਂ ਨਿਕਲਦੇ, ਤੇ ਫੌਜ ਨੂੰ ਬੰਦਕ ਬਣਾ ਲੈਂਦੀ ਆ, ਫਿਰ ਜਿਹੜਾ ਲੋਕਤੰਤਰ ਆ ਇਹਦੀ ਦੁਹਾਈ ਮੈਨੂੰ ਲੱਗਦਾ ਪਾਕਿਸਤਾਨ 'ਚ ਜਿਹੜਾ ਦੇਣਾ ਆ ਉਹਦਾ ਕੋਈ ਮਾਇਨੇ ਨਹੀਂ ਹੈ। ਤੇ ਨਾਲੇ ਜਿਹਦੀ ਆਪਾਂ ਗੱਲ ਕਰ ਰਹੇ ਨਾ ਵਿਸ਼ੇ ਦੀ ਭਾਜੀ, ਇਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਜਿਹੜੇ ਸ਼ੀਆ ਭਾਈਚਾਰੇ ਦੇ ਲੋਕ ਨੇ 8 ਲੱਖ ਦੀ ਗਿਣਤੀ ਵਿੱਚ ਹੈ ਇਸ ਖੇਤਰ 'ਚ, ਉਹ ਜਿਹੜੇ ਬਗਾਵਤੀ ਤੇਵਰਾਂ ਨੂੰ ਜੇ ਉਹਨਾਂ ਦੇ ਨੂੰ ਦੇਖਦੇ ਹੋਏ 20,000 ਵਾਧੂ ਜਿਹੜੇ ਫੌਜੀ ਜਵਾਨ ਜਿਹੜੇ ਆ ਉਸ ਇਲਾਕੇ 'ਚ ਤਾਇਨਾਤ ਕੀਤੇ ਆ। ਤੇ ਗੱਲ ਕਰਾਂਗੇ ਉੱਥੋਂ ਦੀ ਪਾਕਿਸਤਾਨੀ ਫੌਜ ਦੇ ਖਿਲਾਫ ਜਿਹੜੇ ਨਾਅਰੇ ਲੱਗ ਰਹੇ ਨੇ, ਕਹਿੰਦੇ ਇਹ ਜੋ ਦਹਿਸ਼ਤਗਰਦੀ ਹੈ ਉਸकी ਵਜ੍ਹਾ ਵਰਦੀ ਹੈ। ਪਾਕਿਸਤਾਨੀ ਫੌਜ ਦੀ ਵਰਦੀ ਨੂੰ, ਪਾਕਿਸਤਾਨੀ ਫੌਜ ਨੂੰ ਸਿੱਧਾ ਜ਼ਿੰਮੇਵਾਰ ਜਿਹੜਾ ਉਹ ਠਹਿਰਾਉਂਦੇ ਨਜ਼ਰ ਆ ਰਹੇ ਨੇ। ਤੇ ਨਾਲ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਬਲੋਚਿਸਤਾਨ ਤੇ ਖੈਬਰ ਖੇਤਰ ਜਿਹੜਾ ਉਹ ਪਹਿਲਾਂ ਹੀ ਉੱਥੇ ਜਿਹੜੀ ਆ ਉਹ ਬਗਾਵਤ ਚੱਲ ਰਹੀ ਆ। ਲੋਕੀ ਪਹਿਲੇ ਜਿਹੜਾ ਮਹਿਸੂਸ ਕਰ ਰਹੇ ਆ ਕਿ ਭਾਰਤ ਦੇ ਨਾਲ ਰਹਿੰਦੇ ਤਾਂ ਅਸੀਂ ਸ਼ਾਇਦ ਜ਼ਿਆਦਾ ਤਰੱਕੀ ਕਰਦੇ। ਜੀ ਮੰਜ਼ਲ ਸਾਹਿਬ।
ਤੇ ਸਿੱਧੂ ਸਾਹਿਬ ਉਹੀ ਗੱਲ ਹੈ, ਅੱਜ ਪਾਕਿਸਤਾਨ ਦੇ ਵਿੱਚ ਇਸ ਗੱਲ ਦੀ ਬੜੀ ਵੱਡੀ ਮੰਗ ਹੈ ਕਿ ਅਸੀਂ ਹਿੰਦੁਸਤਾਨ ਨਾਲ ਜੁੜ ਕੇ ਜ਼ਿਆਦਾ ਸੁਖੀ ਰਹਿ ਸਕਦੇ ਹਾਂ। ਔਰ ਪਾਕਿਸਤਾਨ ਦੇ ਵਿੱਚ ਜਿਸ ਤਰ੍ਹਾਂ ਅਸੀਂ ਡੈਮੋਕ੍ਰੇਸੀ ਦੀ ਜਾਂ ਲੋਕਤੰਤਰ ਦਾ ਉੱਥੇ ਘਾਣ ਹੋ ਚੁੱਕਾ, ਉਹ ਹੁਣ ਗੱਲ ਕਰਨ ਵਾਲੀ ਰਹੀ ਨਹੀਂ, ਕਿਉਂਕਿ ਉੱਥੋਂ ਅਸੀਂ ਉਮੀਦ ਨਹੀਂ ਕਰ ਸਕਦੇ ਜਿੱਥੇ ਆਰਮੀ ਏਡੇ ਵੱਡੇ ਲੈਵਲ ਤੇ ਹਾਵੀ ਹੋ ਜਾਵੇ। ਤੇ ਇਹ ਉੱਥੇ ਉਹਨਾਂ ਨੇ ਮੰਗ ਕੀਤੀ ਕਿ ਸਾਨੂੰ ਕਾਰਗਿਲ ਦਾ ਜਿਹੜਾ ਹਾਈਵੇ ਉਹਨੂੰ ਖੋਲ ਦਿੱਤਾ ਜਾਵੇ। 8 ਲੱਖ ਲੋਕ ਹਿੰਦੁਸਤਾਨ 'ਚ ਸ਼ਰਨ ਲੈਣੀ ਚਾਹੁੰਦੇ ਨੇ, ਤੇ ਇਹ ਇੱਕ ਬੜੀ ਵੱਡੀ ਗੱਲ ਹੈ ਔਰ ਚਿੰਤਾ ਦਾ ਵਿਸ਼ਾ ਹੈ। ਦੁਨੀਆ ਦੇ ਵਿੱਚ ਜਿਹੜੀਆਂ ਵੀ UN ਨੇ, ਜਿਹੜੀਆਂ ਵੀ ਇਹ ਸੰਸਥਾਵਾਂ ਇਹਦੇ ਤੇ ਵਰਕ ਕਰਦੀਆਂ ਨੇ, ਉਹਨਾਂ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ। ਪਾਕਿਸਤਾਨ ਦੀ ਜਨਤਾ ਦਾ ਘਾਣ ਹੋ ਰਿਹਾ, ਮਾਸੂਮ ਲੋਕਾਂ ਦਾ ਘਾਣ ਹੋ ਰਿਹਾ। ਔਰ ਇੱਕ ਮੈਂ ਬੇਨਤੀ ਕਰਦੇ ਆ, ਇਹ ਜਿਹੜੇ ਸ਼ੀਆ ਮੁਸਲਮਾਨ ਉੱਥੇ ਰਹਿਣ ਵਾਲੇ ਸੀਗੇ ਬਹੁਤ ਗਿਣਤੀ 'ਚ ਸੀਗੇ, ਪਰ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਉੱਥੇ ਸੁੰਨੀਆਂ ਨੂੰ ਆਬਾਦ ਕੀਤਾ ਗਿਆ, ਉੱਥੇ ਆਬਾਦੀ ਉਹਨਾਂ ਦੀ ਵਧਾਈ ਗਈ ਔਰ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਜਿਹੜੇ ਅਤਿਆਚਾਰ ਸ਼ੁਰੂ ਕਰ ਦਿੱਤੇ ਗਏ। ਇਹ ਏਰੀਆ ਬੇਸਿਕਲੀ ਮੈਜੋਰਟੀ ਏਰੀਆ ਇਹ ਸ਼ੀਆ ਦਾ ਸੀ ਔਰ ਸੁੰਨੀਆਂ ਨੇ ਉੱਥੇ ਜਾ ਕਰਕੇ ਇਸ ਤਰੀਕੇ ਦੀ ਔਰ ਆਰਮੀ ਦੀ ਮਿਲੀ ਭੁਗਤ ਨਾਲ ਇਹ ਸਾਰਾ ਕੁਝ ਹੋਇਆ ਵਾ। ਔਰ ਬੜਾ ਇਹ ਚਿੰਤਾ ਦਾ ਵਿਸ਼ੇ ਆ, ਉਹਦੇ ਗਰੀਬ ਗੁਰਬਿਆਂ ਦਾ ਹਨਨ ਹੋ ਰਿਹਾ ਔਰ ਇਹਦੇ ਵਿੱਚ ਭਾਰਤ ਸਰਕਾਰ ਨੂੰ ਵੀ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ। ਔਰ ਜਿਹੜੇ ਹਿੱਸੇ ਉੱਥੋਂ ਪਾਕਿਸਤਾਨ ਤੋਂ ਅਲੱਗ ਹੋ ਕੇ ਹਿੰਦੁਸਤਾਨ ਦੀ ਸ਼ਰਨ 'ਚ ਆਉਣੇ ਚਾਹੁੰਦੇ ਨੇ, ਔਰ ਉਹਨਾਂ ਦੇ ਕੋਈ ਟੈਕਨੀਕ ਅਪਣਾਉਣੀ ਚਾਹੀਦੀ ਜਾਂ ਇੰਟਰਨੈਸ਼ਨਲ ਕੋਈ ਕਾਨੂੰਨ ਐਸਾ ਬਣਾਉਣਾ ਵੀ ਲੋਕ ਕਿੱਧਰ ਜਾਣਾ ਚਾਹੁੰਦੇ ਨੇ ਉਹ ਏਰੀਆ ਉਧਰ ਜੋੜ ਦੇਣਾ ਚਾਹੀਦਾ। ਔਰ ਮੈਂ ਕੱਲ ਵੀ ਤੁਹਾਨੂੰ ਬੇਨਤੀ ਕੀਤੀ ਸੀ ਕਿ ਵਰਲਡ ਦੇ ਨਕਸ਼ੇ ਦੇ ਵਿੱਚ ਪਾਕਿਸਤਾਨ ਨਾਮ ਦੀ ਚਿੜੀ ਜਿਹੜੀ ਆ ਉਹ ਇੱਕ ਦਿਨ ਉੱਡ ਜਾਣੀ ਹੈ, ਇਹ ਰਹਿਣੀ ਨਹੀਂ। ਪਾਕਿਸਤਾਨ ਦਾ ਵਰਲਡ ਦੇ ਨਕਸ਼ੇ 'ਚ ਪਾਕਿਸਤਾਨ ਨਾਮ ਦਾ ਮੁਲਕ ਹੀ ਨਹੀਂ ਰਹਿਣਾ। ਉਹ ਕਹਾਣੀ ਬਣੇਗੀ ਕਿ ਇੱਕ ਹੋਤਾ ਥਾ ਪਾਕਿਸਤਾਨ, ਉਹ ਗੱਲ ਰਹਿ ਜਾਏਗੀ। ਇਹ ਸਾਰੇ ਹੀ ਲੋਕ ਹਿੰਦੁਸਤਾਨ 'ਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਨੇ। ਤੇ ਮੈਂ ਅੱਜ ਇੱਕ ਗੱਲ ਬੜੀ ਮਜ਼ੇਦਾਰ ਹੈ, ਜੇ ਪਾਕਿਸਤਾਨ 'ਚ ਰਹਿਣ ਵਾਲਾ ਮੁਸਲਮਾਨ ਹਿੰਦੁਸਤਾਨ ਨਾਲ ਜੁੜ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ, ਤੇ ਮੈਂ ਇਹ ਗੱਲ ਬੜੀ ਵਿਚਾਰਨ ਵਾਲੀ ਹੈ ਵੀ ਜਿਹੜੇ ਕੁਝ ਮੁੱਠੀ ਭਰ ਮੁਸਲਮਾਨ ਹਿੰਦੁਸਤਾਨ 'ਚ ਰਹਿ ਕੇ ਹਿੰਦੁਸਤਾਨੀ ਨੁਕਤਾਚੀਨੀ ਕਰਨ ਦੀ ਕੋਸ਼ਿਸ਼ ਕਰਦੇ ਆ, ਇਹਦੇ ਤੋਂ ਉਹਨਾਂ ਨੂੰ ਸਬਕ ਲੈਣਾ ਚਾਹੀਦਾ। ਇਹ ਬੜੇ ਵੱਡੇ ਸਬਕ ਦੀ ਗੱਲ ਹੈ। ਜੀ ਜੀ ਮਹਿੰਦਰੋ ਜੀ, ਗੱਲ ਤੇ ਕਮਰ ਮੰਜ਼ਿਲ ਜੀ ਨੇ ਉੱਥੇ ਲਿਆਂਦੀ ਹੈ ਜਿਹੜਾ ਮੁੱਖ ਮੁੱਦਾ ਆ 1947 ਕਤਲੋਗਾਰਦ। ਲੱਖਾਂ ਲੋਕੀ ਜਿਹੜੇ ਆ ਉਹ ਮਾਰੇ ਗਏ ਤੇ ਲੱਖਾਂ ਕਰੋੜਾਂ ਲੋਕੀ ਜਿਹੜੇ ਆ ਇਧਰੋਂ ਉਧਰ ਜਿਹਨਾਂ ਨੂੰ ਜਾਣਾ ਪਿਆ। ਹਾਲਾਤ ਇਹ ਬਣੇ ਸੀ ਉਸ ਵਕਤ, ਲੱਗਦਾ ਸੀ ਸਾਰਿਆਂ ਨੂੰ, ਜਿਹੜੇ ਲੀਡਰਾਂ ਨੇ ਦਿਮਾਗ 'ਚ ਗੱਲ ਪਾਤੀ ਸੀ ਕਿ ਤੁਸੀਂ ਹੁਣ ਹਿੰਦੁਸਤਾਨੀ ਨਹੀਂ ਰਹੇ, ਤੁਸੀਂ ਹੁਣ ਇਸਲਾਮ ਦੇ ਧਾਰਨੀ ਹੋ ਗਏ ਹੋ। ਤੇ ਇਸਲਾਮ ਦੇ ਧਾਰਨੀ ਲੋਕਾਂ ਵਾਸਤੇ ਤਾਂ ਬਹੁਤ ਪਵਿੱਤਰ ਜਗ੍ਹਾ ਚਾਹੀਦੀ ਹੈ, ਕਿਉਂਕਿ ਜਿਹੜੇ ਬਾਕੀ ਦੇ ਲੋਕ ਨੇ ਇਸਲਾਮ ਤੋਂ ਵਗੈਰਾ ਉਹ ਤਾਂ ਪਵਿੱਤਰ ਹੁੰਦੇ ਨਹੀਂ। ਇਸ ਕਰਕੇ ਤੁਹਾਨੂੰ ਪਵਿੱਤਰ ਲੋਕਾਂ ਲਈ ਇੱਕ ਪਾਕਿਸਤਾਨ ਦੀ ਲੋੜ ਹੈ ਤੇ ਅਸੀਂ ਪਾਕਿਸਤਾਨ ਲੈ ਕੇ ਦੇਵਾਂਗੇ। ਪਰ ਬੜੀ ਤਰਾਸਦੀ ਹੈ, ਬੜੀ ਵਾਰੀ ਆਪਾਂ ਵਿਚਾਰ ਕਰੀ ਦੀ ਇਸ ਗੱਲ ਤੇ ਕਿ ਜਿਹੜਾ ਪਾਕਿਸਤਾਨ ਬਣਿਆ ਸੀ, ਇੱਕ ਤਾਂ ਜਿਹੜੇ ਪਾਕਿਸਤਾਨ ਦੀ ਚਾਹਵਾਨ ਵਾਲੇ ਸੀ ਉਹ ਸਾਰੇ ਲੋਕ ਉੱਥੇ ਗਏ ਨਹੀਂ। ਜੇ ਗਏ ਨੇ ਤੇ ਅੱਜ ਹਾਲਾਤ ਕੀ ਬਣੇ ਨੇ ਇਹ ਤੁਹਾਨੂੰ ਤੁਹਾਡੇ ਜਿਹੜੀ ਆ ਉਹ ਸਾਹਮਣੇ ਜਿਹੜਾ ਨਜ਼ਰ ਆ ਰਿਹਾ ਕਿ ਅੱਜ ਗਿਲਗਿਤ ਬਲਤਿਸਤਾਨ ਵਾਲੇ ਜਿਹੜੇ ਆ ਉਹਨਾਂ ਨੇ ਵੀ ਜਿਹੜਾ ਉਹ ਝੰਡਾ ਚੁੱਕ ਲਿਆ। ਪਹਿਲਾਂ ਬਲੋਚਿਸਤਾਨ ਵਾਲਿਆਂ ਨੇ ਚੱਕਿਆ ਹੋਇਆ, ਖੈਬਰ ਵਾਲਿਆਂ ਨੇ ਚੱਕਿਆ ਹੋਇਆ। ਉਹ ਤਾਂ ਕਾਫੀ ਲੰਬੇ ਅਰਸੇ ਤੋਂ ਕਹਿ ਰਹੇ ਸੀਗੇ ਕਿ ਪਾਕਿਸਤਾਨ ਦੀ ਜਿਹੜੀ ਫੌਜ ਆ ਉਹਨਾਂ ਤੇ ਜ਼ੁਲਮ ਕਰ ਰਹੀ ਹੈ। ਪਰ ਹੁਣ ਜਿਹੜੀ ਕਾਰਗਿਲ ਜੰਗ ਜਿੱਥੇ ਹੋਈ ਸੀ, ਕਾਰਗਿਲ ਹਾਈਵੇ ਉਧਰਲੇ ਪਾਸੇ ਵੀ ਖੋਲਣ ਦੀ ਤਿਆਰੀ ਜਿਹੜੀ ਆ ਉਹਦੀ ਮੰਗ ਕੀਤੀ ਜਾਣ ਲੱਗ ਪਈ ਆ ਤੇ ਫੌਜ ਦੇ ਖਿਲਾਫ ਜਿਹੜੇ ਇਦਾਂ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ ਨੇ। ਤੇ ਕੀ ਲੱਗਦਾ ਇਹ ਜਿਹੜਾ ਤਜਰਬਾ ਹੈ ਇੱਕ ਮਜ਼ਹਬ ਦੇ ਨਾਂ ਦੇ ਉੱਤੇ ਇੱਕ ਨਵਾਂ ਮੁਲਕ ਬਣਾਉਣ ਦਾ ਜਾਂ ਉਹਦੀ ਮੰਗ ਕਰਨ ਦੀ ਜਾਂ ਇਸ ਤਰ੍ਹਾਂ ਦੇ ਜਿਹੜੇ ਉਹ ਕਿੰਨਾ ਕੁ ਜਿਹੜਾ ਉਹ ਸਫ਼ਰ ਆ। ਤੇ ਅੱਜ ਜਿਹੜੇ ਭਾਰਤ ਆਉਣ ਲਈ ਜਿਹੜੇ ਲੋਕੀ ਉੱਥੋਂ ਦੇ ਜਿਹੜੇ ਚਾਈ ਗਏ ਸੀ ਪਾਕਿਸਤਾਨ ਬਣਾਉਣ ਲਈ, ਜਿਨ੍ਹਾਂ ਦੇ ਬਜ਼ੁਰਗ, ਤੇ ਅੱਜ ਉਹ ਸ਼ਾਇਦ ਉਹ ਜਿੱਦਾਂ ਕਹਿੰਦੇ ਹੁੰਦੇ ਅੱਖਾਂ 'ਚ ਘਸੁੰਨ ਦੇ ਕੇ ਰੋਣ ਵਾਲੀ ਗੱਲ ਆ। ਤੇ ਅੱਜ ਉਹ ਵਾਪਸ ਜਿਹੜਾ ਕਿਉਂ ਆਉਣਾ ਚਾਹੁੰਦੇ ਆ, ਕਿਵੇਂ ਦੇਖਦੇ ਹੋ ਕਿ ਕਿਵੇਂ ਸੰਭਵ ਆ, ਕੀ ਕਹਿਣਾ ਚਾਹੋਗੇ ਮਹਿੰਦਰ ਜੀ? ਸੰਧੂ ਸਾਹਿਬ, ਇਸ ਦੇ ਉੱਤੇ ਅਗਰ ਵਿਚਾਰ ਕਰੀਏ ਤਾਂ ਹੁਣ ਕੋਈ ਵੀ ਦੇਸ਼ ਦੀ ਜਾਂ ਕਿਸੇ ਵੀ ਸਟੇਟ ਦੀ ਪੁਲਿਸ ਜਾਂ ਆਰਮੀ ਜਿਹੜੀ ਵੀ ਪ੍ਰੋਟੈਕਸ਼ਨ ਫੋਰਸ ਹੁੰਦੀਆਂ ਨੇ, ਲੋਕਾਂ ਦੀ ਪ੍ਰੋਟੈਕਸ਼ਨ ਕਰਨ ਦੇ ਲਈ ਹੁੰਦੀਆਂ ਨੇ, ਨਾ ਕਿ ਉਹਨਾਂ ਦੇ ਨਾਲ ਤਸ਼ੱਦਦ ਕਰਨ ਲਈ ਜਾਂ ਉਹਨਾਂ ਦੇ ਬੱਚਿਆਂ ਦੇ ਨਾਲ ਜ਼ਬਰ ਜਨਾਹ ਕਰਨ ਦੇ ਲਈ ਨਹੀਂ ਹੁੰਦੀ। ਲੇਕਿਨ ਪਾਕਿਸਤਾਨ ਦੀ ਜਿਹੜੀ ਆਰਮੀ ਹੈ ਉਹ ਇਸ ਗੱਲੋਂ ਬਹੁਤ ਵੱਡੇ ਲੈਵਲ ਤੇ ਬਦਨਾਮ ਹੋਈ ਹੈ ਕਿ ਉਹਨੇ ਆਪਣੇ ਹੀ ਲੋਕਾਂ ਦੀ ਸੁਰੱਖਿਆ ਕਰਨ ਦੀ ਬਜਾਏ ਉਹਨਾਂ ਦੇ ਨਾਲ ਤਸ਼ੱਦਦ ਕੀਤੀ ਹੈ ਔਰ ਉਹਨਾਂ ਦੇ ਨਾਲ ਜ਼ਬਰ ਜਨਾਹ ਕੀਤਾ ਹੈ, ਉੱਥੋਂ ਦੀ ਰਹਿਣ ਵਾਲੀਆਂ ਬੱਚੀਆਂ ਦੇ ਨਾਲ, ਉੱਥੇ ਦੀਆਂ ਰਹਿਣ ਵਾਲੀਆਂ ਮਹਿਲਾਵਾਂ ਦੇ ਨਾਲ।
ਉਸ ਕਰਕੇ ਅੱਜ ਉਹ ਲੋਕ ਮਹਿਸੂਸ ਕਰਦੇ ਨੇ, ਕਿਉਂਕਿ ਅੱਜ ਇੰਟਰਨੈਟ ਦੇ ਜ਼ਮਾਨੇ ਨੇ, ਟੈਕਨੋਲੋਜੀ ਦੇ ਜ਼ਮਾਨੇ ਨੇ, ਬਹੁਤ ਫਾਸਟ ਜਿਹੜਾ ਹੈ ਉੱਥੇ ਘਰ ਬੈਠੇ ਲੋਕਾਂ ਨੂੰ ਦੁਨੀਆ ਭਰ ਦੀਆਂ ਜਿਹੜੀਆਂ ਹਾਲਾਤ ਉਹ ਦਿਖਾ ਦਿੰਦੇ ਨੇ। ਉਹ ਲੋਕ ਹਿੰਦੁਸਤਾਨ ਦੇ ਤਰੱਕੀ ਕਰਦੇ ਹੋਏ ਹਾਲਾਤਾਂ ਨੂੰ ਦੇਖਦੇ ਨੇ, ਹਿੰਦੁਸਤਾਨ ਦੇ ਵਿੱਚ ਲੋਕਾਂ ਨੂੰ ਖੁਸ਼ੀ ਦੇ ਵਿੱਚ ਅੱਗੇ ਵਧਦੇ ਹੋਏ ਦੇਖਦੇ ਨੇ, ਲੋਕਾਂ ਦੀਆਂ ਇੱਥੇ ਦੀਆਂ ਬੱਚੀਆਂ ਨੂੰ ਉਹ ਆਜ਼ਾਦ ਜ਼ਿੰਦਗੀ ਜੀਂਦੇ ਹੋਏ ਦੇਖਦੇ ਨੇ। ਪਰ ਇੱਥੋਂ ਦੀਆਂ ਹਿੰਦੁਸਤਾਨ ਦੇ ਵਿੱਚ ਮੁਸਲਿਮ ਮਹਿਲਾਵਾਂ ਨੂੰ ਕਾਮਯਾਬੀ ਦੇ ਨਾਲ ਅੱਗੇ ਵਧਦੇ ਹੋਏ ਦੇਖਦੇ ਨੇ। ਤਾਂ ਇਸ ਕਰਕੇ ਹੁਣ ਉਹਨਾਂ ਦੇ ਮਨਾਂ ਦੇ ਵਿੱਚ ਇਹ ਜਜ਼ਬਾਤ ਪੈਦਾ ਹੋ ਰਹੇ ਨੇ ਕਿ ਅਸੀਂ ਵੀ ਹਿੰਦੁਸਤਾਨ ਦਾ ਹਿੱਸਾ ਬਣੀਏ ਤੇ ਆਪਣੀ ਮਰਜ਼ੀ ਦੀ ਆਜ਼ਾਦ ਜ਼ਿੰਦਗੀ ਜੀਏ, ਅਸੀਂ ਵੀ ਕਾਮਯਾਬ ਜ਼ਿੰਦਗੀ ਜੀ ਸਕੀਏ। ਲੇਕਿਨ ਗੱਲ ਆ ਗਈ ਕਿ ਹੁਣ ਉਸ ਸਮੇਂ ਦੇ ਵਿੱਚ ਇੱਕ ਅਪਰਚੁਨਿਟੀ ਸੀ ਸਭ ਦੇ ਕੋਲ ਕਿ ਕੋਈ ਜਾਂ ਤਾਂ ਪਾਕਿਸਤਾਨ ਚਲੇ ਜਾਣ ਜਾਂ ਫਿਰ ਹਿੰਦੁਸਤਾਨ ਰਹਿ ਜਾਣ। ਤਾਂ ਉਹਨਾਂ ਲੋਕਾਂ ਨੇ, ਕੁਝ ਜਿਹੜੇ ਪੁਰਖਾਂ ਨੇ, ਵੱਡੇ ਲੋਕਾਂ ਨੇ, ਜਿਹੜੇ ਪਰਿਵਾਰਾਂ ਦੇ ਆਗੂ ਸੀ, ਉਹਨਾਂ ਨੇ ਕਿਸੇ ਵੀ ਕਾਰਨ ਜਾਂ ਕਿਸੇ ਦੇ ਬਹਿਕਾਵੇ ਚ ਆ ਕੇ ਜਾਂ ਉਦੋਂ ਸਮਝ ਦੀ ਕਮੀ ਸੀ ਤਾਂ ਉਹਨਾਂ ਨੇ ਪਾਕਿਸਤਾਨ ਜਾਣ ਦਾ ਫੈਸਲਾ ਕੀਤਾ। ਲੇਕਿਨ ਉਦੋਂ ਤੋਂ ਲੈ ਕੇ ਅੱਜ ਤੱਕ ਉੱਥੇ ਦੇ ਹਾਲਾਤ ਨੇ ਲੋਕਾਂ ਨੂੰ ਹੁਣ ਮਜਬੂਰ ਕੀਤਾ ਕਿ ਉਹ ਪਾਕਿਸਤਾਨ ਦਾ ਵਿਦਰੋਹ ਕਰਕੇ ਹਿੰਦੁਸਤਾਨ ਚ ਆਉਣ ਦੀ ਮੰਗ ਕਰ ਰਹੇ ਨੇ। ਤੇ ਲੇਕਿਨ ਇਹ ਇੱਕ ਲੰਬੀ ਪ੍ਰਕਿਰਿਆ ਦਾ ਸਾਹਮਣਾ ਕਰਕੇ ਫਿਰ ਇਹ ਪ੍ਰਕਿਰਿਆ ਜਿਹੜੀ ਹੈ ਉਹ ਭਾਰਤ ਸਰਕਾਰ ਦੀ ਮਨਜ਼ੂਰੀ ਦੇ ਨਾਲ ਬਣੇਗੀ ਕਿ ਦੁਬਾਰਾ ਉਹ ਪਾਕਿਸਤਾਨ ਤੋਂ ਹਿੰਦੁਸਤਾਨ ਚ ਅਗਰ ਆਉਣਗੇ ਜਾਂ ਉੱਥੇ ਤੋਂ ਜਿਹੜੇ ਇਲਾਕੇ ਕੁਝ ਅਲੱਗ ਹੋ ਕੇ ਪਾਕਿਸਤਾਨ ਤੋਂ ਹਿੰਦੁਸਤਾਨ ਦੇ ਨਾਲ ਜੁੜਨਾ ਚਾਹੁੰਦੇ ਨੇ ਉਹ ਕਿਸ ਤਰੀਕੇ ਆ ਸਕਣਗੇ। ਭਾਰਤ ਸਰਕਾਰ ਦੀ ਆਪਣੀ ਕੋਈ ਨੀਤੀ ਹੋਏਗੀ ਜਾਂ ਇੰਟਰਨੈਸ਼ਨਲ ਲੈਵਲ ਤੇ, ਜਿੱਦਾਂ ਮੰਜਲ ਸਾਹਿਬ ਨੇ ਕਿਹਾ ਕਿ ਕੋਈ ਕਾਨੂੰਨ ਐਸਾ ਬਣੇ ਤਾਂ ਇਸ ਤਰ੍ਹਾਂ ਦਾ ਸੰਭਵ ਹੋ ਸਕੇਗਾ। ਸੋ ਇਸ ਕਰਕੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਦੇਸ਼ ਉਸ ਦੇ ਵਿੱਚ ਸੁਰੱਖਿਅਤ ਰਹਿ ਸਕਦੇ ਨੇ ਜਿਹੜੇ ਦੇਸ਼ ਦੇ ਵਿੱਚ ਪੁਲਿਸ ਔਰ ਆਰਮੀ ਔਰ ਉੱਥੇ ਦੀਆਂ ਸਰਕਾਰਾਂ ਲੋਕਾਂ ਦੇ ਲਈ ਇੱਕ ਵਧੀਆ ਨੀਤੀ ਔਰ ਨੀਅਤ ਰੱਖਦੀਆਂ ਹੋਣ, ਉੱਥੇ ਹੀ ਲੋਕ ਸੁਰੱਖਿਅਤ ਰਹਿ ਸਕਦੇ ਨੇ। ਸੋ ਹਿੰਦੁਸਤਾਨ ਅੱਜ ਦੁਨੀਆ ਭਰ ਦੇ ਵਿੱਚ ਅਗਾਂਹ ਵਧ ਰਿਹਾ ਤੇ ਇਹ ਸਾਡੇ ਲਈ ਇੱਕ ਬਹੁਤ ਖੁਸ਼ੀ ਦੀ ਗੱਲ ਹੈ ਤੇ ਲੋਕਾਂ ਲਈ ਵੀ ਇਹ ਜਿਹੜੀ ਇੱਕ ਖੁਸ਼ੀ ਦੀ ਗੱਲ ਹੈ ਕਿ ਹਿੰਦੁਸਤਾਨ ਅੱਜ ਇੱਕ ਵੱਡੇ ਪੱਧਰ ਦੇ ਉੱਤੇ ਵਿਸ਼ਵ ਗੁਰੂ ਜਿਹੜਾ ਹੈ ਉਹ ਬਣ ਰਿਹਾ ਤੇ ਇਸ ਤਰ੍ਹਾਂ ਦਾ ਜਿਹੜਾ ਸਪਨਾ ਲੋਕ ਵੀ ਦੇਖਦੇ ਕਿ ਅਸੀਂ ਵੀ ਹਿੰਦੁਸਤਾਨ ਦੇ ਵਿੱਚ ਖੁਸ਼ਹਾਲ ਜ਼ਿੰਦਗੀ ਜੀ ਸਕੀਏ। ਜੀ ਮੰਜਲ ਸਾਹਿਬ, ਆਪਾਂ ਗੱਲ ਕਰ ਰਹੇ ਸੀ, ਠੀਕ ਹੈ, ਅਸੀਂ ਜਜ਼ਬਾਤੀ ਹਾਂ, ਅਸੀਂ ਇਹ ਸੋਚਦੇ ਜੀ ਪਾਕਿਸਤਾਨ ਜਿਹੜਾ ਉਹ ਟੁਕੜੇ ਟੁਕੜੇ ਹੋ ਜਾਏਗਾ ਤੇ ਪਾਕਿਸਤਾਨ ਟੁਕੜੇ ਟੁਕੜੇ ਹੋਏ ਕੇ ਜਾਏਗਾ ਕਿੱਥੇ? ਕੀ ਉਹ ਵੱਖਰਾ ਮੁਲਕ ਬਣਿਆ ਰਹਿ ਜਾਏਗਾ? ਤੇ ਜਿਹੜੀ ਆਬਾਦੀ ਚਾਹੁੰਦੀ ਹੈ ਕਾਰਗਿਲ ਤੋਂ ਕਹਿੰਦੀ ਜੀ ਇੱਧਰਲਾ ਹਾਈਵੇ ਖੋਲ ਦਿਓ, ਅਸੀਂ ਵਾਪਸ ਇੰਡੀਆ ਆਉਣਾ ਚਾਹੁੰਦੇ ਹਾਂ। ਕੀ ਇਹ ਆਬਾਦੀ ਜਿਹੜੀ ਅੱਗੇ ਪਹਿਲੇ ਜਿਹੜੇ ਨਾਲ ਦੇ ਹੋਰ ਛੋਟੇ ਛੋਟੇ ਜਿਹੜੇ ਦੇਸ਼ ਨੇ ਉੱਥੋਂ ਕਾਫੀ ਇਲੀਗਲ ਤੌਰ ਤੇ ਜਿਹੜੇ ਲੋਕ ਆ ਚੁੱਕੇ ਨੇ, ਭਾਰਤ ਚ ਘੁਸਪੈਠ ਕਰ ਚੁੱਕੇ ਨੇ। ਇੱਥੇ ਵੀ NRC ਦਾ ਜਿਹੜਾ NRC ਵਾਲਾ ਚੱਕਰ ਪਿਆ ਹੋਇਆ, ਉਹਦੇ ਉੱਤੇ ਵੀ ਜਿਹੜਾ ਉਹ ਕੁਝ ਲੋਕ ਜਿਹੜੇ ਇੱਥੇ ਮੌਜੂਦ ਨੇ, ਆ ਚੁੱਕੇ ਨੇ, ਉਹ ਨਹੀਂ ਚਾਹੁੰਦੇ ਕਿ ਭਾਰਤ ਜਿਹੜਾ ਉਹ ਆਪਣਾ ਜਿਹੜਾ ਨਾਗਰਿਕਤਾ ਦੇ ਵਿੱਚ ਕੋਈ ਸੋਧ ਕਰੇ ਜਾਂ ਜਿਹੜੇ ਨਾਗਰਿਕ ਹੈ ਉਹਨਾਂ ਦਾ ਕੋਈ ਰਜਿਸਟਰ ਬਣੇ। ਤੇ ਇਸ ਕਰਕੇ ਪਹਿਲੇ ਜਿਹੜੀ ਸਮੱਸਿਆ ਦਾ ਸਾਹਮਣਾ ਹੋ ਰਿਹਾ, ਇਹਦੇ ਕਿਹੜੇ ਕਿਹੜੇ ਹੱਲ ਨਜ਼ਰ ਆ ਰਹੇ ਨੇ? ਕੀ ਆਬਾਦੀ ਨੂੰ ਪਾਕਿਸਤਾਨ ਦੇ ਵਿੱਚ ਜੋ ਆਪਣੇ ਨੂੰ ਪਾਕਿਸਤਾਨੀ ਸਮਝਦੇ ਉਹਨਾਂ ਨੂੰ ਹਿੰਦੁਸਤਾਨ ਦੀ ਧਰਤੀ ਵਿੱਚ ਲੈ ਆਉਣਾ ਉਹ ਚੰਗਾ ਆ, ਇੱਥੋਂ ਦੀ ਜਿਹੜੀ ਆਬਾਦੀ ਆ ਹੋਰ ਵੱਧ ਜਾਵੇ, ਜਾਂ ਜਿਹੜਾ ਉੱਧਰਲਾ ਜਿਹੜਾ ਖੇਤਰ ਆ ਉਹਨੂੰ ਜਿਹੜਾ ਉਹ ਲੈਣ ਵਾਸਤੇ ਕੋਈ ਪ੍ਰੋਵੀਜ਼ਨ ਨਜ਼ਰ ਆ ਰਹੀ ਹੈ? ਕਿਵੇਂ ਦੇਖਦੇ ਹੋ? ਸੰਧੂ ਸਾਹਿਬ, ਇੱਕ ਬੇਨਤੀ ਕਰਦਾ ਵਾਂ, ਇਹ ਇੱਕ ਅੰਗਰੇਜ਼ ਦੀ ਸਾਜ਼ਿਸ਼ ਦੇ ਤਹਿਤ ਇੱਕ ਕੰਟਰੀ ਦਾ ਤਿਆਰ ਕੀਤਾ ਗਿਆ, ਉਹਨੂੰ ਪਾਕਿਸਤਾਨ ਜਿਹਨੂੰ ਅਸੀਂ ਕਹਿੰਦੇ ਆ। ਇਹ ਕਦੀ ਪਾਕਿਸਤਾਨ ਸੀਗਾ ਨਹੀਂ, ਇਹ ਹਿੰਦੁਸਤਾਨ ਹੀ ਆ, ਹਿੰਦੁਸਤਾਨ ਦਾ ਹੀ ਹਿੱਸਾ ਆ। ਔਰ ਇਹ ਇੱਕ ਸਾਜ਼ਿਸ਼ ਦੇ ਨਾਲ ਅੰਗਰੇਜ਼ ਨੇ ਇੱਕ ਸਾਜ਼ਿਸ਼ ਤੇ ਸਾਡੇ ਕੁਝ ਲੀਡਰ ਸਾਹਿਬਾਨਾਂ ਦੀ ਗੰਦੀ ਸੋਚ ਦੇ ਚੱਲਦਿਆਂ ਇੱਕ ਮੁਲਕ ਦੀ ਆਜ਼ਾਦ ਕੀਤਾ ਗਿਆ ਸੀਗਾ। ਅਗਰ ਇਹ ਹਿੰਦੁਸਤਾਨ ਦਾ ਹੀ ਹਿੱਸਾ ਹੁੰਦਾ ਤੇ ਅੱਜ ਹਿੰਦੁਸਤਾਨ ਅੱਜ ਜਿਹੜੇ ਸੁਪਰੀਮ ਪਾਵਰ ਵਾਲੇ ਪਾਸੇ ਨੂੰ ਅਸੀਂ ਵਧ ਰਹੇ, ਕਦੋਂ ਦਾ ਸੁਪਰੀਮ ਪਾਵਰ ਬਣ ਗਿਆ ਹੁੰਦਾ, ਕਿਉਂਕਿ ਉੱਥੇ ਵੀ ਸਾਧਨਾਂ ਦੀ ਕੋਈ ਕਮੀ ਨਹੀਂ ਹੈਗੀ। ਉਹ ਗੱਲ ਵੱਖਰੀ ਹੈ ਕਿ ਉਹਨਾਂ ਦੀ ਨੀਅਤ ਦੇ ਵਿੱਚ ਬਦਨੀਤੀ ਹੈ ਜਿਹਦੇ ਕਰਕੇ ਉਹ ਤਰੱਕੀ ਨਹੀਂ ਕਰ ਪਾਏ। ਉਹ ਸਿਰਫ ਨੈਗੇਟਿਵ ਥਿੰਕਿੰਗ ਦੇ ਨਾਲ ਚੱਲੇ ਤੇ ਤਾਂ ਕਰਕੇ ਅੱਜ ਉਹਨਾਂ ਦੇ ਇਹ ਹਾਲਾਤ ਹੋ ਗਏ। ਕੱਲ ਸੰਧੂ ਸਾਹਿਬ ਮੇਰੇ ਇੱਕ ਮਿੱਤਰ ਗੱਲ ਕਰ ਰਹੇ ਸੀਗੇ, ਉਹਨਾਂ ਨੇ ਇੱਕ ਬੜੀ ਮਜ਼ੇਦਾਰ ਜੀ ਗੱਲ ਕੀਤੀ, ਮੁਸਲਿਮ ਧਰਮ ਨੂੰ ਲੈ ਕੇ ਡਿਸਕਸ਼ਨ ਚੱਲ ਰਹੀ ਸੀ। ਉਹ ਕਹਿੰਦੇ ਵੀ ਹਿੰਦੁਸਤਾਨ 'ਚ ਵੀ ਜਿਹੜਾ ਮੁਸਲਮਾਨ ਰਹਿੰਦਾ ਉਹ ਕਹਿੰਦਾ ਜੀ ਸਾਡੇ ਤੇ ਸ਼ਰੀਆ ਦੇ ਕਾਨੂੰਨ ਲੱਗਣੇ ਚਾਹੀਦੇ ਨੇ। ਤੇ ਕਹਿੰਦਾ ਮੇਰਾ ਇਹ ਮੰਨਣਾ ਵਾ ਵੀ ਮੋਦੀ ਸਾਹਿਬ ਨਾਲ, ਮੈਨੂੰ ਕਹਿੰਦਾ ਜੀ ਤੁਸੀਂ BJP ਦੇ ਵਿੱਚ ਐਕਟਿਵ ਜੇ, ਤੁਸੀਂ ਮੋਦੀ ਸਾਹਿਬ ਤੱਕ ਇੱਕ ਸੁਨੇਹਾ ਪਹੁੰਚਾਓ ਕਿ ਜਿਹੜੇ ਸ਼ਰੀਆ ਦੇ ਕਾਨੂੰਨ ਲਾਗੂ ਕਰਾਉਣਾ ਚਾਹੁੰਦੇ ਨੇ ਉਹਨਾਂ ਦੇ ਉੱਤੇ ਪ੍ਰੋਪਰ ਸ਼ਰੀਆ ਦੇ ਹੀ ਕਾਨੂੰਨ ਲਾਗੂ ਕਰ ਦਿੱਤੇ ਜਾਣ। ਅਗਰ ਕੋਈ ਚੋਰੀ ਕਰਦਾ ਫੜਿਆ ਜਾਵੇ ਤਾਂ ਉਹਦੇ ਹੱਥ ਵੱਢ ਦਿਓ,
ਅਗਰ ਕੋਈ ਬਲਾਤਕਾਰ ਕਰਦਾ ਤੇ ਉਹਨੂੰ ਚੌਂਕ 'ਚ ਖੜੇ ਕਰਕੇ ਵੱਟੇ ਮਰਵਾ ਦਿਓ। ਜਿਹੜਾ ਸ਼ਰੀਅਤ ਦੇ ਕਾਨੂੰਨ ਮੰਨਣ ਦੀ ਮੰਗ ਕਰਦਾ ਉਹਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਕਰੋ, ਤੇ ਜਿਹੜਾ ਨਹੀਂ, ਜਿਹੜਾ ਹਿੰਦੁਸਤਾਨ ਦੇ IPC ਦੀ ਧਾਰਾ 'ਚ ਰਹਿਣਾ ਚਾਹੁੰਦਾ ਤੇ ਉਹਨੂੰ 7 ਸਾਲ ਦੀ ਕੈਦ ਤੇ ਦੂਜੇ ਨੂੰ ਮੌਤ, ਕਹਿੰਦਾ ਇਸ ਤਰ੍ਹਾਂ ਦੇ ਕਾਨੂੰਨ ਲਾਗੂ ਕਰ ਦਿਓ, ਫਿਰ ਇਹਨਾਂ ਦੀ ਇੱਛਾ ਹੀ ਪੂਰੀ ਕਰ ਦਿਓ। ਇਹਨਾਂ ਨੂੰ ਫਿਰ ਜਿਹੜੇ ਸਜ਼ਾਵਾਂ ਦੇਣੀਆਂ ਉਹ IPC ਦੀ ਧਾਰਾ 'ਚ ਨਾ ਦਿਓ, ਇਹਨਾਂ ਨੂੰ ਸ਼ਰੀਅਤ ਦੇ ਹਿਸਾਬ ਨਾਲ ਹੀ ਫਿਰ ਸਜ਼ਾਵਾਂ ਵੀ ਇਹਨਾਂ ਨੂੰ ਸ਼ਰੀਅਤ ਦੇ ਹਿਸਾਬ ਨਾਲ ਹੀ ਦੇ ਦਿਓ। ਮਤਲਬ ਕਹਿਣ ਦਾ ਭਾਵ ਲੱਗਦਾ ਹੈ ਕਿ ਲੋਕ ਰਾਜ ਵਿੱਚ ਇਹ ਗੱਲ ਸੰਭਵ ਹੈ। ਅੱਜ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਅੱਜ ਜੇ ਉੱਥੋਂ ਦੇ ਲੋਕ ਹਿੰਦੁਸਤਾਨ ਵਾਲੇ ਪਾਸੇ ਨੂੰ ਆਉਣਾ ਚਾਹੁੰਦੇ ਨੇ ਜਾਂ ਉਹ ਹਿੰਦੁਸਤਾਨ ਨਾਲ ਜੁੜਨਾ ਚਾਹੁੰਦੇ ਨੇ, ਉਹਦਾ ਇੱਕ ਮੇਜਰ ਕਾਰਨ ਕੀ ਆ ਕਿ ਹਿੰਦੁਸਤਾਨ ਦੀਆਂ ਨੇਕ ਨੀਤੀਆਂ, ਜਿਸ ਤਰ੍ਹਾਂ 3 ਤਲਾਕ ਦੇ ਵਿੱਚ ਸਾਡੀਆਂ ਮੁਸਲਿਮ ਭੈਣਾਂ ਦੇ ਨਾਲ ਬਹੁਤ ਵੱਡੇ ਲੈਵਲ ਦਾ ਅਤਿਆਚਾਰ ਕੀਤਾ ਜਾਂਦਾ ਸੀਗਾ, ਉਸ ਦੇ ਉੱਤੇ ਰੋਕ ਲਗਾ ਦਿੱਤੀ ਹਿੰਦੁਸਤਾਨ ਦੇ ਵਿੱਚ। ਅੱਜ ਹਿੰਦੁਸਤਾਨ ਦੇ ਵਿੱਚ ਮੁਸਲਿਮ ਮਹਿਲਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਲੱਗ ਪਈ ਆ, ਔਰ ਫਿਊਚਰ ਤੇ ਹੋਰ ਵੀ ਆਉਣ ਵਾਲੇ ਬੜੇ ਵੱਡੇ ਕਦਮ ਜਿਹੜੇ ਹਿੰਦੁਸਤਾਨ ਸਰਕਾਰ ਨੇ ਚੁੱਕੇ ਵੀ ਆ ਔਰ ਚੁੱਕਣੇ ਵੀ ਆ, ਤੇ ਇਹ ਸਾਰੀ ਦੁਨੀਆ ਇਸ ਚੀਜ਼ ਨੂੰ ਦੇਖ ਰਹੀ ਆ। ਤਾਂ ਹੀ ਅੱਜ ਉੱਥੇ ਹਿੰਦੁਸਤਾਨ ਨਾਲ ਜੁੜਨ ਦੀ ਮੰਗ ਏਡੇ ਵੱਡੇ ਲੈਵਲ ਤੇ ਉੱਠ ਰਹੀ ਆ। ਤਾਂ ਉਹ ਇਹ ਸਮਝਦੇ ਨੇ ਵੀ ਅਗਰ ਮੁਸਲਮਾਨ ਧਰਮ ਦੀ ਸੁਰੱਖਿਆ ਕਿਤੇ ਹੋ ਸਕਦੀ ਆ ਜਾਂ ਸਾਡੀ ਸੁਰੱਖਿਆ ਕਿਤੇ ਹੋ ਸਕਦੀ ਆ ਤੇ ਉਹ ਹਿੰਦੁਸਤਾਨ ਹੀ ਕਰ ਸਕਦਾ ਵਾ, ਤੇ ਇਸ ਲਈ ਉਹ ਹਿੰਦੁਸਤਾਨ ਦੇ ਨਾਲ ਜੁੜਨਾ ਚਾਹੁੰਦੇ ਨੇ। ਔਰ ਇੱਥੋਂ ਦਾ ਹਿੰਦੁਸਤਾਨ ਦਾ ਮੁਸਲਮਾਨ ਵੀ ਬਹੁਤ ਖੁਸ਼ ਆ, ਤਰੱਕੀ ਕਰ ਰਿਹਾ। ਅਗਰ ਉਹ ਇਹਨਾਂ ਨਾਲ ਆਪਣੇ ਆਪ ਨੂੰ ਕੰਪੇਅਰ ਕਰੇਗਾ ਤਾਂ ਉਹ 1 ਲੱਖ ਦਰਜੇ ਚੰਗਾ ਆਪਣੇ ਆਪ ਨੂੰ ਪਾਏਗਾ। ਤੇ ਮੇਰਾ ਇਹ ਮੰਨਣਾ ਵਾ ਕਿ ਹਿੰਦੁਸਤਾਨ ਇੱਕ ਵਿਰਾਟ ਕੰਟਰੀ ਸੀਗੀ, ਦੁਨੀਆ ਦੀ ਪਾਵਰ ਰਹੀ ਆ, ਆਉਣ ਵਾਲੇ ਸਮੇਂ 'ਚ ਵੀ ਪਾਵਰ ਬਣੇਗੀ। ਤੇ ਜਿੱਦਾਂ ਮੈਂ ਕੱਲ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ ਵੀ ਜਿਹੜੀ ਪਾਕਿਸਤਾਨ ਨਾਮ ਦੀ ਚਿੜੀ ਆ ਵਰਲਡ ਦੇ ਨਕਸ਼ੇ 'ਚੋਂ ਬੜੀ ਜਲਦੀ ਉੱਡ ਜਾਏਗੀ, ਔਰ ਇਹ ਸਾਰੇ ਪਾਕਿਸਤਾਨ ਅਲਟੀਮੇਟਲੀ ਹਿੰਦੁਸਤਾਨ 'ਚ ਮਰਜ ਹੋਣਾ। ਔਰ ਹਿੰਦੁਸਤਾਨ ਦੇ ਕਾਨੂੰਨ ਉੱਤੇ ਜਦੋਂ ਲਾਗੂ ਹੋ ਗਏ, ਹਿੰਦੁਸਤਾਨ ਦੀ ਆਰਮੀ ਦੇ ਅੰਡਰ ਇਹ ਚੀਜ਼ਾਂ ਆ ਗਈਆਂ ਤੇ ਆਟੋਮੈਟਿਕਲੀ ਉਹ ਲੋਕ ਜਿਹੜੇ ਆ ਸੁੱਖ ਦੀ ਜ਼ਿੰਦਗੀ ਜੀਣੀ, ਜਿੱਦਾਂ ਹਿੰਦੁਸਤਾਨ ਦੇ ਵਿੱਚ ਅਸੀਂ ਸਾਰੇ ਹਿੰਦੁਸਤਾਨੀ ਚਾਹੇ ਹਿੰਦੂ ਮੁਸਲਿਮ ਸਿੱਖ ਈਸਾਈ ਜਿਹੜੇ ਵੀ ਆ ਤਰੱਕੀ ਕਰ ਰਹੇ ਆ, ਤੇ ਅਗਰ ਉਹ ਹਿੰਦੁਸਤਾਨ ਦਾ ਹਿੱਸਾ ਬਣ ਜਾਣਗੇ ਤੇ ਉਹਨਾਂ ਦੀ ਵੀ ਤਰੱਕੀ ਨਾਲ ਦੀ ਨਾਲ ਹੀ ਸ਼ੁਰੂ ਹੋ ਜਾਏਗੀ। ਇਹ ਗੱਲ ਦੀ ਗਰੰਟੀ ਆ, ਔਰ ਇਹ ਪਰਮਾਤਮਾ ਕਰਨਗੇ। ਅਖੰਡ ਭਾਰਤ ਦਾ ਸੁਪਨਾ ਸਾਡੇ ਵੱਡਿਆਂ ਨੇ ਜਦੋਂ 47 ਦੀ ਵੰਡ ਤੋਂ ਬਾਅਦ ਇੱਕ ਦੇਖਿਆ ਸੀਗਾ। ਮਤਲਬ ਸਿੱਧਾ ਕਹਿਣਾ ਚਾਹੁੰਦੇ ਹੋ ਕਿ ਉੱਧਰਲੇ ਜਿਹੜੇ ਖੇਤਰ ਨੇ ਭਾਰਤ ਨੂੰ ਆਪਣੇ ਅਧੀਨ ਕਰ ਲਏਗਾ, ਜਿਹੜੇ ਉੱਧਰਲੇ ਖੇਤਰ ਨੇ ਉੱਥੋਂ ਦੀ ਜਨਤਾ ਚਾਹੇਗੀ ਤੇ ਭਾਰਤ ਜਿਹੜਾ ਉਹਨਾਂ ਨੂੰ ਆਪਣੇ ਅਧੀਨ ਕਰ ਸਕਦਾ। ਬਿਲਕੁਲ ਇਹ ਕਹਿਣਾ ਚਾਹੁੰਦੇ ਹੋ ਜੀ। ਮੈਂ ਤਾਂ ਤੁਹਾਨੂੰ ਬੇਨਤੀ ਕੀਤੀ ਸੰਧੂ ਸਾਹਿਬ, ਇਹ ਪਾਕਿਸਤਾਨ ਕੋਈ ਮੁਲਕ ਨਹੀਂ ਸੀਗਾ, ਇਹ ਕੁਝ ਸਾਡੇ ਹਿੰਦੁਸਤਾਨ ਦੇ ਲੀਡਰਾਂ ਦੇ ਦਿਮਾਗ ਦੀ ਸ਼ੈਤਾਨੀ 'ਚ ਉਪਜ ਕੀਤੀ ਗਈ। ਮੈਂ ਬੇਨਤੀ ਕਰਾਂ ਸੰਧੂ ਸਾਹਿਬ, ਮੇਰਾ ਇਹ ਮੰਨਣਾ ਆ ਜਦੋਂ ਮੌਕੇ ਦੇ 47 ਦੇ ਵਿੱਚ ਜਦੋਂ ਸਾਨੂੰ ਆਜ਼ਾਦੀ ਮਿਲਦੀ ਆ, ਜਿਹੜੇ ਸਾਡੇ ਮੌਕੇ ਦੇ ਲੀਡਰ ਨੇ ਉਹਨਾਂ ਨੇ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਇਸ ਗੇਮ ਨੂੰ ਪਲਾਨ ਕੀਤਾ, ਔਰ ਜਿਨ੍ਹਾਂ ਔਰ ਨਹਿਰੂ ਦੀ ਸਾਜ਼ਿਸ਼ ਸੀ, ਰਲੀ ਸਾਜ਼ਿਸ਼ ਸੀ, ਜਿਸ ਦੇ ਵਿੱਚ ਉਹਨਾਂ ਨੇ ਇਹ ਪਲਾਨ ਕੀਤਾ ਵੀ ਜਦੋਂ ਵੀ ਕੋਈ ਬਾਗੀ ਸੁਰ ਉੱਠਦੀ ਆ ਜਾਂ ਕੋਈ ਬਗਾਵਤ ਦੀ ਗੱਲ ਉੱਠਦੀ ਆ, ਜਾਂ ਉਹ ਬੰਗਾਲ 'ਚ ਉੱਠਦੀ ਜਾਂ ਉਹ ਪੰਜਾਬ 'ਚ ਉੱਠਦੀ ਆ, ਤੇ ਹਿੰਦੁਸਤਾਨ ਦੇ ਜਿਹੜੇ ਟੁਕੜੇ ਹੋਏ ਆ 2 ਹੀ ਸਟੇਟਾਂ ਜਿਹੜੀਆਂ ਨੇ ਉਹਨਾਂ ਨੇ ਮਾਰ ਚੱਲੀ, ਜਾਂ ਪਾਕਿਸਤਾਨ ਪੰਜਾਬ ਨੇ ਚੱਲੀ ਤੇ ਜਾਂ ਬੰਗਾਲ ਨੇ ਚੱਲੀ। ਔਰ ਮੇਜਰਲੀ ਮੇਰੀ ਬੇਨਤੀ ਸੁਣੋ ਸੰਧੂ ਸਾਹਿਬ, ਸਾਰੀ ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ 10 ਲੱਖ ਬੰਦਾ ਨਹੀਂ ਮਰਦਾ ਤੇ ਵੰਡ 'ਚ 10 ਲੱਖ ਬੰਦਾ ਮਰ ਜਾਂਦਾ। ਤੇ ਜਵਾਹਰ ਲਾਲ ਨਹਿਰੂ ਜੀ ਪੈਗ ਨਾਲ ਪੈਗ ਖੜਕਾ ਰਹੇ ਸੀਗੇ ਉਸ ਟਾਈਮ ਤੇ ਜਦੋਂ ਲਾਸ਼ਾਂ ਦੀਆਂ ਭਰੀਆਂ ਗੱਡੀਆਂ ਆ ਰਹੀਆਂ ਸੀਗੀਆਂ। ਔਰ ਇਹ ਮੇਰਾ ਇਹ ਮੰਨਣਾ ਇਹ ਇੱਕ ਗੇਮ ਪਲਾਨ ਸੀ, ਸਾਜ਼ਿਸ਼ ਸੀ, ਜਿਸ ਸਾਜ਼ਿਸ਼ ਦੇ ਤਹਿਤ ਇਹ ਸਾਰਾ ਕੁਝ ਕੀਤਾ ਗਿਆ। ਹਿੰਦੁਸਤਾਨ ਪਾਕਿਸਤਾਨ ਦੀ ਵੰਡ ਕਰਕੇ ਪੰਜਾਬੀਆਂ ਦਾ ਕਾਹਣ ਕੀਤਾ ਗਿਆ। ਉਦੋਂ ਸਾਡੀਆਂ ਮੌਤਾਂ ਆਈਆਂ, ਚਾਹੇ ਉਹ ਲਹਿੰਦਾ ਪੰਜਾਬ ਸੀ, ਚਾਹੇ ਉਹ ਚੜ੍ਹਦਾ ਪੰਜਾਬ ਸੀਗਾ। ਔਰ ਅੱਜ ਫਿਰ ਇਹ ਵਕਤ ਆ ਗਿਆ ਕਿ ਅੱਜ ਉਧਰੋਂ ਮੰਗ ਉੱਠ ਰਹੀ ਆ ਕਿ ਅਸੀਂ ਹਿੰਦੁਸਤਾਨ ਨਾਲ ਜੁੜਨਾ ਚਾਹੁੰਦੇ ਆ। ਤੇ ਮੇਰੇ ਹਿਸਾਬ ਨਾਲ ਹਿੰਦੁਸਤਾਨ ਨੂੰ ਫਰਾਗ ਦਿਲੀ ਵਿਖਾਉਂਦੇ ਆ। ਪਾਕਿਸਤਾਨ ਦੇ ਉੱਤੇ ਜਿਹੜੇ ਵੀ ਏਰੀਆ ਸਾਡੇ ਨਾਲ ਜੁੜਨੇ ਚਾਹੁੰਦੇ ਨੇ ਉਹਨਾਂ ਨੂੰ ਜੋੜ ਲੈਣਾ ਚਾਹੀਦਾ, ਔਰ ਜਿਹੜੀ ਉਥੋਂ ਆਰਮੀ ਦਾ ਜਿਹੜਾ ਅਤਿਆਚਾਰ ਔਰ ਪ੍ਰਕੋਪ ਚੱਲ ਰਿਹਾ ਵਾ ਉਹਨਾਂ ਨੂੰ ਉਥੋਂ ਭਜਾ ਦੇਣਾ ਚਾਹੀਦਾ ਵਾ। ਮੇਰਾ ਇਹ ਮੰਨਣਾ ਹੈ ਜੀ। ਮਹਿੰਦਰ ਜੀ, ਇੱਕ ਪਾਸੇ ਤਾਂ ਪਾਕਿਸਤਾਨ ਦੇ ਵਿੱਚ ਇਹ ਦਿਸ ਰਿਹਾ ਕਿ ਫੌਜ ਦਾ ਜਿਹੜਾ ਮੁਖੀ ਹੈ ਉਹਨੂੰ ਭੇਜਦਾ ਗਿਆ, ਜਿਵੇਂ ਪਹਿਲੇ ਦੱਸਿਆ ਕਿ 20,000 ਦੇ ਕਰੀਬ ਜਿਹੜੇ ਫੌਜੀ ਉਸ ਗਿਲਗਿਟ ਬਲਟਿਸਤਾਨ ਦੇ ਵਿੱਚ ਜਿਹੜੇ ਆ ਵਾਧੂ ਜਿਹੜੀ ਆ ਫੌਜ ਭੇਜਦੀ ਗਈ ਹੈ। ਫੌਜ ਤੇ ਉੱਥੇ ਪਹਿਲਾਂ ਹੀ ਤਾਇਨਾਤ ਹੈ। ਤੇ ਨਾਲ ਦੇ ਹੁਣ ਖਬਰ ਇਹ ਵੀ ਨਾਲ ਜੁੜੀ ਹੈ ਕਿ ਉੱਥੇ ਦੇ ਜਿਹੜੇ ਧਾਰਮਿਕ ਮੁਖੀ ਨੇ, ਉਲੇਮਾ ਕਹਿੰਦੇ ਨੇ, ਮੁਸਲਿਮ ਉਲੇਮਾ ਕਹਿੰਦੇ 4 ਉਲੇਮਾ ਦੀ ਵੀ ਡਿਊਟੀ ਲਾਈ ਹੈ ਕਿ ਤੁਸੀਂ ਜਾ ਕੇ ਇਹਨਾਂ ਲੋਕਾਂ ਨਾਲ ਰਾਬਤਾ ਕਾਇਮ ਕਰੋ ਤੇ ਸ਼ਾਂਤੀ ਬਹਾਲ ਕਰਨ ਵਾਸਤੇ ਜਿਹੜਾ ਉਹ ਧਾਰਮਿਕ ਤੌਰ ਤੇ ਔਰ ਭਾਈਚਾਰਕ ਤੌਰ ਤੇ ਵੀ ਜਿਹੜੀ ਕੋਸ਼ਿਸ਼ ਜਾਰੀ ਰਹਿਣੀ ਚਾਹੀਦੀ ਹੈ। ਇਹ ਜਿਹੜਾ ਸੁੰਨੀ ਔਰ ਸ਼ੀਆ ਦੇ ਵਿਚਾਲੇ ਦਾ ਜਿਹੜਾ ਇਹ ਚੱਕਰ ਆ, ਖਾਸ ਤੌਰ ਤੇ ਅਸੀਂ ਦੇਖਦੇ ਜਿਨ੍ਹਾਂ ਨੂੰ ਆਪਾਂ ਅਕਸਰ ਹਵਾਲਾ ਦਿੰਦੇ ਹੁੰਦੇ ਆ ਕਿ ਜਿੱਦਾਂ ਮੱਕੇ ਮਦੀਨਾ ਕਹਿੰਦੇ ਜਿਹੜੇ ਜਾਂਦੇ ਨੇ, ਜਿਹੜੇ ਅਰਬ ਦੇ ਮੁਸਲਮਾਨ ਨੇ ਉਹ ਕਾਫੀ ਆਮ ਤੌਰ ਤੇ ਜਿਹੜੇ ਆ ਉਹ ਸ਼ਾਂਤ ਤਰੱਕੀ ਪਸੰਦ ਦਿਖਾਈ ਦਿੰਦੇ ਆ। ਪਰ ਜਿਹੜੇ ਹਿੰਦੁਸਤਾਨ ਦੇ ਵਿੱਚ ਜਾਂ ਹੋਰ ਅਫਗਾਨਿਸਤਾਨ ਵਾਲੇ ਪਾਸੇ ਨੂੰ ਜਾਂ ਇਦਾਂ ਦੇ ਜਿਹੜੇ ਪਾਕਿਸਤਾਨ ਵਾਲੇ ਵਿੱਚ ਜਿਹੜੇ ਹੈਗੇ ਨੇ ਇਹ ਜ਼ਿਆਦਾ ਹਿੰਸਕ ਜਿਹੇ ਦਿਖਾਈ ਦਿੰਦੇ।
ਤੇ ਕਹਿੰਦੇ ਇਹਨਾਂ ਨੂੰ ਉਹ ਹਿੰਦਵੀ ਮੁਸਲਮਾਨ ਆ, ਕਹਿੰਦੇ ਉਹਨਾਂ ਨੂੰ ਮੁਸਲਮਾਨ ਉਹ ਕਹਿੰਦੇ ਅਸਲੀ ਮੁਸਲਮਾਨ ਮੰਨਦੇ ਨਹੀਂ। ਇਦਾਂ ਦਾ ਵੀ ਚੱਕਰ ਆ। ਤੇ ਇਹ ਜਿਹੜੇ ਹਿੰਦਵੀ ਮੁਸਲਮਾਨ ਆਪਾਂ ਇਹਨਾਂ ਦਾ ਜ਼ਿਕਰ ਕਰਾਂਗੇ, ਇਹਨਾਂ ਦੇ ਵਿੱਚ ਜਿਹੜੀ ਇੰਨੀ ਤੀਬਰਤਾ ਆ, ਇਹ ਕਿਸ ਤਰ੍ਹਾਂ ਦੀ ਹੈ? ਇੱਕ ਵਿਚਰਨ ਜਿਹੀ ਜ਼ਿਆਦਾ ਹਾਲਾਤ ਜਿਹੜੇ ਆ, ਜਿੱਥੇ ਅਰਬ ਸ਼ਾਂਤ ਆ, ਉੱਥੇ ਅਫਗਾਨਿਸਤਾਨ 'ਚ ਤੁਸੀਂ ਦੇਖੋਗੇ ਤੇ ਉੱਥੇ ਇਸਲਾਮ ਦੇ ਨਾਂ ਦੇ ਉੱਤੇ ਕਹਿੰਦੇ ਇੱਕ ਏਦਾਂ ਦੀਆਂ ਚੀਜ਼ਾਂ ਲਾਤੀਆਂ, ਜਿਵੇਂ ਹੁਣੇ ਭਾਈ ਸਾਹਿਬ ਗੱਲ ਕਰ ਰਹੇ ਸੀ ਕਿ ਔਰਤਾਂ ਦੇ ਇੱਥੇ ਤਾਂ ਹੱਕ ਬਹਾਲ ਕੀਤੇ ਜਾ ਰਹੇ ਨੇ, ਚਾਹੇ ਮੁਸਲਿਮ ਔਰਤਾਂ ਨੇ ਚਾਹੇ ਕੋਈ ਨੇ, ਪਰ ਅਫਗਾਨਿਸਤਾਨ ਦੇ ਵਿੱਚ ਹੱਕ ਜਿਹੜੇ ਆ ਉਹ ਲੋਕ ਰਾਜੀ ਖੋਏ ਜਾ ਰਹੇ ਆ। ਇਹ ਜਿਹੜਾ ਭਾਈਚਾਰਕ ਤੌਰ ਤੇ ਜਾਂ ਇੱਕ ਧਰਮ ਦੇ ਨਾਂ ਤੇ, ਇੱਕ ਮਜ਼ਹਬ ਦੇ ਤੌਰ ਤੇ ਜਿਹੜਾ ਜਿਵੇਂ ਡਿਮਾਂਡ ਕੀਤੀ ਜਾਂਦੀ ਹੈ ਕਿ ਸਾਨੂੰ ਤਾਂ ਜੀ ਉਹੀ ਕਾਨੂੰਨ ਚਾਹੀਦੇ ਆ, ਸਾਨੂੰ ਸਾਰਿਆਂ ਦੇ ਬਰਾਬਰ ਕਾਨੂੰਨ ਕਿਉਂ ਦਿੱਤੇ ਜਾ ਰਹੇ ਆ, ਤੇ ਕਿੱਧਰ ਨੂੰ ਗੱਲ ਜਾਏਗੀ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ? ਸੰਧੂ ਸਾਹਿਬ ਅਗਰ ਗੱਲ ਕਰੀਏ ਅਰਬ ਦੇਸ਼ਾਂ ਦੀ, ਤਾਂ ਅਰਬ ਦੇਸ਼ਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਇਸ ਤਰ੍ਹਾਂ ਦਾ ਧਰਮ ਦੇ ਆੜ ਦੇ ਵਿੱਚ ਕੋਈ ਵੀ ਛੜਯੰਤਰ ਜਿਹੜੇ ਉੱਥੇ ਨਹੀਂ ਰਚੇ ਜਾਂਦੇ। ਉਹ ਧਰਮ ਦੇ ਨਾਮ ਦੇ ਉੱਤੇ ਧਾਰਮਿਕ ਕੰਮ ਤਾਂ ਕਰਦੇ ਨੇ, ਲੇਕਿਨ ਕਦੇ ਵੀ ਇਸ ਤਰ੍ਹਾਂ ਦਾ ਉਹ ਕੋਈ ਵੀ ਉਹ ਨਹੀਂ ਕੰਮ ਕਰਦੇ ਜਿਸ ਦੇ ਨਾਲ ਦੂਸਰੇ ਦਾ ਨੁਕਸਾਨ ਹੋਵੇ। ਉਹ ਹਮੇਸ਼ਾ ਧਰਮ ਨੂੰ ਮੰਨਦੇ ਨੇ, ਆਪਣੇ ਤਰੀਕੇ ਨਾਲ ਉਹਨਾਂ ਦੇ ਜੋ ਵੀ ਧਾਰਮਿਕ ਪ੍ਰੋਗਰਾਮ ਨੇ ਉਹਨਾਂ ਨੂੰ ਉਹ ਕਰਦੇ ਨੇ, ਮਨਾਉਂਦੇ ਨੇ, ਔਰ ਬੜਾ ਸ਼ਾਂਤੀਪੂਰਵਕ ਖੁਸ਼ੀਪੂਰਵਕ ਮਨਾਉਂਦੇ ਨੇ। ਲੇਕਿਨ ਉਹ ਕੋਈ ਵੀ ਐਸਾ ਪ੍ਰੋਗਰਾਮ ਉਧਰਲੇ ਦੇਸ਼ਾਂ ਦੇ ਵਿੱਚ ਨਹੀਂ ਕਰਦੇ ਜਿਸ ਦੇ ਨਾਲ ਦੂਸਰੇ ਦਾ ਨੁਕਸਾਨ ਹੋਵੇ। ਹੁਣ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ, ਹਿੰਦਵੀ ਮੁਸਲਮਾਨ ਜਿਹਨੂੰ ਤੁਸੀਂ ਨਾਮ ਦੇ ਕੇ ਗੱਲ ਕਰ ਰਹੇ ਹੋ, ਇਹ ਲੋਕਾਂ ਦੇ ਕੋਲ ਕਿਉਂਕਿ ਬਹੁਤੇ ਰੁਜ਼ਗਾਰ ਨਹੀਂ ਹੈਗੇ, ਚਾਹੇ ਉਹ ਅਫਗਾਨਿਸਤਾਨ ਲੈ ਲਓ, ਚਾਹੇ ਉਹ ਪਾਕਿਸਤਾਨ ਲੈ ਲਓ, ਇਹਨਾਂ ਲੋਕਾਂ ਦੇ ਕੋਲ ਬਹੁਤ ਵੱਡੇ ਤੌਰ ਦੇ ਉੱਤੇ ਰੁਜ਼ਗਾਰ ਨਹੀਂ ਹੈਗੇ, ਇਹਨਾਂ ਦੇ ਕੋਲ ਤਰੱਕੀ ਦੇ ਅੱਗੇ ਸਾਧਨ ਨਹੀਂ ਹੈਗੇ। ਇਸ ਕਰਕੇ ਇਹ ਲੋਕ ਲੋਕਾਂ ਨੂੰ ਲੁੱਟ ਕੇ, ਲੋਕਾਂ ਨੂੰ ਮਾਰ ਕੇ, ਲੋਕਾਂ ਦਾ ਨੁਕਸਾਨ ਕਰਕੇ ਆਪਣਾ ਚੁੱਲ੍ਹਾ ਚਲਾਉਣ ਦੀ ਕੋਸ਼ਿਸ਼ ਕਰਦੇ ਨੇ। ਜਿੱਦਾਂ ਦਾ ਉਹਨਾਂ ਦਾ ਲੈਵਲ ਹੈ ਉਦਾਂ ਦਾ ਉਹ ਚੀਜ਼ ਕਰਨ ਦੀ ਕੋਸ਼ਿਸ਼ ਕਰਦੇ ਨੇ। ਹੁਣ ਗੱਲ ਆ ਗਈ ਹਿੰਦੁਸਤਾਨ ਦੇ ਮੁਸਲਮਾਨਾਂ ਦੇ ਵਿੱਚ। ਹਿੰਦੁਸਤਾਨ ਦੇ ਮੁਸਲਮਾਨ ਜਿਹੜੇ ਆ, ਚੰਦ ਲੋਕਾਂ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਆ ਇਮਾਨ ਪਸੰਦ ਨੇ ਔਰ ਸ਼ਾਂਤੀ ਪਸੰਦ ਨੇ, ਔਰ ਅੱਗੇ ਵਧਣ ਦੀ ਪ੍ਰਕਿਰਿਆ ਦੇ ਵਿੱਚ ਸ਼ਾਮਿਲ ਹੁੰਦੇ ਨੇ, ਔਰ ਹਿੰਦੁਸਤਾਨ ਦੇ ਸੰਵਿਧਾਨ ਦੇ ਮੁਤਾਬਿਕ ਉਹ ਅਕਸਰ ਚੱਲਦੇ ਨੇ। ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਦੇ ਫਰਕ ਬਹੁਤਾ ਨਹੀਂ ਦੇਖਿਆ ਜਾਂਦਾ। ਸਿਰਫ ਗਿਣਤੀ ਦੇ, ਜੇ ਆਪਾਂ ਗਿਣਤੀ ਕਰੀਏ ਤਾਂ ਪੁਆਇੰਟਾਂ ਦੇ ਵਿੱਚ ਨਹੀਂ ਆਉਂਦੇ। ਉਹ ਲੋਕ ਨੇ ਜਿਹੜੇ ਕਿ ਸਿਰਫ ਸੁਰਖੀਆਂ ਦੇ ਵਿੱਚ ਰਹਿਣ ਲਈ ਜਾਂ ਆਪਣਾ ਚੁੱਲ੍ਹਾ ਚਲਾਉਣ ਦੇ ਲਈ ਕੁਝ ਨਾ ਕੁਝ ਲੋਕਾਂ ਨੂੰ ਉਹ ਮਿਸਲੀਡ ਕਰਨ ਦੀ ਕੋਸ਼ਿਸ਼ ਕਰਦੇ ਨੇ। ਬਸ ਇਹੀ ਫਰਕ ਹੈ ਜੀ ਅਰਬ ਦੇ ਦੇਸ਼ਾਂ ਦੇ ਵਿੱਚ ਔਰ ਅਫਗਾਨਿਸਤਾਨ ਦੇ, ਪਾਕਿਸਤਾਨ ਦੇ ਵਿੱਚ, ਤਾਂ ਕਿ ਉੱਥੇ ਇਸ ਤਰ੍ਹਾਂ ਦੇ ਅਗਰੈਸਿਵ ਹੋ ਕੇ ਜਿਹੜਾ ਆ ਉਹ ਕੋਈ ਵੀ ਇਸ ਤਰ੍ਹਾਂ ਦੀਆਂ ਕਾਰਗੁਜ਼ਾਰੀਆਂ ਕਿਉਂ ਕਰਦੇ ਨੇ। ਇਹੀ ਫਰਕ ਹੈ ਬਸ ਜੀ। ਧਰਮਿੰਦਰ ਜੀ, ਸਵਾਲ ਇਹ ਉੱਠਦਾ, ਤੁਸੀਂ ਗੱਲ ਕਹੀ ਵੀ ਜਿਹੜੇ ਹਿੰਦਵੀ ਮੁਸਲਮਾਨ ਨੇ ਜੀ ਇੱਥੇ ਇਹਨਾਂ ਕੋਲ ਰੋਜ਼ਗਾਰ ਘੱਟ ਹੈ ਜਾਂ ਇਹ ਸੰਘਰਸ਼ ਕਰ ਰਹੇ ਨੇ ਤਾਂ ਇਦਾਂ ਦੇ ਨੇ, ਪਰ ਬਾਕੀ ਦੇ ਜਿਹੜੇ ਲੋਕ ਨੇ, ਹੋਰ ਭਾਈਚਾਰਿਆਂ ਦੇ ਲੋਕ ਨੇ, ਉਹ ਵੀ ਤੇ ਗਰੀਬੀ ਨਾਲ ਇਹਨਾਂ ਹਾਲਾਤਾਂ ਨਾਲ ਬਰਾਬਰ ਹੀ ਜੂਝਦੇ ਨੇ। ਉਹ ਤਾਂ ਇਦਾਂ ਦੀਆਂ ਜਿਹੜੀਆਂ ਹਿੰਸਕ ਗੱਲਾਂ ਜਾਂ ਵੱਖ ਹੋਣ ਦੀਆਂ ਗੱਲਾਂ ਉਹ ਨਹੀਂ ਕਰਦੇ। ਤੇ ਜਦੋਂ ਆਪਾਂ ਗੱਲ ਕਰਦੇ ਹਾਂ, ਜਿਹੜੇ ਕਹਿੰਦੇ ਵੀ ਜਿਹੜਾ ਇਸਲਾਮ ਦਾ ਮੂਲ ਹੈ ਉਹ ਅਰਬ ਚੋਂ ਹੀ ਹੈ, ਅਰਬ ਦੇ ਵਿੱਚੋਂ ਉੱਠਿਆ। ਜਿਹੜੀ ਮੂਲ ਜੜ ਆ ਉੱਥੇ ਦੇ ਜਿਹੜੇ ਹਾਲਾਤ ਨੇ ਉਹ ਹੋਰ ਨੇ, ਕਿਉਂਕਿ ਉੱਥੇ ਆਪਾਂ ਗੱਲ ਸੁਣਦੇ ਹਾਂ ਕਿ ਉੱਥੇ ਤੁਸੀਂ ਸੜਕ ਦੇ ਉੱਤੇ ਕਿਸੇ ਨੂੰ ਜਿਹੜੇ ਆ ਉਹ ਨਵਾਜਾ ਕਰਦੇ ਨਜ਼ਰ ਨਹੀਂ ਆਓਗੇ, ਤੁਸੀਂ ਇਸ ਤਰ੍ਹਾਂ ਦੇ ਕੋਈ ਗੱਲਾਂ ਕਰਦੇ ਨਜ਼ਰ ਨਹੀਂ ਆਓਗੇ। ਪਰ ਇਹ ਇੱਥੇ ਸਾਡੇ ਹਿੰਦੁਸਤਾਨ ਦੇ ਵਿੱਚ ਇਹ ਕੀ ਐਸੀ ਸਮੱਸਿਆ ਆ ਕਿ ਜਿਹੜੇ ਆਪਣੇ ਉਹਨੂੰ ਮੁਸਲਮਾਨ ਅੱਜ ਖਵਾਉਂਦੇ ਨੇ। ਹਾਲਾਂਕਿ ਗੱਲ ਤੇ ਚਰਚਾ ਇਹ ਵੀ ਚੱਲਦੀ ਰਹਿੰਦੀ ਹੈ ਕਿ ਇਹ ਜਿਹੜੇ ਆ ਮੁਸਲਮਾਨ ਜਿਹੜੇ ਆ ਇਹ ਅਸਲੀ ਮੁਸਲਮਾਨ ਨੇ ਜੀ, ਸਾਰੇ ਕਨਵਰਟਡ ਲੋਕ। ਕੀ ਏਦਾਂ ਤਾਂ ਨਹੀਂ ਆ ਕਿ ਜਿੱਦਾਂ ਆਪਾਂ ਕਹਿੰਦੇ ਹੁੰਦੇ ਕਿ ਡੂਮ ਨੂੰ ਲੱਭਿਆ ਛੰਨਾ ਤੇ ਪਾਣੀ ਪੀ ਆਫਰਿਆ, ਜਾਂ ਕਹਿੰਦੇ ਨਵਾਂ ਜਿਹੜਾ ਮੁੱਲਾ ਬਣਿਆ ਹੁੰਦਾ ਨਮਾਜ਼ ਜ਼ਿਆਦਾ ਪੜ੍ਹਦਾ। ਕਿਤੇ ਇਹ ਤਾਂ ਨਹੀਂ ਕਿ ਇਹਨਾਂ ਨੂੰ ਇਹ ਲੱਗਦਾ ਕਿ ਇਸਲਾਮ ਦੀ ਸਾਰੀ ਜਿਹੜੀ ਜ਼ਿੰਮੇਵਾਰੀ ਆ, ਇਸਲਾਮ ਦਾ ਪੂਰੇ ਸੰਸਾਰ ਦਾ ਜਿਹੜਾ ਭਾਰ ਆ ਉਹ ਸਾਰਾ ਹਿੰਦੁਸਤਾਨੀ ਮੁਸਲਮਾਨਾਂ ਦੇ ਉੱਤੇ ਆ ਗਿਆ, ਤਾਂ ਇਹ ਆਪਣੇ ਆਪ ਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਜਾਂ ਦਿਮਾਗ ਦੇ ਵਿੱਚ ਹਲੇ ਉਹੀ ਔਰੰਗਜ਼ੇਬ ਵਾਲੀ ਜਿਹੜੀ ਦਿਮਾਗ ਦੇ ਵਿੱਚ ਗੱਲਾਂ ਨੇ ਕਿ ਮੈਂ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਉਹ ਇਸਲਾਮ ਤੋਂ ਪ੍ਰੇਰਿਤ ਜਿਹੜਾ ਮੁਲਕ ਬਣਾ ਲੈਣਾ। ਤੇ ਇਸਲਾਮ ਦੀ ਪਰਿਭਾਸ਼ਾ ਜਿਹੜੀ ਹੈ ਉਹ ਵੀ ਹਿੰਦੁਸਤਾਨੀ ਮੁਸਲਮਾਨਾਂ ਨੇ ਆਪਣੀ ਘਾਲੀ ਹੋਈ ਆ। ਕਮਰ ਮੰਜ਼ਰ ਜੀ, ਕਿਵੇਂ ਦੇਖਦੇ ਹੋ? ਸੰਧੂ ਸਾਹਿਬ, ਤੁਸੀਂ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਸੀਗਾ ਕਿ ਬੇਸਿਕਲੀ ਇਹ ਜਿਨ੍ਹਾਂ ਲੋਕਾਂ ਨੇ ਅਸੀਂ ਡਿਸਕਸ਼ਨ ਕਰ ਰਹੇ ਹਾਂ ਇਹ ਸਾਰੇ ਕਨਵਰਟਡ ਨੇ, ਔਰ ਅਰਬ ਵਾਲਾ ਮੁਸਲਮਾਨ ਇਹਨਾਂ ਨੂੰ ਮੁਸਲਮਾਨ ਹੀ ਨਹੀਂ ਮੰਨਦਾ, ਉਹ ਇਹਨਾਂ ਨੂੰ ਹਿੰਦੂ ਹੀ ਮੰਨਦਾ।
ਉਹ ਇਹਨਾਂ ਨੂੰ ਬਿਲਕੁਲ ਮੁਸਲਮਾਨ ਨਹੀਂ ਮੰਨਦਾ। ਉਹ ਕਹਿੰਦਾ ਇਹ ਮੁਸਲਮਾਨ ਹੈਗੇ ਹੀ ਨਹੀਂ। ਔਰ ਉਹ ਰੈਲਿਟੀ ਵੀ ਇਹੋ ਹੀ ਆ। ਇਹ ਜਦੋਂ ਮੁਗਲ ਇੱਥੇ ਆਏ ਨੇ, ਔਰੰਗਜ਼ੇਬ ਵਗੈਰਾ, ਉਹਨਾਂ ਨੇ ਆਣ ਕੇ ਇਹਨਾਂ ਨੂੰ ਕਨਵਰਟ ਕੀਤਾ ਬਾਬਰ ਹੋਣਾ ਨੇ। ਹੁਣ ਦੇਖੋ ਸਵਾ ਮਣ ਜਨਊ ਤੋਲ ਕੇ ਜਿਹੜੇ ਰਾਤ ਦੀ ਰੋਟੀ ਖਾਂਦੇ ਸੀ, ਇਹ ਹਿੰਦੂਆਂ ਨੇ ਮੁਸਲਮਾਨ ਬਣਾਇਆ ਨਾ ਅਲਟੀਮੇਟਲੀ ਉਹਨਾਂ ਨੇ। ਇਹ ਰੈਲਿਟੀ ਇਹ ਮੁਸਲਮਾਨ ਹੈਗੇ ਹੀ ਨਹੀਂ ਆ। ਔਰ ਇਹ ਬਸ ਇੱਕ ਗਲਤ ਫਹਿਮੀ 'ਚ ਜੀ ਰਿਹਾ ਕਿ ਅਸੀਂ ਮੁਸਲਮਾਨ ਆ। ਇਹ ਆਪਣੀ ਜੜ ਨਾਲ ਜੁੜਨਗੇ। ਔਰ ਮੇਰਾ ਇਹ ਮੰਨਣਾ ਆ ਕਿ ਸੰਧੂ ਸਾਹਿਬ ਇਹ ਸਾਡੇ ਆਪਣੇ ਹੀ ਨੇ। ਇਹਨਾਂ ਨੂੰ ਸ਼ਰਨ 'ਚ ਲੈਣ ਦੀ ਲੋੜ ਹੈ। ਜਿਹੜੇ ਵੀ ਤੁਹਾਡੀ ਸ਼ਰਨ 'ਚ ਆਉਣਾ ਚਾਹੁੰਦੇ, ਇਹਨਾਂ ਨੂੰ ਸ਼ਰਨ 'ਚ ਲੈ ਕਰਕੇ, ਔਰ ਇੱਕ ਜਿਹੜਾ ਹਿੰਦੁਸਤਾਨ ਦੇ ਕਾਨੂੰਨ ਦਾ ਪਾਲਣ ਕਰਨਾ ਚਾਹੁੰਦਾ ਜਾਂ ਹਿੰਦੁਸਤਾਨ ਦੇ ਕਾਨੂੰਨ 'ਚ ਰਹਿਣਾ ਚਾਹੁੰਦਾ, ਉਹਦੇ ਆਦਰ ਕਰਨਾ ਚਾਹੁੰਦਾ, ਤੇ ਉਹਨਾਂ ਨੂੰ ਸ਼ਰਨ 'ਚ ਲੈਣਾ ਮੇਰੇ ਹਿਸਾਬ ਨਾਲ ਸਾਡੇ ਦੇਸ਼ ਵਾਸਤੇ ਵਧੀਆ ਗੱਲ ਹੋਏਗੀ। ਸਾਡੀ ਤਾਕਤ ਵਧੇਗੀ ਔਰ ਹਿੰਦੁਸਤਾਨ ਨੂੰ ਅਖੰਡ ਭਾਰਤ ਦਾ ਜਿਹੜਾ ਸਾਡਾ ਸੁਪਨਾ ਉਹ ਪੂਰਾ ਹੁੰਦਾ ਮੈਨੂੰ ਤੇ ਨਜ਼ਰ ਆ ਰਿਹਾ ਵਾ। ਹਾਲਾਤ ਐਸੇ ਬਣ ਰਹੇ ਨੇ ਔਰ ਇਹਦੇ ਵਿੱਚ ਸਾਡਾ ਤੇ ਕੋਈ ਰੋਲ ਨਹੀਂ। ਉਹ ਆਪਣੀਆਂ ਗਲਤੀਆਂ ਕਰਕੇ ਉਹ ਇਹ ਹਾਲਾਤ ਪੈਦਾ ਹੋਏ ਨੇ। ਪਾਕਿਸਤਾਨ ਦੀਆਂ ਗਲਤੀਆਂ ਨੇ ਇਹਦੇ ਵਿੱਚ, ਹਿੰਦੁਸਤਾਨ ਦਾ ਇਹਦੇ 'ਚ ਹੱਥ ਕੋਈ ਨਹੀਂ। ਕਿ ਨਾ ਪਾਕਿਸਤਾਨ ਦੇ ਵਿੱਚ ਆਰਮੀ ਇੰਨੀ ਹਾਵੀ ਹੋਵੇ ਤੇ ਨਾ ਉਹ ਇਹੋ ਜਿਹੀ ਹਰਕਤਾਂ ਕਰਨ ਤੇ ਨਾ ਲੋਕਾਂ ਦੀ ਮੰਗ ਉਤੋਂ ਉੱਠਦੀ। ਪਰ ਜੇ ਉਹਨਾਂ ਨੇ ਗਲਤੀਆਂ ਕੀਤੀਆਂ ਤੇ ਅੱਜ ਹਿੰਦੁਸਤਾਨ ਦਾ ਮੈਨੂੰ ਉਹ ਸਵਰੂਪ ਅਖੰਡ ਭਾਰਤ ਦਾ, ਇਹ ਤਿੱਬਤ ਤੱਕ ਅਸੀਂ ਦੁਬਾਰਾ ਜਾਵਾਂਗੇ। ਅਫਗਾਨਿਸਤਾਨ ਇਹ ਸਾਡੇ ਹੀ ਸਾਰੇ ਏਰੀਏ ਨੇ ਔਰ ਇਹ ਇੱਕ ਦਿਨ ਹਿੰਦੁਸਤਾਨ ਦਾ ਹੀ ਹਿੱਸਾ ਹੋਣਗੇ ਔਰ ਵਿਸ਼ਾਲ ਹਿੰਦੁਸਤਾਨ ਹੋਏਗਾ ਜਿਹੜਾ ਵਰਲਡ ਤੇ ਰਾਜ ਕਰੇਗਾ ਔਰ ਇਹ ਸਾਰੇ ਉਹਦਾ ਹਿੱਸਾ ਹੋਣਗੇ। ਔਰ ਇਹ ਉਹਨਾਂ ਦੀ ਜ਼ਰੂਰਤ ਵੀ ਹੈ ਸੰਧੂ ਸਾਹਿਬ। ਅਗਰ ਅੱਜ ਉਹ ਹਿੰਦੁਸਤਾਨ ਨਾਲ ਜੁੜਦੇ, ਜਿਸ ਤਰ੍ਹਾਂ ਹਿੰਦੁਸਤਾਨ ਤਰੱਕੀ ਦੀਆਂ ਪੈੜਾਂ ਵੱਲ ਨੂੰ ਵੱਧ ਰਿਹਾ, ਤੇ ਇਹ ਤਰੱਕੀ ਦੀ ਵਧਾਈ ਜਾਂ ਉਸ ਚੀਜ਼ ਦਾ ਜਿਹੜਾ ਐਡਵਾਂਟੇਜ ਆ ਉਹ ਉਹਨਾਂ ਨੂੰ ਵੀ ਮਿਲਣ ਦੇ ਆਸਾਰ ਬਣਨਗੇ ਅਗਰ ਉਹ ਹੋਣਗੇ ਹਿੱਸਾ ਇਸ ਚੀਜ਼ ਦਾ। ਤੇ ਜੇ ਉਹ ਪਾਕਿਸਤਾਨ ਦੇ ਹਿੱਸੇ 'ਚ ਹੀ ਰਹਿ ਗਏ ਤੇ ਫਿਰ ਤੇ ਉਹ ਅੱਜ ਵੀ ਵੇਖੇ ਤੇ ਕੱਲ ਵੀ ਵੇਖੇ ਵਾਲੀ ਪੋਜੀਸ਼ਨ ਆ ਉਹਨਾਂ ਦੀ। ਤੇ ਉਹਨਾਂ ਦੇ ਤੇ ਸੱਤੂ ਵਿਕ ਚੁੱਕੇ ਨੇ ਪਾਕਿਸਤਾਨ ਦੇ। ਸਾਰੇ ਵਰਲਡ 'ਚ ਉਹਨਾਂ ਨੂੰ ਕੋਈ ਮੂੰਹ ਲਾ ਕੇ ਰਾਜੀ ਨਹੀਂ, ਕੋਈ ਉਹਨਾਂ ਨੂੰ ਲੋਨ ਦੇ ਕੇ ਰਾਜੀ ਨਹੀਂ, ਕੋਈ ਉਹਨਾਂ ਦੀ ਬਾਂਹ ਫੜਨ ਨੂੰ ਤਿਆਰ ਨਹੀਂ। ਉਹ ਬਸ ਉਹ ਆਪਣੇ ਹੰਕਾਰ ਦੇ ਵਿੱਚ ਆਪਣਿਆਂ ਨੂੰ ਮਾਰ ਕੇ ਉਹਨੂੰ ਪਾਗਲ ਕੁੱਤੇ ਵਾਲੀ ਹਾਲਾਤ ਉਹਨਾਂ ਦੇ ਬਣ ਗਿਆ ਵੀ ਉਹ ਆਪਣਿਆਂ ਨੂੰ ਵੱਢੀ ਜਾ ਰਹੇ ਨੇ। ਉਹ ਪੋਜੀਸ਼ਨ ਉਹਨਾਂ ਦੀ ਉੱਥੇ ਬਣੀ ਹੋਈ ਆ। ਔਰ ਮੇਰਾ ਇਹ ਮੰਨਣਾ ਕਿ ਬਹੁਤ ਜਲਦ ਪਾਕਿਸਤਾਨ ਮਤਲਬ ਖਤਮ ਹੋ ਜਾਏਗਾ ਸੀਨ ਉਹਨਾਂ ਦਾ ਔਰ ਸਾਰਾ ਹਿੰਦੁਸਤਾਨ ਹੋਏਗਾ ਔਰ ਹਿੰਦੁਸਤਾਨ ਦੀ ਛਤਰ ਛਾਇਆ ਦੇ ਵਿੱਚ ਉੱਥੋਂ ਦੇ ਲੋਕ ਜਿਹੜੇ ਨੇ ਉਹ ਬੜੀ ਤਰੱਕੀ ਕਰਨਗੇ। ਜੀ ਮਹਿੰਦਰੋ ਜੀ, ਥੋੜੀ ਗੱਲ ਹਿੰਦੁਸਤਾਨ ਦੀ ਕਰ ਲਈਏ ਕਿਉਂਕਿ ਅਗਲੀ ਖਬਰ ਵੱਲ ਚੱਲਦੇ ਹਾਂ। ਜੋ ਅੱਜ ਮੌਜੂਦਾ ਹਿੰਦੁਸਤਾਨ ਹੈ ਉਹਦੇ ਬਾਰੇ ਅਮਰੀਕਾ ਦੀ ਵਿੱਤੀ ਸੇਵਾ ਪ੍ਰਦਾਤਾ ਕੰਪਨੀਆਂ ਮਾਰਗਨ ਸਟੈਨਲੀ ਉਹਦੀ ਖਬਰ ਆਈ ਹੈ। ਕਿਉਂਕਿ ਪਿਛਲੇ ਦਿਨਾਂ ਦੇ ਇਹ ਵੀ ਚਰਚਾ ਚੱਲ ਪਈ ਸੀ ਕਿ ਜਿਹੜੀ ਮੌਜੂਦਾ ਕੇਂਦਰ ਸਰਕਾਰ ਹੈ ਉਹ ਚੋਣਾਂ ਜਿਹੜੀਆਂ ਮਿੱਥੇ ਸਮੇਂ ਤੋਂ ਪਹਿਲਾਂ ਕਰਵਾ ਸਕਦੀ ਹੈ। ਮਮਤਾ ਬੈਨਰਜੀ ਉਹਨਾਂ ਦਾ ਬਿਆਨ ਆਇਆ ਸੀ ਕਿ ਦਸੰਬਰ ਵਿੱਚ ਚੋਣਾਂ ਕਰਵਾ ਸਕਦੀ ਸਰਕਾਰ। ਇਹ ਬਿਆਨ ਆਉਣ ਦਾ ਕੀ ਕਾਰਨ ਸੀ ਕਿਹਾ ਨਹੀਂ ਜਾ ਸਕਦਾ, ਪਰ ਜਿਹੜੀ ਉਸ ਨੇ ਰਿਪੋਰਟ ਦਿੱਤੀ ਆ ਮਾਰਗਨ ਸਟੈਨਲੀ ਨੇ, ਉਹ ਕਹਿੰਦੀ ਵੀ ਬਾਜ਼ਾਰ ਇਹ ਮੰਨ ਕੇ ਚੱਲ ਰਿਹਾ ਆ ਕਿ ਚੋਣਾਂ ਜਿਹੜੀਆਂ ਤੈਅ ਸਮੇਂ ਤੋਂ ਨਾ ਤਾਂ ਪਹਿਲਾਂ ਹੋਣੀਆਂ ਤੇ ਨਾ ਹੀ ਉਸ ਤੋਂ ਦੇਰ ਕੀਤੀ ਜਾਣੀਆਂ, ਸਮੇਂ ਤੈਅ ਦੇ ਉੱਤੇ ਹੀ ਹੋਣੀਆਂ। ਨਾਲ ਖਬਰ ਇਹ ਆਈ ਹੈ ਕਿ ਇਹ ਜਿਹੜੀਆਂ ਆਮ ਚੋਣਾਂ ਹੋਣੀਆਂ ਨੇ ਲੋਕ ਸਭਾ ਦੀਆਂ, ਉਹ ਤੋਂ ਪਹਿਲਾਂ ਤੱਕ ਜਿਹੜੇ ਸ਼ੇਅਰ ਬਾਜ਼ਾਰ ਹੈ ਉਹ 10% ਤੱਕ ਜਿਹੜੇ ਆ ਉਹ ਅਪ ਹੋ ਜਾਣਗੇ, ਹੋਰ ਜਿਹੜੇ ਆ ਉਹ ਚੜ ਜਾਣਗੇ। ਕੀ ਪ੍ਰਤੀਕ ਹੈ, ਕਿਸ ਚੀਜ਼ ਵੱਲ ਇਹ ਅੰਕੜੇ ਇਸ਼ਾਰਾ ਕਰਦੇ ਜਾਂਦੇ? ਜਿਹੜਾ ਇਹ ਖਬਰ ਉੱਠੀ ਸੀ ਕਿ ਮੋਦੀ ਸਰਕਾਰ ਸਮੇਂ ਤੋਂ ਪਹਿਲਾਂ ਲੋਕ ਸਭਾ ਦੇ ਇਲੈਕਸ਼ਨ ਕਰਵਾ ਸਕਦੇ ਨੇ, ਉਸ ਦਾ ਕਾਰਨ ਸਿਰਫ ਇਹ ਸੀ ਜੋ INDI ਦਾ ਗਠਬੰਧਨ ਬਣਿਆ ਹੈ ਉਹਨਾਂ ਦੇ ਮਨਾਂ ਦੇ ਵਿੱਚ ਇਹ ਵਹਿਮ ਸੀ ਮੇਰੇ ਮੁਤਾਬਿਕ ਕਿ ਉਹ ਇਹ ਸੋਚਦੇ ਸੀ ਕਿ ਅਸੀਂ ਲੋਕਾਂ ਨੂੰ ਇਹ ਸੁਨੇਹਾ ਦੇਵਾਂਗੇ ਕਿ ਬਈ ਸਾਡੇ ਗਠਬੰਧਨ ਤੋਂ ਡਰਦੀ ਹੋਈ ਭਾਜਪਾ ਸਰਕਾਰ, ਕੇਂਦਰ ਦੀ ਸਰਕਾਰ ਜਿਹੜੀ ਹੈ ਉਹ ਅੱਜ ਦੀ, ਕਿਉਂਕਿ ਅੱਜ ਉਹਨਾਂ ਨੂੰ ਪਤਾ ਹੈ ਕਿ ਮੋਦੀ ਸਰਕਾਰ ਦੀ ਮਜ਼ਬੂਤੀ ਜਿਹੜੀ ਹੈ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਹੈ। ਅੱਜ ਲੋਕਾਂ ਦੀ ਪਸੰਦ ਜਿਹੜੀ ਹੈ ਪ੍ਰਧਾਨ ਮੰਤਰੀ ਦੇ ਚਿਹਰੇ ਲਈ ਸਭ ਤੋਂ ਵੱਧ ਜਿਹੜਾ ਉਹ ਸ਼੍ਰੀ ਨਰਿੰਦਰ ਮੋਦੀ ਹੈ। ਤਾਂ ਉਹਨਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਲੋਕਾਂ ਤੱਕ ਇਹ ਮੈਸੇਜ ਪਹੁੰਚਾਈਏ ਕਿ ਸਾਡੇ ਐਡੀ ਵੱਡੀ ਟੀਮ ਨੂੰ ਦੇਖਦੇ ਹੋਏ, ਐਡੇ ਦਲਾਂ ਦਾ ਗਠਨ ਨੂੰ ਦੇਖਦੇ ਹੋਏ, ਤੇ ਸ਼ਾਇਦ ਇਹਨਾਂ ਨੂੰ ਇਹ ਲੱਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਕੁਝ ਇਸ ਤਰ੍ਹਾਂ ਦਾ ਡਰ ਇਹਨਾਂ ਦੇ ਮਨ ਦੇ ਵਿੱਚ ਹੋਵੇਗਾ ਤੇ ਇਹ ਸ਼ਾਇਦ ਅੱਜ ਦੀ ਆਪਣੀ ਮਜ਼ਬੂਤੀ ਦੇ ਫਾਇਦੇ ਨੂੰ ਲੈਣ ਦੇ ਲਈ ਇਲੈਕਸ਼ਨ ਪਹਿਲਾਂ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਪਰ ਜੋ ਇਹ ਰਿਪੋਰਟ ਆਈ ਹੈ ਉਸ ਰਿਪੋਰਟ ਦੇ ਮੁਤਾਬਿਕ ਉਹਨਾਂ ਨੇ ਅੰਦਰੂਨੀ ਤੌਰ ਤੇ ਵੀ ਔਰ ਜ਼ਮੀਨੀ ਪੱਧਰ ਦੇ ਉੱਤੇ ਵੀ ਇਹ ਸਰਵੇ ਕਰਕੇ
ਇਹ ਜਿਹੜੀ ਸਾਰੀ ਜਾਣਕਾਰੀ ਇਕੱਠੀ ਕਰਕੇ ਇੱਕ ਖਬਰ ਦਿੱਤੀ ਹੈ ਕਿ ਇਸ ਤਰ੍ਹਾਂ ਦਾ ਨਾ ਤਾਂ ਕੋਈ ਡਰ ਵਾਲਾ ਵਹਿਮ ਹੈ ਤੇ ਨਾ ਕੋਈ ਹੋਰ ਹੈ, ਤੇ ਜੋ ਮੋਦੀ ਸਰਕਾਰ ਦੀ ਸਮੇਂ ਦੇ ਮੁਤਾਬਿਕ, ਜੋ ਸੰਵਿਧਾਨ ਦੇ ਮੁਤਾਬਿਕ ਪ੍ਰਕਿਰਿਆ ਹੈ, ਉਸ ਦੇ ਮੁਤਾਬਿਕ ਹੀ ਇਲੈਕਸ਼ਨ ਹੋਣਗੇ ਤੇ ਉਸ ਦੇ ਮੁਤਾਬਿਕ ਹੀ ਸਾਰਾ ਕੁਝ ਹੋਏਗਾ। ਤੇ ਬਾਕੀ ਥੋੜਾ ਸਮਾਂ ਹੋਰ ਹੈ ਜੀ, ਤੁਸੀਂ ਦੇਖ ਹੀ ਰਹੇ ਹੋ ਕਿ ਇਹ ਜਿੰਨੇ ਵੀ ਗਠਬੰਧਨ ਬਣਿਆ ਹੈ, ਇਹ ਗਠਬੰਧਨ ਦਾ ਕਾਰਨ ਲੋਕਾਂ ਨੂੰ ਵੀ ਪਤਾ ਹੈ ਤੇ ਇਹਨਾਂ ਗਠਬੰਧਨ ਵਾਲੀਆਂ ਪਾਰਟੀਆਂ ਨੂੰ ਵੀ ਪਤਾ ਹੈ ਕਿ ਇਸ ਗਠਬੰਧਨ ਦਾ ਕਾਰਨ ਕੀ ਹੈ। ਤੇ ਇਸ ਕਰਕੇ ਥੋੜੀ ਦੇਰ ਹੋਰ ਹੈ, ਜਿਸ ਦਿਨ ਚੋਣਾਂ ਦੇ ਰਿਜ਼ਲਟ ਆ ਜਾਣਗੇ ਉਸ ਤੋਂ ਬਾਅਦ ਤੁਸੀਂ ਦੇਖਣਾ ਕਿ ਇਹ ਗਠਬੰਧਨ ਦਾ ਵੀ ਜਿਹੜਾ ਹੈ ਫਿਰ ਉਹ ਗੱਠਾਂ ਖੋਲੀਆਂ ਸ਼ੁਰੂ ਹੋ ਜਾਣਗੀਆਂ ਤੇ ਸਾਰੇ ਜਿਹੜੇ ਹੈ ਦੁਬਾਰਾ ਆਪਣੇ ਆਪਣੇ ਏਰੀਏ ਦੇ ਵਿੱਚ, ਆਪਣੇ ਆਪਣੇ ਦਲ ਦੇ ਵਿੱਚ ਫਿਰ ਆਪਣਾ ਕੰਮ ਕਰਨ ਲੱਗ ਜਾਣਗੇ। ਜੀ ਕਮਲ ਮੰਜ਼ਲ ਜੀ, ਪਿਛਲੇ ਦਿਨੀ ਖਬਰ ਆਈ ਸੀ ਇੱਕ ਕਿ ਪੰਚਾਇਤਾਂ ਭੰਗ ਦਿੱਤੀਆਂ ਪੰਜਾਬ ਸਰਕਾਰ ਨੇ। 20 ਦਿਨ ਲੰਘੇ, ਅਦਾਲਤ ਵਿੱਚ ਕੇਸ ਚਲਾਇਆ ਤੇ ਰੌਲਾ ਵੀ ਰੱਪਾ ਵੀ ਪਿਆ ਸਿਆਸੀ ਤੌਰ ਤੇ ਫਿਰ ਸਰਕਾਰ ਨੇ ਅਚਾਨਕ ਫੈਸਲਾ ਵਾਪਸ ਲੈ ਲਿਆ। ਕਹਿੰਦੇ ਜੀ ਜਿਹੜੇ ਅਧਿਕਾਰੀਆਂ ਨੇ ਇਹ ਫੈਸਲਾ ਕੀਤਾ ਸੀ ਅਸੀਂ ਉਹਨਾਂ ਨੂੰ ਮੁਅੱਤਲ ਕਰ ਦਿੱਤਾ, ਇਹ ਮੁੜ ਕੇ ਪੰਚਾਇਤਾਂ ਬਹਾਲ ਕਰ ਦਿੱਤੀਆਂ ਨੇ। ਤੇ ਹੁਣ ਇੱਕ ਹੋਰ ਫੈਸਲਾ ਆ ਗਿਆ, ਕਹਿੰਦੇ ਜੀ ਹੁਣ ਪੰਚਾਇਤਾਂ ਜਿਹੜੀਆਂ ਉਹਨਾਂ ਨੂੰ ਮਰਜ ਕਰਨ ਦੀ ਤਿਆਰੀ ਹੈ। ਕਹਿੰਦੇ ਕੁਛ ਪਿਛਲੇ ਅਰਸੇ ਦੌਰਾਨ ਜਿਹੜੇ ਡੇਰੇ ਸੀ ਜਾਂ ਛੋਟੇ ਛੋਟੇ ਪਿੰਡ ਸੀ, ਇਸ ਤਰ੍ਹਾਂ ਦੇ ਹੋਰ ਬਹੁਤ ਸਾਰੀਆਂ ਮਿਸਾਲਾਂ ਨੇ। ਕੋਈ ਫੈਕਟਰੀ ਦਾ ਏਰੀਆ ਜਿਹੜਾ ਉਹਨੂੰ ਪੰਚਾਇਤ ਐਲਾਨ ਦਿੱਤਾ ਤੇ ਉਹਨੂੰ ਫੰਡ ਜਿਹੜੇ ਵੱਖਰੇ ਜਾਰੀ ਕਰਨੇ ਸ਼ੁਰੂ ਕਰਤੇ ਕਿ ਇੱਥੇ ਜੀ ਤੁਸੀਂ ਆਪਣਾ ਜਿਹੜਾ ਡਿਵੈਲਪਮੈਂਟ ਕਰ ਲਿਓ। ਉਹਦਾ ਜਿਹੜਾ ਫੰਡ ਜ਼ਿਆਦਾ ਜਾਣ ਲੱਗ ਗਿਆ ਸੀ। 13,241 ਪੰਚਾਇਤਾਂ ਬਣ ਚੁੱਕੀਆਂ ਨੇ। ਕਹਿੰਦੇ ਉਹ ਚ ਘੱਟੋ ਘੱਟ 1,000 ਪੰਚਾਇਤ ਜਿਹੜੀ ਹੈ ਘੱਟ ਕਰਨ ਦੀ ਤਿਆਰੀ ਹੈ। ਦੱਸਿਆ ਇਹ ਜਾ ਰਿਹਾ, ਖਬਰ ਕਹਿੰਦੀ ਹੈ ਕਿ ਇਸ ਕਰਕੇ ਘੱਟ ਕੀਤੀ ਜਾ ਰਹੀ ਹੈ ਕਿ ਜਿੱਦਾਂ ਹੁਣ ਪੰਜਾਬ ਸਰਕਾਰ ਕਹਿੰਦੀ ਹੈ ਕਿ ਜੀ 5-5 ਲੱਖ ਰੁਪਈਆ ਵਾਧੂ ਗ੍ਰਾਂਟ ਦੇਵਾਂਗੇ ਜਿਹੜੇ ਸਰਬਸੰਮਤੀ ਨਾਲ ਪੰਚਾਇਤ ਚੁਣਨਗੇ। ਕਹਿੰਦੇ ਜਿਹੜੇ ਹੈ ਹੀ ਡੇਰੇ ਆ, 2 ਜਾਂ 4 ਘਰ ਆ ਜਿਨ੍ਹਾਂ ਨੂੰ ਪੰਚਾਇਤ ਐਲਾਨਿਆ ਹੋਇਆ, ਉਹ ਤੇ ਸਰਬਸੰਮਤੀ ਕਰ ਲੈਂਦੇ ਸੀ। 5-5 ਲੱਖ ਰੁਪਈਆ ਉਹਨਾਂ ਨੂੰ ਵੀ ਵੱਖਰਾ ਜਿਹੜਾ ਉਹ ਦੇਣਾ ਪੈਂਦਾ ਸੀਗਾ ਤੇ ਏਦਾਂ ਜਿਹੜਾ ਬਹੁਤ ਜ਼ਿਆਦਾ ਜਿਹੜਾ ਬਜਟ ਜਿਹੜਾ ਹੋਰ ਚੱਲਦਾ ਸੀ ਤੇ ਵਾਧੂ ਪੰਚਾਇਤਾਂ ਕਰਕੇ ਜ਼ਿਆਦਾ ਜਿਹੜਾ ਬਜਟ ਅਲਾਟ ਕਰਨਾ ਪੈਂਦਾ ਸੀ। ਸਰਕਾਰ ਇਹਨੂੰ ਕਹਿੰਦੇ ਬਜਟ ਜਿਹੜਾ ਉਹ ਬਚਾਉਣ ਦੀ ਤਿਆਰੀ ਜਾਪਦੀ ਕਰਦੀ, ਪਰ ਇਹਦੇ ਫੈਸਲਾ ਜਿਹੜਾ ਲੈਣ ਵਾਸਤੇ ਉਹਦੇ ਵਾਸਤੇ ਕਹਿੰਦੇ ਮੰਥਨ ਸ਼ੁਰੂ ਹੋ ਗਿਆ। ਕਹਿੰਦੇ ਸਰਕਾਰ ਇਹਦੇ ਕਾਨੂੰਨੀ ਪੱਖ ਨੂੰ ਜ਼ਰੂਰ ਵਿਚਾਰੂਗੀ ਕਿ ਇਹ ਨਾ ਹੋਵੇ ਪਹਿਲਾਂ ਵਾਂਗੂ ਠੋਕੇ ਚੱਟਣ ਵਾਲੀ ਗੱਲ ਆ ਜਾਵੇ। ਕਿਵੇਂ ਦੇਖਦੇ ਸੰਧੂ ਸਾਹਿਬ, ਇੱਕ ਕਹਾਵਤ ਆ, ਕਹਿੰਦੇ ਭੁੱਖੇ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ। ਮੈਨੂੰ ਤੇ ਇਹਨਾਂ ਦੀਆਂ ਹਰਕਤਾਂ ਕੁਝ ਏਦਾਂ ਦੀਆਂ ਹੀ ਲੱਗਦੀਆਂ ਨੇ ਵੀ ਇਹਨਾਂ ਨੇ ਸਾਬਤ ਕੀ ਕਰਨਾ, ਅਜੇ ਤੱਕ ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ। ਚਲੋ ਸਾਡੇ 2 ਸੀਨੀਅਰ ਅਫਸਰ ਨੇ, ਬੜੇ ਮਾਨ ਸਤਿਕਾਰ ਵਾਲੇ ਅਫਸਰ ਨੇ, ਜਿਨ੍ਹਾਂ ਨੂੰ ਇਹਨਾਂ ਨੇ ਸਸਪੈਂਡ ਕਰ ਦਿੱਤਾ, IAS ਅਫਸਰਾਂ ਨੂੰ, ਇੱਕ ਡਾਇਰੈਕਟਰ ਸਾਹਿਬ ਤੇ ਇੱਕ ਚੀਫ ਸੈਕਟਰੀ ਸਾਹਿਬ। ਪਰ ਮੇਰਾ ਇਹ ਮੰਨਣਾ ਵੀ ਉਹਦੇ ਵਿੱਚ ਤੁਹਾਡੇ ਕੈਬਨਿਟ ਮੰਤਰੀ ਜਿਹੜੇ ਤੁਹਾਡੇ ਪੰਚਾਇਤਾਂ ਦੇ ਨੇ ਉਹਨਾਂ ਦੇ ਵੀ ਸਾਈਨ ਹੋਏ ਨੇ ਤੇ ਮੁੱਖ ਮੰਤਰੀ ਸਾਹਿਬ ਦੇ ਆਪਣੇ ਵੀ ਸਾਈਨ ਹੋਏ, ਤੇ ਇਹ 2 ਬੰਦੇ ਕਿਉਂ ਛੱਡ ਦਿੱਤੇ ਗਏ ਜੀ? ਅਗਰ ਉਹ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਇਕੱਲੇ ਅਫਸਰਾਂ ਨੇ ਲਿਆ ਸੀ, ਤੁਹਾਡੇ ਕੋਈ ਸਾਈਨ ਨਹੀਂ ਸੀ ਕਿ ਉਹਨਾਂ ਦੇ ਵਿੱਚ, ਨਾ ਮੁੱਖ ਮੰਤਰੀ ਨੇ ਸਾਈਨ ਕੀਤੇ ਹੋਣ ਤੇ ਨਾ ਹੀ ਉਹਦੇ 'ਚ ਤੁਹਾਡੇ ਪੰਚਾਇਤੀ ਮੰਤਰੀ ਨੇ ਸਾਈਨ ਕੀਤੇ, ਤੇ ਪੰਚਾਇਤਾਂ ਭੰਗ ਹੋ ਗਈਆਂ, ਫਿਰ ਤੇ ਉਹ ਅਫਸਰਾਂ ਦੇ ਗਾਜ ਡਿੱਗਣੀ ਜਾਇਜ਼ ਸੀਗੀ। ਤੇ ਜਦੋਂ ਮੁੱਖ ਮੰਤਰੀ ਵੀ ਮਨਜ਼ੂਰੀ ਦੇ ਰਿਹਾ, ਉਹਨੂੰ ਕੈਬਨਿਟ ਮੰਤਰੀ ਵੀ ਮਨਜ਼ੂਰੀ ਦੇ ਰਿਹਾ, ਤੇ ਫਿਰ ਅਫਸਰ ਹੀ ਕਿਉਂ ਛਿੱਕੇ ਟੰਗੇ ਜਾਣ? ਕੈਬਨਿਟ ਮੰਤਰੀ ਤੇ ਮੁੱਖ ਮੰਤਰੀ ਕਿਉਂ ਨਾ ਟੰਗਿਆ ਜਾਵੇ? ਇਹ ਦੋਹਰੇ ਮਾਪਦੰਡ ਨੇ ਇਹਨਾਂ ਦੇ ਸੰਧੂ ਸਾਹਿਬ। ਇਹ ਨਾ ਹੁਣ ਬਦਲਾ ਲੈਣ ਦੀ ਨੀਤੀ 'ਚ ਵੀ ਸਾਡਾ ਇਹ ਫੈਸਲਾ ਕੋਰਟ ਨੇ ਰਿਜੈਕਟ ਕਰ ਦਿੱਤਾ, ਉਹ ਹੁਣ ਜਿਵੇਂ ਪਜ਼ਲ ਹੋਏ ਪਏ ਨੇ ਤੇ ਕੁਝ ਕਰਨਾ ਚਾਹੁੰਦੇ ਨੇ। ਮੈਂ ਇੱਕ ਬੇਨਤੀ ਕਰਾਂਗਾ, ਭਗਵੰਤ ਸਿੰਘ ਮਾਨ ਜੀ, ਤੁਸੀਂ ਮੁੱਖ ਮੰਤਰੀ ਹੋ ਪੰਜਾਬ ਦੇ ਹਿੱਤ ਵੇਖੋ। ਹਰ ਵੇਲੇ ਤੁਸੀਂ ਕੋਈ ਨਾ ਕੋਈ ਕੰਟਰੋਵਰਸੀ ਖੜੀ ਕਰਨ ਦੇ ਵਿੱਚ ਹੀ ਬਲੀਵ ਕਰਦੇ ਹੋ, ਉਹ ਤੁਹਾਨੂੰ ਸ਼ੋਭਾ ਨਹੀਂ ਦਿੰਦਾ। ਮੁੱਖ ਮੰਤਰੀ ਨੂੰ ਮੁੱਖ ਮੰਤਰੀ ਵਾਲੇ ਕੰਮ ਕਰਨੇ ਚਾਹੀਦੇ ਨੇ, ਪਹਿਲਾਂ ਤੇ ਡਿਸਮਿਸ ਹੀ ਨਹੀਂ ਕਰਨੀਆਂ ਚਾਹੀਦੀਆਂ ਪੰਚਾਇਤਾਂ। ਤੁਸੀਂ ਭੰਗ ਕਰ ਦਿੱਤੀਆਂ, ਫਿਰ ਫੈਸਲਾ ਵਾਪਸ ਲੈ ਲਿਆ, ਤੇ ਹੁਣ ਫਿਰ ਇਹ 1000 ਪੰਚਾਇਤ ਨੂੰ ਮਰਜ ਕਰ ਦੇਣਾ ਜੀ ਅਸੀਂ। ਉਹ ਭਾਈ ਜੇ ਬਣੀਆਂ ਨੇ ਤੇ ਕੋਈ ਕਾਰਨ ਹੀ ਹੋਊਗਾ ਤਾਂ ਹੀ ਪੰਚਾਇਤਾਂ ਬਣੀਆਂ ਨੇ। ਇਹ ਜਿਹੜੀਆਂ ਇਹਨਾਂ ਦੀਆਂ ਹਾਸੋਹੀਣੀਆਂ ਗੱਲਾਂ ਨੇ ਨਾ, ਇਹ ਪੰਜਾਬ ਦਾ ਅਕਸ ਵਿਗਾੜ ਰਹੀਆਂ ਨੇ, ਪੰਜਾਬ ਦੇ ਮਾਣ ਮੱਤੇ ਨੂੰ, ਸ਼ਾਨ ਨੂੰ ਘਟਾ ਰਹੀਆਂ ਨੇ। ਔਰ ਮੁੱਖ ਮੰਤਰੀ ਪਤਾ ਨਹੀਂ ਕਿ ਜਿਸ ਤਰ੍ਹਾਂ ਬੱਚੇ ਹਰਕਤਾਂ ਕਰਦੇ ਨੇ ਉਸ ਤਰ੍ਹਾਂ ਦੀਆਂ ਹਰਕਤਾਂ ਦੇ ਮੁੱਖ ਮੰਤਰੀ ਸਾਹਿਬ ਆ ਜਾਂਦੇ ਨੇ। ਮੁੱਖ ਮੰਤਰੀ ਸਾਹਿਬ, ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਮੁੱਖ ਮੰਤਰੀ ਵਾਲੇ ਔਰੇ 'ਚ ਪਤਾ ਨਹੀਂ ਕਦੋਂ ਆਣਾ। ਉਹ 2 ਸਾਲ ਤੁਹਾਡੇ ਲੰਘ ਗਏ ਨਾ, ਹੁਣ ਤੇ ਗਿਣਤੀ ਮਿਣਤੀ ਦੇ ਦਿਨ ਰਹਿ ਜਣੇ ਨੇ ਮਗਰ। ਤੇ ਜੇ ਮੋਦੀ ਸਾਹਿਬ ਨੇ ਕਿਤੇ 1 ਨੇਸ਼ਨ ਤੇ 1 ਇਲੈਕਸ਼ਨ ਵਾਲਾ ਕੰਮ ਕਰ ਦਿੱਤਾ ਤੇ ਤੁਹਾਡਾ ਚੈਪਟਰ ਸਭ ਤੋਂ ਕਾਲੇ ਅੱਖਰਾਂ 'ਚ ਲਿਖਿਆ ਜਾਣਾ ਪੰਜਾਬ ਦੇ ਵਿੱਚ। ਤੇ ਮੇਰੀ ਬੇਨਤੀ ਹੈ, ਕੁਛ ਚੰਗਾ ਕਰਕੇ ਜਾਓ ਵੀ ਜਿਹਦੇ ਨਾਲ ਤੁਹਾਡਾ ਇੱਜ਼ਤ ਮਾਣ ਜਿਹੜਾ ਬਣਿਆ, ਦੁਬਾਰਾ ਤੁਸੀਂ ਆਉਣਾ ਨਹੀਂ ਕਦੀ ਵੀ। ਇਹ ਗੱਲ ਦੀ ਗਰੰਟੀ ਹੈ, ਜਿੰਨੇ ਕੁ ਪੰਜਾਬ ਦੇ ਲੋਕ ਸਤੇ ਹੋਏ ਨੇ।
ਬਟ ਜਿਹੜਾ ਤੁਹਾਡੇ ਕੋਲ ਸਮਾਂ ਹੈਗਾ, ਜਿਹੜਾ ਤੁਹਾਨੂੰ ਗਲਤੀ ਪੰਜਾਬ ਦੇ ਲੋਕਾਂ ਕੋਲ ਹੋ ਕਰਕੇ ਤੁਹਾਨੂੰ ਸਮਾਂ ਮਿਲ ਗਿਆ, ਉਹਦੇ 'ਚ ਕੁਝ ਚੰਗਾ ਕਰ ਦਿਓ ਕਿ ਤੁਹਾਨੂੰ ਅਸੀਂ ਚੰਗੀ ਨਿਗਾਹ ਨਾਲ ਯਾਦ ਕਰੀਏ। ਹਰ ਵੇਲੇ ਕੰਟਰੋਵਰਸੀ ਤਿਆਰ ਕਰਨੀ, ਹਰ ਕੰਮ 'ਚ ਵਿਘਨ ਪਾਉਣਾ, ਇਹ ਮੁੱਖ ਮੰਤਰੀ ਦਾ ਕੰਮ ਨਹੀਂ। ਮੁੱਖ ਮੰਤਰੀ ਦਾ ਕੰਮ ਇਹ ਬਣਦਾ ਕਿ ਜਿਸ ਤਰ੍ਹਾਂ ਤਰੱਕੀ 1000 ਕਰੋੜ ਰੁਪਈਆ ਜਿਹੜੀਆਂ ਪੰਚਾਇਤਾਂ ਦੇ ਅਕਾਊਂਟ 'ਚ ਪਿਆ, 1200-1300 ਪੰਚਾਇਤਾਂ ਦੇ 1000 ਕਰੋੜ ਰੁਪਈਆ ਹਰ ਪੰਚਾਇਤ ਦਾ ਹੱਕ ਪੰਜਾਬ ਸਰਕਾਰ ਪੰਚਾਇਤੀ ਵਿਭਾਗ ਦੇ ਅਕਾਊਂਟ ਦੇ ਵਿੱਚ ਪਿਆ, ਤੇ ਉਹ ਪੰਚਾਇਤਾਂ ਨੂੰ ਅਸੀਂ 5-5 2-2 ਲੱਖ ਰੁਪਏ ਦੀਆਂ ਗੱਲਾਂ ਕਰਕੇ, ਇਹੋ ਜਿਹੀਆਂ ਨਿੱਕੀਆਂ ਗੱਲਾਂ ਕਰਕੇ ਵੀ ਉਹ ਸਰਬਸੰਮਤੀ ਕਰ ਲੈਂਦੇ, ਉਹਨਾਂ ਨੂੰ 5 ਲੱਖ ਦੇਣਾ ਪੈਂਦਾ ਤੇ ਉਹ ਪੰਚਾਇਤਾਂ ਹੀ ਭੰਗ ਕਰਕੇ ਮਰਜ ਕਰ ਦਈਏ। ਇਹ ਪਤਾ ਨਹੀਂ ਕਿਸ ਤਰ੍ਹਾਂ ਦੀਆਂ ਗੱਲਾਂ ਮੁੱਖ ਮੰਤਰੀ ਸਾਹਿਬ ਕਰਦੇ ਨੇ, ਮੇਰੀ ਤੇ ਸਮਝ ਤੋਂ ਪਰੇ ਹੋ ਜਾਂਦੀਆਂ ਨੇ ਇਹਨਾਂ ਦੀਆਂ ਗੱਲਾਂ। ਜੀ ਮਹਿੰਦਰੋ ਜੀ, ਮੰਜਾ ਸਾਹਿਬ ਹੁਣੇ ਗੱਲ ਕਰ ਰਹੇ ਸੀ ਕਿ ਸਮਝ ਨਹੀਂ ਆਉਂਦੀ ਨੀਤੀਆਂ ਦੀ, ਤੇ ਅੜਚਣਾਂ ਜਿਹੜੀਆਂ ਨਵੀਆਂ ਦੇ ਨਵੀਆਂ ਪਾਉਣ ਦੇ ਵਾਸਤੇ ਇਹਦਾ ਕਹਿੰਦੇ ਸਰਕਾਰ ਕੋਸ਼ਿਸ਼ ਕਰਦੀ ਰਹਿੰਦੀ ਹੈ। ਪਰ ਸਰਕਾਰ ਦੂਜੇ ਪਾਸੇ ਦੇਖੀਏ, ਸਰਕਾਰ ਰਸਤੇ ਵੀ ਖਿਲਾਉਂਦੀ ਹੈ, ਕੋਸ਼ਿਸ਼ ਕਰਦੀ ਹੈ ਕਿ ਆਮ ਲੋਕਾਂ ਦੇ ਲਈ ਜਿਹੜਾ ਰਸਤਾ ਖੁੱਲ ਜਾਵੇ, ਭਾਵੇਂ ਦੇਰ ਸਹੀ। ਪਰ ਆਖਿਰ ਨੂੰ ਖਬਰ ਇਹ ਵੀ ਆ ਗਈ ਹੈ ਕਿ ਜਿਹੜੇ ਬੰਦੀ ਸਿੱਖਾਂ ਦੀ ਰਿਹਾਈ ਦੇ ਨਾਂ ਤੇ 7 ਜਨਵਰੀ ਤੋਂ ਸੜਕ ਬੰਦ ਕੀਤੀ ਗਈ ਸੀ, ਸੈਕਟਰ 43-44 ਚੰਡੀਗੜ੍ਹ ਨਾਲ ਮੋਹਾਲੀ ਦੇ ਵਿਚਾਲੇ, ਕਹਿੰਦੇ ਉਹ ਸੜਕ ਜਿਹੜੀ ਆ ਉਹਦਾ ਅੱਧਾ ਹਿੱਸਾ ਜਿਹੜਾ, ਇੱਕ ਪਾਸਾ ਹਿੱਸਾ ਜਿਹੜਾ ਉਹ ਪੁਲਿਸ ਜਿਹੜੀ ਖੁਲਵਾਉਣ ਵਿੱਚ ਜਿਹੜੀ ਕਾਮਯਾਬ ਹੋ ਗਈ ਹੈ। ਪਰ ਨਾਲ ਦੀ ਨਾਲ ਦੂਜੇ ਪਾਸੇ ਖਬਰ ਇੱਕ ਹੋਰ ਵੀ ਆ ਰਹੀ ਹੈ ਕਿ ਪਤਾ ਨਹੀਂ ਕਿਉਂ ਜਦੋਂ ਵੀ ਕੋਈ ਵੱਡਾ ਇਵੈਂਟ ਹੋਣਾ ਹੁੰਦਾ ਦੇਸ਼ ਦੇ ਵਿੱਚ, ਜਿਵੇਂ ਹੁਣ G20 ਆ ਗਿਆ, ਹੁਣ ਕਹਿੰਦੇ G20 ਦੇ ਖਿਲਾਫ ਉੱਤਰ ਭਾਰਤ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਪ੍ਰਦਰਸ਼ਨ ਕਰਨ ਦੀ ਤਿਆਰੀ ਕਰੀ ਜਾਂਦੀਆਂ। ਇੱਕ ਪਾਸੇ ਦਿੱਲੀ ਦੇ ਵਿੱਚ ਹਵਾਈ ਜਿਹੜੀ ਆਵਾਜਾਈ ਉਹਨੂੰ ਵੀ ਬੰਦ ਹੈ ਤੇ ਰੇਲਵੇ ਵੀ ਬੰਦ, ਜਿਹੜਾ ਸਭ ਕੁਝ ਸਰਕਾਰ ਨੇ ਕਰਨਾ, ਤੇ ਜਿਹੜਾ ਉੱਤਰ ਭਾਰਤ ਦੇ ਬਾਕੀ ਹਰਿਆਣਾ ਤੇ ਪੰਜਾਬ ਦੇ ਸੂਬੇ ਆ ਇਹਦੇ ਵਿੱਚ ਕਹਿੰਦੇ ਕਿਸਾਨ ਜਥੇਬੰਦੀਆਂ ਕਹਿੰਦੇ ਅਸੀਂ ਟ੍ਰੇਨਾਂ ਬੰਦ ਜਿਹੜੀਆਂ ਕਰ ਦੇਣੀਆਂ 3 ਦਿਨ ਲਈ। ਇਹ ਕੀ ਚੱਲ ਰਿਹਾ? ਇਹਦਾ ਅਰਥੀ ਫੂਕ ਮੁਜ਼ਾਹਰਾ ਕਰਨਾ, G20 ਦੇ ਖਿਲਾਫ ਜਿਹੜਾ ਅਰਥੀ ਫੂਕ ਪ੍ਰਦਰਸ਼ਨ ਆ ਉਹਦਾ ਕੀ ਜਿਹੜਾ ਭਾਵ ਹੈ? ਕਿਉਂਕਿ ਕੋਸ਼ਿਸ਼ ਕੀਤੀ ਹੈ ਜਿਹੜੀ ਕਿਸਾਨਾਂ ਦੇ ਤੇ ਅਫਸਰਾਂ ਦੀ ਜਿਹੜੀ 2 ਘੰਟੇ ਮੀਟਿੰਗ ਚੱਲੀ, ਪਰ ਨਤੀਜਾ ਕੋਈ ਨਹੀਂ ਨਿਕਲਿਆ। ਇਹ ਕੀ ਹੈ, ਕਿਵੇਂ ਦੇਖਦੇ ਹੋ ਮਹਿੰਦਰ ਜੀ? ਸੰਧੂ ਸਾਹਿਬ, ਗੱਲ ਇਹ ਹੈ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਨਾ ਜੀ, ਜਦੋਂ ਪਿੱਛੇ ਦਿੱਲੀ ਦੇ ਬਾਰਡਰ ਦੇ ਉੱਤੇ ਜਿਹੜਾ ਧਰਨਾ ਲੱਗਿਆ ਕਿਸਾਨਾਂ ਦੇ ਵੱਲੋਂ, ਜਿਹੜੇ 3 ਐਗਰੀਕਲਚਰ ਬਿੱਲ ਜਿਹੜੇ ਆਏ ਸੀ ਉਹਨਾਂ ਦੇ ਉੱਤੇ, ਉਦੋਂ ਤੋਂ ਬਾਅਦ ਕਿਸਾਨ ਜਥੇਬੰਦੀਆਂ ਬਹੁਤ ਹਾਵੀ ਹੋ ਗਈਆਂ ਸਰਕਾਰ ਦੇ ਉੱਤੇ, ਖਾਸ ਕਰਕੇ ਪੰਜਾਬ ਸਰਕਾਰ ਦੇ ਉੱਤੇ। ਉਸ ਤੋਂ ਬਾਅਦ ਕੇਂਦਰ ਸਰਕਾਰ ਦੇ ਨਾਲ ਕਿਸਾਨ ਜਥੇਬੰਦੀਆਂ, ਖਾਸ ਕਰਕੇ ਪੰਜਾਬ ਤੇ ਹਰਿਆਣਾ ਤੇ 1-2 ਸਟੇਟਾਂ ਹੋਰ ਉੱਤਰ ਭਾਰਤ ਦੀਆਂ, ਬਾਕੀ ਕੰਟਰੀ ਦੀਆਂ ਜਿਹੜੀਆਂ ਸਟੇਟਾਂ ਆ ਉਹਨਾਂ ਦੇ ਵਿੱਚੋਂ ਕਿਸਾਨ ਜਿਹੜੇ ਹੈ ਉਸ ਦੇ ਹੱਕ ਦੇ ਵਿੱਚ ਗੱਲ ਕਰਦੇ ਨੇ, ਕਿਉਂਕਿ ਪੰਜਾਬ ਤੇ ਹਰਿਆਣੇ ਦਾ ਜਿਹੜਾ ਕਿਸਾਨ ਹੈ, ਮੈਂ ਸਮਝਦਾ ਇਹ ਉਹਨਾਂ ਦੀ ਆਰਥਿਕ ਸਥਿਤੀ ਜਿਹੜੀ ਹੈ ਬਹੁਤ ਮਜ਼ਬੂਤ ਹੈਗੀ ਆ ਪੰਜਾਬ ਔਰ ਹਰਿਆਣਾ ਦੇ ਕਿਸਾਨਾਂ ਦੀ ਬਾਕੀ ਜਿਹੜੇ ਹੈ ਸਟੇਟਾਂ ਦੇ ਕਿਸਾਨਾਂ ਦੇ ਨਾਲੋਂ। ਆਰਥਿਕ ਸਥਿਤੀ ਮਜ਼ਬੂਤ ਹੋਣ ਕਰਕੇ ਇਹ ਬਹੁਤ ਆਪਣੇ ਪ੍ਰਦਰਸ਼ਨ ਜਿਹੜੇ ਹੈ ਜ਼ਿਆਦਾ ਕਰ ਰਹੇ ਆ। ਹਾਲਾਂਕਿ ਅਸੀਂ ਤੁਹਾਡੇ ਰਾਹੀਂ ਔਰ ਤੁਹਾਡੇ ਚੈਨਲ ਦੇ ਰਾਹੀਂ ਹਮੇਸ਼ਾ ਇਹ ਗੱਲ ਕਰਦੇ ਹਾਂ ਕਿ ਸਰਕਾਰ ਨੂੰ ਆਪਣੇ ਨੁਮਾਇੰਦਿਆਂ ਦੇ ਰਾਹੀਂ ਜਿਹੜੀਆਂ ਵੀ ਜਥੇਬੰਦੀਆਂ ਐਸੀਆਂ ਨੇ ਜਿਨ੍ਹਾਂ ਦੀਆਂ ਕੋਈ ਮੁਸ਼ਕਲਾਂ ਨਹੀਂ, ਜਾਇਜ਼ ਮੁਸ਼ਕਲਾਂ ਨੇ, ਉਹਨਾਂ ਦੇ ਲਈ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਬੈਠ ਕੇ ਹੱਲ ਹੋਣੇ ਚਾਹੀਦੇ ਨੇ। ਪਰ ਕਿਸਾਨਾਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਰੋਜ਼ ਅਗਰ ਤੁਸੀਂ ਧਰਨੇ ਲਾਓਗੇ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਰਸਤੇ ਬੰਦ ਕਰਨ ਨਾਲ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਨਾਂ ਚੀਜ਼ਾਂ ਨੂੰ ਇਹਨਾਂ ਨੂੰ ਧਿਆਨ ਚ ਰੱਖਣਾ ਪੈਂਦਾ ਹੈ। ਦੂਸਰੀ ਗੱਲ, ਜਿੱਥੇ ਧਰਨੇ ਲੱਗਣਗੇ, ਸੜਕਾਂ ਬੰਦ ਹੋਣਗੀਆਂ, ਪੰਜਾਬ ਪੁਲਿਸ ਨੂੰ ਮਜਬੂਰੀ ਦੇ ਵਿੱਚ ਉੱਥੇ ਜਿਹੜੇ ਪਹਿਰੇ ਦੇਣੇ ਪੈਣਗੇ, ਉੱਥੇ ਡਿਊਟੀਆਂ ਦੇਣੀਆਂ ਪੈਣਗੀਆਂ, ਜਿਸ ਦੇ ਨਾਲ ਪੰਜਾਬ ਪੁਲਿਸ ਲੋਕਾਂ ਦੇ ਬਾਕੀ ਕੰਮ ਜਿਹੜੇ ਹੈ ਨਹੀਂ ਕਰ ਸਕਣਗੇ। ਇਸ ਕਰਕੇ ਇਹ ਪੰਜਾਬ ਦੀ ਤਰੱਕੀ ਦੇ ਲਈ ਇੱਕ ਬੜਾ ਵੱਡਾ ਰੋੜਾ ਹੈ। ਕਿਸਾਨਾਂ ਨੂੰ ਇਹ ਗੱਲ ਜ਼ਰੂਰ ਸਮਝਣੀ ਚਾਹੀਦੀ ਹੈ ਕਿ ਅਗਰ ਤੁਹਾਡੀ ਕੋਈ ਜਾਇਜ਼ ਮੰਗਾਂ ਨਹੀਂ ਤਾਂ ਕਿਸਾਨਾਂ ਨੂੰ ਆਪਣੇ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਲੈ ਕੇ ਲੋਕਾਂ ਨੂੰ ਮਿਲਣਾ ਚਾਹੀਦਾ ਹੈ। ਹੁਣ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਲੋਕਾਂ ਦੇ ਵਪਾਰ ਜਿਹੜੇ ਆ ਘਾਟੇ 'ਚ ਚਲੇ ਜਾਂਦੇ ਨੇ, ਬੰਦ ਹੋ ਜਾਂਦੇ ਨੇ। ਕਿ ਅੱਜ ਤੱਕ ਕਦੇ ਕਿਸੇ ਫੈਕਟਰੀਆਂ ਵਾਲਿਆਂ ਨੇ ਇਕੱਠੇ ਹੋ ਕੇ ਧਰਨੇ ਲਾ ਕੇ ਸੜਕਾਂ ਵਾਲੇ ਦਿੱਤੀਆਂ ਕਿ ਸਾਨੂੰ ਆਹ ਘਾਟਾ ਹੋ ਗਿਆ,
ਸਾਨੂੰ ਤੁਸੀਂ ਇਹਦੇ ਲਈ ਮੁਆਵਜ਼ੇ ਦਿਓ। ਕਿ ਸਰਕਾਰਾਂ ਦੇ ਵਿੱਚ ਲੋਕਾਂ ਨੂੰ ਇੰਡਸਟਰੀਲਿਸਟ ਦਾ ਯੋਗਦਾਨ ਨਹੀਂ ਹੈ? ਇੰਡਸਟਰੀਲਿਸਟ ਵੀ ਉਹਦੇ ਵਿੱਚ ਟੈਕਸ ਪੇ ਕਰਦੇ ਨੇ। ਮੈਂ ਸਮਝਦਾ ਕਿ ਕਿਸਾਨਾਂ ਦਾ ਟੈਕਸ ਜਿਹੜਾ ਆ ਇਹਨਾਂ ਨੂੰ ਤਾਂ ਸਿਰਫ ਸਬਸਿਡੀਆਂ ਮਿਲਦੀਆਂ ਨੇ, ਟੈਕਸ ਤਾਂ ਸਾਰੇ ਵਪਾਰੀ ਲੋਕ ਪੇ ਕਰਦੇ ਨੇ। ਸਰਵਿਸ ਸੈਕਟਰ ਜਿਹੜਾ ਆ, ਜਿਹੜੇ ਸੈਲਰੀ ਬੇਸ ਲੋਕ ਨੇ ਉਹ ਪੇ ਕਰਦੇ ਨੇ। ਤੇ ਇਸ ਕਰਕੇ ਕਿਸਾਨਾਂ ਨੂੰ ਇਸ ਗੱਲ ਦੇ ਉੱਤੇ ਵਿਚਾਰ ਕਰਨ ਦੀ ਲੋੜ ਹੈ ਔਰ ਸਰਕਾਰਾਂ ਨੂੰ ਵੀ ਇਹਨਾਂ ਗੱਲਾਂ ਨੂੰ ਇਹਨਾਂ ਨੂੰ ਸਮਝਾਉਣ ਦੀ ਲੋੜ ਹੈ ਕਿ ਲੋਕਾਂ ਨੂੰ ਮਜਬੂਰ ਨਾ ਕਰੋ ਕਿ ਲੋਕ ਕੱਲ ਨੂੰ ਤੁਹਾਡੇ ਖਿਲਾਫ ਹੋ ਜਾਣ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ, ਕਿਉਂਕਿ ਹਰ ਚੀਜ਼ ਦੀ ਇੱਕ ਹੱਦ ਹੁੰਦੀ ਹੈ। ਔਰ ਹੁਣ ਜਿਹੜਾ ਹੈ ਕਿਸਾਨ ਜਥੇਬੰਦੀਆਂ ਬਹੁਤ ਹੱਦ ਦੇ ਬਿਲਕੁਲ ਜਿਹੜਾ ਹੈ ਸਿਰੇ ਤੇ ਕੰਮ ਕਰ ਰਹੀਆਂ ਨੇ। ਤੇ ਇਸ ਕਰਕੇ ਸਰਕਾਰਾਂ ਨੂੰ ਤੇ ਕਿਸਾਨ ਜਥੇਬੰਦੀਆਂ ਨੂੰ ਇਹਨਾਂ ਚੀਜ਼ਾਂ ਤੇ ਵਿਚਾਰ ਕਰਨਾ ਚਾਹੀਦਾ ਹੈ, ਕਿਉਂਕਿ ਪੰਜਾਬ ਦੇ ਵਿੱਚ ਇਕੱਲੇ ਕਿਸਾਨ ਨਹੀਂ ਹੈ, ਬਾਕੀ ਲੋਕਾਂ ਦੇ ਵੀ ਯੋਗਦਾਨ ਨੇ, ਇੰਡਸਟਰੀ ਕੰਮ ਕਰਦੇ ਨੇ। ਇਹਨਾਂ ਚੀਜ਼ਾਂ ਨੂੰ ਧਿਆਨ ਰੱਖਣ ਦੀ ਲੋੜ ਹੈ। ਮੰਜਲ ਸਾਹਿਬ, ਜਾਂਦੇ ਜਾਂਦੇ ਤੁਹਾਡੇ ਕੋਲ ਜਾਣਾਂਗੇ ਇਹਦੇ ਉੱਤੇ ਵਿਚਾਰ। ਮੈਨੂੰ ਇੱਕ ਵੈਸੇ ਬੈਠੇ ਬੈਠੇ ਅਖਾਣ ਯਾਦ ਆ ਗਿਆ, ਸ਼ਾਇਦ ਤੁਸੀਂ ਵੀ ਉਹਦੇ ਨਾਲ ਸਹਿਮਤ ਹੋਵੋਗੇ। ਕਹਿੰਦੇ ਰੰਡੀ ਦਾ ਜਿਹੜੀ ਆ ਉਹ ਰੰਡੇਪਾ ਕੱਟਦੀ ਹੈ, ਪਰ ਜਿਹੜੇ ਬਸਟੰਡੇ ਉਹ ਨਹੀਂ ਕੱਟਣ ਦਿੰਦੇ। ਤੇ ਕੀ ਲੱਗਦਾ ਕੀ ਹੈ ਕਿ ਇੱਕ ਜਿਹੜਾ ਕਿਸਾਨ ਦੀ ਗੱਲ ਕੀਤੀ ਆ, ਮਹਿੰਦਰੂ ਜੀ ਦੇ ਵੀ ਇਹੀ ਦੱਸ ਰਹੇ ਨੇ, ਸਾਡੇ ਆਮ ਜਿਹੜੇ ਅਖਬਾਰਾਂ ਵਾਲੇ ਇਹ ਵੀ ਕਹਿੰਦੇ ਜੀ ਕਿਸਾਨਾਂ ਨਾਲ ਗੱਲ ਹੋਈ ਆ, ਕਿਸਾਨਾਂ ਨਾਲ ਗੱਲ ਹੋਈ ਆ। ਕੀ ਕਿਸਾਨ ਸਾਡਾ ਇੰਨਾ ਹੀ ਵਿਹਲਾ ਆ ਕਿ ਉਹ ਇੰਨਾ ਫ੍ਰੀ ਹੋ ਗਿਆ, ਉਹਦੇ ਕੋਲ ਇੰਨਾ ਧਨ ਆ ਗਿਆ, ਉਹਦੇ ਕੋਲ ਇੰਨਾ ਪੈਸਾ ਆ ਗਿਆ ਕਿ ਉਹ ਸਿਰਫ ਹੁਣ ਧਰਨੇ ਪ੍ਰਦਰਸ਼ਨ ਲਾਉਣ ਵਾਸਤੇ ਜਿਹੜਾ ਜਾ ਕੇ ਸੜਕਾਂ ਤੇ ਬੈਠਾ ਰਹਿੰਦਾ, ਉਹਨੂੰ ਕੋਈ ਕੰਮ ਨਹੀਂ ਹੈ? ਜਾਂ ਇਹ ਕਿਸਾਨ ਨਹੀਂ ਹੈ? ਇਹ ਜਿਹੜੇ ਕਿਸਾਨ ਆਗੂਆਂ ਦੇ ਨਾਂ ਤੇ, ਕਿਸਾਨੀ ਦੇ ਨਾਂ ਤੇ ਜਿਹੜੀ ਲੀਡਰਸ਼ਿਪ ਹੋ ਰਹੀ ਹੈ, ਕੀ ਉਹਨਾਂ ਦਾ ਜਿਹੜਾ ਰੋਜ਼ਾਨਾ ਮੁੱਦਾ ਆ, ਕੀ ਇੰਨਾ ਹੀ ਬੁਰੀ ਹਾਲਾਤ ਨੇ ਉਹਨਾਂ ਦੇ ਲੀਡਰਾਂ ਦੀ? ਤੇ ਦੋ ਹੀ ਹਾਲਾਤ ਹੋ ਸਕਦੇ ਨੇ, ਜਾਂ ਤਾਂ ਬਹੁਤ ਜ਼ਿਆਦਾ ਉਹਨਾਂ ਕੋਲ ਧੰਨਵਾਦ ਹੈ, ਜਾਂ ਉਹ ਇੰਨੇ ਜ਼ਿਆਦਾ ਜਿਹੜੇ ਕੰਗਾਲ ਹੋ ਚੁੱਕੇ ਨੇ ਕਿ ਭੁੱਖੇ ਮਰਦੇ, ਉਹਨਾਂ ਨੂੰ ਸੜਕਾਂ ਦੇ ਉੱਤੇ ਜਿਹੜਾ ਉਹ ਉਤਰਨਾ ਪੈਂਦਾ। ਤੇ ਉਹਨਾਂ ਨੂੰ ਵੱਡੇ ਵੱਡੇ ਮੁਲਕਾਂ ਦੇ ਨਾਲ G20 ਵਰਗੇ ਜਿਹੜੇ ਪਲੇਟਫਾਰਮ ਨੇ ਉਹਨਾਂ ਦੇ ਖਿਲਾਫ ਜਿਹੜੇ ਪ੍ਰਦਰਸ਼ਨ ਕਰਨੇ ਪੈਂਦੇ ਆ। ਕਿਵੇਂ ਦੇਖਦੇ ਹੋ, ਗੱਲ ਕੀ ਆ ਅਸਲੀ, ਕਿੱਧਰ ਨੂੰ ਜਾਂਦੀ ਗੱਲ? ਸੰਧੂ ਸਾਹਿਬ, ਇੱਕ ਤੇ ਨਾ ਸਭ ਤੋਂ ਪਹਿਲਾਂ ਇਹ ਸਿਚੁਏਸ਼ਨ ਕਲੀਅਰ ਹੋਣੀ ਚਾਹੀਦੀ ਆ ਵੀ G20 ਦਾ ਤੇ ਕਿਸਾਨਾਂ ਦਾ ਆਪਸ ਮੁੱਦਾ ਕੀ ਆ। G20 ਦੇ ਦੇਸ਼ ਦੀ ਤਰੱਕੀ ਦਾ ਰਾਹ ਖੋਲਣ ਵਾਲੀ ਇੱਕ ਗੇਮ ਹੈ, ਇੱਕ ਪਲਾਨ ਹੈ ਵੀ ਜਿਹਦੇ ਨਾਲ ਹਿੰਦੁਸਤਾਨ ਜਿਹੜਾ ਉਹ ਵਰਲਡ ਦੇ ਨਕਸ਼ੇ ਦੇ ਉੱਤੇ ਅੱਗੇ ਨੂੰ ਵਧੇਗਾ, ਜਾਂ ਵਰਲਡ ਦੀਆਂ ਭਾਵਨਾਵਾਂ ਜਿਹੜੀਆਂ ਹਿੰਦੁਸਤਾਨ ਦੇ ਪ੍ਰਤੀ ਪੋਜ਼ਿਟਿਵ ਹੋਣਗੀਆਂ, ਹਿੰਦੁਸਤਾਨ ਤਰੱਕੀ ਕਰੇਗਾ, ਜਾਂ ਇਸ ਤਰ੍ਹਾਂ ਦੀਆਂ ਹੀ ਭਾਵਨਾਵਾਂ ਨਾਲ G20 ਨੂੰ ਦੇਖਦੇ ਆ ਵੀ ਦੁਨੀਆ ਦੇ ਪਾਵਰਫੁਲ ਲੋਕ ਜਿਹੜੇ ਨੇ ਉਹ ਹਿੰਦੁਸਤਾਨ ਦੀ ਧਰਤੀ ਤੇ ਆ ਰਹੇ ਨੇ। ਜੇ ਉਹ ਆਣਗੇ ਤੇ ਇਨਵੈਸਟ ਵੀ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਿੰਦੁਸਤਾਨ ਦੀ ਤਰੱਕੀ ਵਧੇਗੀ। ਅਗਰ ਅਸੀਂ ਉਹਦੇ ਖਿਲਾਫ G20 ਦੇ ਖਿਲਾਫ ਧਰਨੇ ਲਾਉਂਦੇ ਆ, ਇਹਦਾ ਮਤਲਬ ਅਸੀਂ ਇਹ ਸਾਬਤ ਕਰਨਾ ਚਾਹੁੰਦੇ ਕਿ ਅਸੀਂ ਹਿੰਦੁਸਤਾਨ ਦੀ ਤਰੱਕੀ ਦੇ ਖਿਲਾਫ ਆ। ਮੈਂ ਕੁਝ ਸਮਾਂ ਪਿੱਛੇ ਜਾਣਾ ਚਾਹਾਂਗਾ ਸੰਧੂ ਸਾਹਿਬ, ਜਦੋਂ ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਦੇ ਧਰਨੇ ਲੱਗ ਰਹੇ ਸੀਗੇ, ਉਦੋਂ ਇੱਕ ਗੱਲ ਬੜੀ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਆਈ ਕਿ ਉਸ ਧਰਨਿਆਂ ਦੇ ਵਿੱਚ ਖਾਲਿਸਤਾਨੀ ਮੂਵਮੈਂਟ ਪੂਰੀ ਤਰ੍ਹਾਂ ਇਨਵੋਲਵ ਸੀ ਤੇ ਦੂਸਰਾ ਕਮਿਊਨਿਸਟ ਮੂਵਮੈਂਟ ਪੂਰੀ ਤਰ੍ਹਾਂ ਇਨਵੋਲਵ ਸੀਗੀ ਉਹਦੇ ਵਿੱਚ। ਔਰ ਮੈਂ ਅੱਜ ਵੀ ਮੈਨੂੰ ਯਾਦ ਹੈ ਕਿ ਸਾਡੇ ਇੱਕ ਸੰਗਠਨ ਦੇ ਪ੍ਰਧਾਨ ਨੇ ਇੰਨੀ ਗੱਲ ਕਹੀ, ਉਹਨੂੰ ਇੱਕ ਪੱਤਰਕਾਰ ਨੇ ਸਵਾਲ ਕੀਤਾ ਕਿ ਤੁਸੀਂ ਇਲੈਕਸ਼ਨ ਕਿਉਂ ਲੜੀ ਜਦੋਂ ਤੁਹਾਨੂੰ ਇਲੈਕਸ਼ਨ ਨਹੀਂ ਸੀ ਲੜਨੀ ਚਾਹੀਦੀ? ਉਹ ਕਹਿੰਦਾ ਜੀ ਮੇਰੀ ਮਜਬੂਰੀ ਸੀ, ਮੈਨੂੰ ਕਮਿਊਨਿਸਟਾਂ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਸੀ, ਉਹਨਾਂ ਨੇ ਮੈਨੂੰ ਮਜਬੂਰ ਕੀਤਾ ਕਿ ਤੁਸੀਂ ਪੰਜਾਬ ਦੇ ਵਿੱਚ ਇਲੈਕਸ਼ਨ ਲੜੋ। ਤੇ ਜੇ ਤੁਸੀਂ ਕਠਪੁਤਲੀਆਂ ਇਹਨਾਂ ਲੋਕਾਂ ਦੀਆਂ ਬਣ ਕੇ ਕਮਿਊਨਿਸਟ ਜਿਹਨੂੰ ਆਪਾਂ ਕਹਿ ਦਿੰਦੇ ਆ, ਕਮਿਊਨਿਸਟ ਇਨ ਸੈਂਸ ਇਹ ਵਿਚਾਰਧਾਰਾ ਜਿਹੜੀ ਆ ਚਾਈਨਾ ਤੋਂ ਚੱਲਦੀ ਆ, ਇਹ ਫੰਡਿੰਗ ਵੀ ਉਹਨਾਂ ਨੂੰ ਉੱਥੋਂ ਹੀ ਆਉਂਦੀ ਆ। ਤੇ ਜੇ ਤੁਸੀਂ ਚਾਈਨਾ ਦੇ ਇਸ਼ਾਰਿਆਂ ਦੇ ਉੱਤੇ ਤੇ ਜਾਂ ਖਾਲਿਸਤਾਨੀਆਂ ਦੇ ਇਸ਼ਾਰਿਆਂ ਦੇ ਉੱਤੇ ਹਿੰਦੁਸਤਾਨ ਦੇ ਖਿਲਾਫ ਇਸ ਤਰ੍ਹਾਂ ਦੀਆਂ ਹਰਕਤਾਂ ਵੀ G20 ਦਾ ਅਸੀਂ ਵਿਰੋਧ ਕਰਾਂਗੇ, ਉਹ ਭਾਈ ਮੇਰੇ ਤੁਹਾਡੇ ਆਪਣੇ ਮਸਲੇ ਨੇ, ਉਹਨਾਂ ਨੂੰ ਲੈ ਕੇ ਤੁਸੀਂ ਅੱਗੇ ਇੰਨੇ ਕੁ ਧਰਨੇ ਲਾਉਂਦੇ ਹੋ। G20 ਦਾ ਵਿਰੋਧ ਜਿਹੜਾ ਆ ਇਹ ਬਿਲਕੁਲ ਗੈਰ ਵਾਜਬ ਵਿਰੋਧ ਆ। ਮੇਰੇ ਹਿਸਾਬ ਨਾਲ ਹਿੰਦੁਸਤਾਨ ਨਾਲ ਪਿਆਰ ਕਰਨ ਵਾਲਾ ਕੋਈ ਵੀ ਸ਼ਖਸ ਨੂੰ ਸਹਿਮਤੀ ਨਹੀਂ ਦੇਗਾ ਵੀ ਜੇ ਤੁਸੀਂ ਹਿੰਦੁਸਤਾਨ ਦੀ ਤਰੱਕੀ ਦੇ ਮਾਮਲੇ ਵਿੱਚ ਵੀ ਰੋੜੇ ਬਣ ਕੇ ਸਾਹਮਣੇ ਆਉਣਾ ਚਾਹੁੰਦੇ ਹੋ ਤੇ ਫਿਰ ਤੁਸੀਂ ਦੇਸ਼ ਪ੍ਰਤੀ ਸਮਰਪਿਤ ਜਾਂ ਦੇਸ਼ ਨੂੰ, ਇਹ ਮੇਰੇ ਹਿਸਾਬ ਨਾਲ ਦੇਸ਼ ਵਿਰੋਧੀ ਨੀਤੀ ਆ ਇਹ ਜਿਹੜੀ ਹਰਕਤ ਜਿਹੜੀ ਕਿਸਾਨ ਯੂਨੀਅਨ ਸਾਡਾ ਕਰਨ ਜਾ ਰਹੀਆਂ ਨੇ। ਮੇਰੀ ਇਹ ਬੇਨਤੀ ਆ, ਅਗਰ ਤੁਸੀਂ ਸੱਚੀ ਕਿਸਾਨ ਹੋ ਤੇ ਤੁਹਾਨੂੰ ਇਹ ਹਰਕਤਾਂ ਕਰਨੀਆਂ ਨਹੀਂ ਚਾਹੀਦੀਆਂ ਜਿਹੜੀਆਂ ਤੁਸੀਂ ਕਰ ਰਹੇ ਹੋ। ਦੇਸ਼ ਦੀ ਤਰੱਕੀ ਦੇ ਰਾਹ ਜਦੋਂ ਇਹ ਕੋਈ ਲੌਜਿਕ ਹੀ ਨਹੀਂ ਬਣਦਾ। ਲੋਕੀ ਸਵਾਲ ਕਰਨਗੇ ਕਿ ਮੰਜਲ ਸਾਹਿਬ ਤਾਂ ਬਹੁਤ ਵਧੀਆ ਤਰੀਕੇ ਨਾਲ ਬੀਜੇਪੀ ਨਾਲ ਜੁੜੇ ਹੋਏ ਨੇ, ਬੜੀ ਉੱਪਰ ਤੱਕ ਗੱਲਬਾਤ, ਬੜੀ ਪਹੁੰਚ ਹੈ, ਤੇ ਬੀਜੇਪੀ ਜਿਹੜੀ ਹੈ ਇਹ ਕਿਉਂ ਨਹੀਂ ਇਹਨਾਂ ਕਿਸਾਨਾਂ ਨੂੰ ਕਿਉਂ ਨਹੀਂ ਸਮਝਾ ਪਾ ਰਹੀ ਤੇ ਇਹਨਾਂ ਦਾ ਹੱਲ ਜਿਹੜਾ ਕਿਉਂ ਨਹੀਂ ਕੱਢ ਪਾ ਰਹੀ ਕਿਸਾਨ ਲੀਡਰਾਂ ਦਾ? ਇਹ ਜਿਹੜਾ ਪ੍ਰਦਰਸ਼ਨ ਨਿਤ ਦਿਨ ਆਏ ਦਿਨ ਹੋਇਆ ਰਹਿੰਦਾ, ਜਿਵੇਂ ਤੁਸੀਂ ਤੁਹਾਨੂੰ ਲੱਗਦਾ ਕਿ ਬੇਲੋੜਾ ਪ੍ਰਦਰਸ਼ਨ ਵੀ ਕਈ ਚੀਜ਼ਾਂ ਦਾ ਹੋ ਜਾਂਦਾ, ਤੇ ਇਹ ਕਿਉਂ ਨਹੀਂ ਸਮਝਾ ਪਾ ਰਹੇ? ਸਿੱਧੂ ਸਾਹਿਬ ਸਮਝਾਉਣੇ ਨਹੀਂ ਚਾਹੁੰਦੇ।
ਜਦੋਂ ਕਿਸਾਨੀ ਬਿੱਲਾਂ ਦਾ ਮਸਲਾ ਬਣਿਆ ਸੀ ਨਾ, ਮੈਨੂੰ ਇੱਕ ਗੱਲ ਯਾਦ ਹੈ ਕਿ ਇੱਕ ਬਹੁਤ ਵੱਡੇ ਭਾਜਪਾ ਦੇ ਮੰਤਰੀ ਨੇ ਇਹ ਗੱਲ ਕਹੀ ਸੀ ਕਿ ਡੱਬਾ ਭਾਈ ਉਹ ਰਹਿਣ ਦਿਓ, ਇਹਦੇ 'ਚ ਮਠਿਆਈ ਆਪਣੀ ਮਰਜ਼ੀ ਦੀ ਭਰ ਲਓ, ਤੁਸੀਂ ਚਾਹੁੰਦੇ ਕੀ ਹੋ ਉਹ ਦੱਸੋ, ਅਸੀਂ ਸਾਰਾ ਕੁਝ ਕਰਨ ਨੂੰ ਤਿਆਰ ਹਾਂ। ਸਰਕਾਰ ਇਸ ਵੱਡੇ ਲੈਵਲ ਤੱਕ ਇਹਨਾਂ ਨਾਲ ਸਹਿਮਤੀ ਕਰਨ ਨੂੰ ਤਿਆਰ ਸੀ, ਪਰ ਸਮੱਸਿਆ ਸਾਡੀ ਉਦੋਂ ਇਹ ਸੀ ਕਿ ਸਾਨੂੰ ਇਹ ਹੀ ਨਹੀਂ ਸੀ ਪਤਾ ਅਸੀਂ ਚਾਹੁੰਦੇ ਕੀ ਹਾਂ। ਮਾਫੀ ਦੇਣਾ, ਕਿਸਾਨੀ ਬਿੱਲਾਂ ਦਾ ਅਸੀਂ ਵਿਰੋਧ ਕੀਤਾ, ਕਿਸਾਨੀ ਬਿੱਲ ਸਾਨੂੰ ਜਾਇਜ਼ ਨਹੀਂ ਲੱਗੇ। ਪ੍ਰਧਾਨ ਮੰਤਰੀ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ, ਇਹਨੇ ਪੁੱਤਰ ਦਿਨ ਵਾਲੇ ਦਿਨ ਕਿਸਾਨੀ ਯੂਨੀਅਨਾਂ ਕੋ ਮਾਫੀ ਮੰਗਦੇ ਹੋਇਆ ਕਿ ਵੀ ਮੈਂ ਆਪਣਾ ਬਿੱਲ ਤੁਹਾਨੂੰ ਸਮਝਾਉਣ 'ਚ ਕਾਮਯਾਬ ਨਹੀਂ ਹੋਇਆ, ਮੈਂ ਮਾਫੀ ਚਾਹੁੰਦਾ ਤੇ ਮੈਂ ਆਪਣੇ ਬਿੱਲ ਵਾਪਸ ਲੈਣਾ। ਬਟ ਕੀ ਉਹਦੇ ਨਾਲ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕ ਗਈਆਂ? ਜੇ ਉਹ ਵਿਵਸਥਾ ਐਡੀ ਹੀ ਵਧੀਆ ਸੀ ਤੇ ਫਿਰ ਸਾਡਾ ਕਿਸਾਨ ਖੁਦਕੁਸ਼ੀ ਕਿਉਂ ਕਰਦਾ ਸੀਗਾ? ਮੈਂ ਉਦੋਂ ਵੀ ਇਹ ਸਵਾਲ ਰੱਖੇ ਸੀਗੇ ਵੀ ਭਾਈ ਜੇ ਹੁਣ ਇੱਕ ਵਿਦਰੋਹ ਬਣ ਗਿਆ, ਇੱਕ ਮੁੱਦਾ ਬਣ ਗਿਆ, ਬਾਤਚੀਤ ਦਾ ਪਲੇਟਫਾਰਮ ਬਣ ਗਿਆ, ਇਹਨਾਂ ਨੂੰ ਆਪਣੀਆਂ ਮੰਗਾਂ ਮਨਵਾਉਣੀਆਂ ਚਾਹੀਦੀਆਂ ਸੀ ਵੀ ਅਸੀਂ ਇਸ ਤਰੀਕੇ ਦਾ ਬਿੱਲ ਚਾਹੁੰਦੇ ਹਾਂ, ਸਰਕਾਰ ਕੋਲੋਂ ਲਾਗੂ ਕਰਵਾ ਲੈਂਦੇ। ਪਰ ਉਹ ਤਰਾਸਦੀ ਸਾਡੀ ਇਹ ਰਹੀ ਵੀ ਸਾਡੀ ਜਿਹੜੀਆਂ ਯੂਨੀਅਨਾਂ ਆਗੂ ਨੇ ਜਾਂ ਲੀਡ ਕਰਨ ਵਾਲੇ ਲੋਕ ਨੇ, ਅੱਜ ਦੀ ਤਰੀਕ ਤੱਕ ਉਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਅਸੀਂ ਚਾਹੁੰਦੇ ਕੀ ਹਾਂ, ਕੀ ਚਾਹੁੰਦੇ ਹਾਂ ਅਸੀਂ। ਇਸ ਚੀਜ਼ ਦੇ ਉੱਤੇ ਕਲੈਰਿਟੀ ਨਹੀਂ ਹੈਗੀ। ਹਰ ਗੱਲ ਦੇ ਉੱਤੇ ਲੜਾਈ ਪਾ ਦੇਣੀ, ਹਰ ਗੱਲ ਦੇ ਉੱਤੇ ਮਸਲਾ ਬਣਾ ਦੇਣਾ। ਬਸ ਇਹ ਚੀਜ਼, ਉਹ ਪਲੇਟਫਾਰਮ ਕੀ ਆ, ਇੱਕ ਬਲੂ ਪ੍ਰਿੰਟ ਤਿਆਰ ਕਰਨ ਵੀ ਆਹ ਸਾਡੀ ਡਿਮਾਂਡ, ਹੱਲ ਵੀ ਨਜ਼ਰ ਆ ਰਿਹਾ, ਮਾਹੌਲ ਚਾਹੁੰਦੇ ਆ। ਉਹ ਸਰਕਾਰ ਇਹਦਾ ਕੋਈ ਹੱਲ ਵੀ ਨਜ਼ਰ ਆ ਰਿਹਾ? ਬੀਜੇਪੀ ਕੋ ਹੱਲ ਕੱਢਣ ਦੇ ਸਮਰੱਥ ਹੈਗੀ, ਕੱਢ ਲਊਗੀ ਕਿ ਏਦਾਂ ਹੀ ਚੱਲੂਗਾ ਇਹ ਸਿਆਸੀ ਹੱਥਾਂ ਤੇ ਐਵੇਂ ਗੁੱਟੀਆਂ ਜਿਹੜੀਆਂ ਸੇਕੀ ਜਾਣਗੀਆਂ? ਸੰਧੂ ਸਾਹਿਬ, ਮੈਂ ਬੇਨਤੀ ਤੁਹਾਨੂੰ ਕਰਨ ਡਿਆ ਵੀ ਮੈਂ ਨਾ ਨਹੀਂ ਉੱਥੇ ਬੋਲਣਾ ਚਾਹੁੰਦਾ ਵੀ ਉਹ ਇੱਕ ਬੜੇ ਵੱਡੇ ਲੀਡਰ ਨੇ ਇਹ ਗੱਲ ਕਹੀ ਸੀ ਵੀ ਤੁਸੀਂ ਜੋ ਚਾਹੁੰਦੇ ਹੋ ਲਿਖ ਕੇ ਤੇ ਅਸੀਂ ਐਜ਼ ਇਟ ਇਜ਼ ਕਾਪੀ ਪੇਸਟ ਕਰ ਦਿੰਦੇ ਆ। ਫਿਰ ਵੀ ਇਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਅਸੀਂ ਕਰਵਾਉਣਾ ਕੀ ਹੈ। ਤੇ ਮੇਰਾ ਇਹ ਮੰਨਣਾ ਵਾ ਇਹ ਇੱਕ ਟੂਲ ਕਿਟ ਦੇ ਰੂਪ ਦੇ ਵਿੱਚ ਇਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਵਾ। ਕਿਸਾਨੀ ਸਾਡੇ ਜਿਹੜੇ, ਮੈਂ ਇੱਕ ਸੱਚੀ ਮੁੱਚੀ ਦੀ ਤੁਹਾਨੂੰ ਗੱਲ ਦੱਸ ਦਿੰਦਾ, ਜਿਹੜਾ ਸਾਡਾ ਗਰੀਬ ਗੁਰਬਾ ਅਸਲ 'ਚ ਲੋੜਵੰਦ ਕਿਸਾਨ ਹੈ, ਉਹ ਇਹਨਾਂ ਦੇ ਨਾਲ ਹੀ ਨਹੀਂ ਹੈਗਾ। ਇਹ ਕੁਝ ਚੰਦ ਲੋਕ ਨੇ ਜਿਨ੍ਹਾਂ ਨੇ ਇੱਕ ਨੈਕਸਸ ਬਣਾਇਆ ਵਾ ਵੀ ਕਦੀ ਕਿਤੇ ਧਰਨਾ ਲਾ ਦਿਓ, ਕਦੀ ਕਿਤੇ ਧਰਨਾ ਲਾ ਦਿਓ, ਔਰ ਪੰਜਾਬ ਦੀ ਜਨਤਾ ਨੂੰ ਖਰਾਬ ਕਰਨਾ। ਖਾਲਿਸਤਾਨੀ ਮੂਵਮੈਂਟ ਇਹਨਾਂ ਦੇ ਪਿੱਛੇ ਇਨਵੋਲਵ ਨਜ਼ਰ ਆਉਂਦੀ ਹੈ। ਚਲੋ ਇੱਕ ਕਿਸਾਨੀ ਦਾ ਨਾਮ ਆਣ ਕਰਕੇ ਕੋਈ ਬਹੁਤ ਵੱਡੇ ਐਕਸ਼ਨ ਨਹੀਂ ਹੋ ਪਾਉਂਦੇ ਵੀ ਚਲੋ ਕਿਤੇ ਕਿਸੇ ਇਹ ਆਟੇ ਨਾਲ ਪਲੇਥਨ ਨਾ ਲੱਗ ਜਾਵੇ, ਕਿਸਾਨਾਂ ਦਾ ਨੁਕਸਾਨ ਨਾ ਹੋ ਜਾਏ। ਸਰਕਾਰਾਂ ਵੀ ਆਪਣੇ ਆਪ ਨੂੰ ਪਿੱਛੇ ਕਰਕੇ ਚੱਲਦੀਆਂ ਨੇ ਵੀ ਨਾਮ ਕਿਸਾਨੀ ਦਾ ਆਉਂਦਾ। ਮੇਰੀ ਇਹ ਬੇਨਤੀ ਹੈ ਦੇਸ਼ ਦੀ ਤਰੱਕੀ ਦੇ ਪੰਜਾਬੀ ਉਮੀਦ ਨਾ ਕਰਨ ਕਿ ਜਿਹੜੀ ਇਹ ਸਮੱਸਿਆ ਉਹ ਤੋਂ ਖਹਿੜਾ ਛੁੱਟ ਜਾਏਗਾ। ਮਤਲਬ ਮੋਦੀ ਜੀ ਦੇ ਵੱਸ ਦਾ ਰੋਗ ਨਹੀਂ ਲੱਗਦਾ ਇਹ ਕਿ ਉਹ ਜਿਹੜਾ ਇੱਕ ਸੈਗਮੈਂਟ ਹੈ, ਜਿਹੜੇ ਲੀਡਰ ਨੇ, ਇਹਨਾਂ ਦਾ ਕੋਈ ਤਾਲਮੇਲ ਕਰਕੇ ਜਾਂ ਇਹਨਾਂ ਨੂੰ ਜਿਹੜੇ ਆ ਉਹ ਸਮਝਾਉਣ ਦੇ ਕੋਈ ਸਮਰੱਥ ਨਿਕਲਣਗੇ। ਖੈਰ ਚਲੋ, ਵਿਰੋਧੀ ਪਾਰਟੀਆਂ ਦਾ ਜਿਹੜਾ ਆਪਣਾ ਏਜੰਡਾ, ਜਿਹੜੀ ਸਿਆਸਤ ਹੈ, ਉਹਦੀ ਚੱਲਦੀ ਰਹਿਣੀ ਹੈ। ਤੇ ਉਹਦੀ ਸਿਆਸਤ ਦਾ ਇੱਕ ਹੋਰ ਨਮੂਨਾ ਜਾਂਦੇ ਜਾਂਦੇ ਇੱਕ ਅੱਧੇ ਮਿੰਟ 'ਚ ਡਿਸਕਸ ਕਰਾਂਗੇ ਮਹਿੰਦਰੂ ਜੀ ਨਾਲ। ਮਹਿੰਦਰੂ ਜੀ, ਅੱਜ ਪ੍ਰਤਾਪ ਸਿੰਘ ਬਾਜਵਾ ਬੜੇ ਸੀਨੀਅਰ ਲੀਡਰ ਨੇ ਕਾਂਗਰਸ ਦੇ। ਪੰਜਾਬ ਦੇ ਵਿੱਚ ਇੱਕ ਤਾਂ ਜਿਹੜਾ ਗੱਠਜੋੜ ਆ, ਜਿਹੜਾ INDIA ਬਣਾਇਆ, ਕਹਿੰਦੇ ਉਹਦਾ ਗੱਠਜੋੜ ਵਾਸਤੇ ਆਮ ਆਦਮੀ ਪਾਰਟੀ ਨਾਲ ਹੋਰ ਸਾਰਾ ਕਰਨ ਵਾਸਤੇ ਅਮਰਿੰਦਰ ਵੜਿੰਗ ਦੀ ਅਗਵਾਈ ਦੇ ਹੇਠ ਕਾਂਗਰਸ ਪਾਰਟੀ ਦਾ ਜਿਹੜੀ ਅੱਜ ਮੀਟਿੰਗ ਹੋ ਰਹੀ ਹੈ। ਤੇ ਦੂਜੇ ਪਾਸੇ ਬਾਜਵਾ ਸਾਹਿਬ ਦਾ ਬਿਆਨ ਆ ਗਿਆ ਵੀ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਬਿਲਕੁਲ ਗੱਠਜੋੜ ਨਹੀਂ ਹੋ ਸਕਦਾ ਸਾਡਾ, ਪਰ ਲੋਕ ਸਭਾ ਲਈ ਸੰਭਵ ਹੈ। ਕਿਵੇਂ ਦੇਖਦੇ ਹੋ? ਕੀ ਕਹਿਣਾ ਚਾਹੁੰਦੇ ਬਾਜਵਾ ਸਾਹਿਬ? ਗੱਲ ਇਹ ਜੀ, ਬਾਜਵਾ ਸਾਹਿਬ ਹੋਣਾ ਨੇ ਔਰ ਪੰਜਾਬ ਦੀ ਜਿਹੜੀ ਕਾਂਗਰਸ ਹਾਈਕਮਾਨ ਹੈ, ਇਹਨਾਂ ਨੇ ਜੋਰ ਲਾ ਕੇ ਦੇਖ ਲਿਆ ਕਿ ਬਈ ਅਸੀਂ ਹਾਈਕਮਾਨ ਦੇ ਫੈਸਲੇ ਤੋਂ ਖੁਸ਼ ਨਹੀਂ ਹਾਂ। ਇਹਨਾਂ ਨੇ ਹਰ ਤਰੀਕੇ ਦੀ ਪ੍ਰਤੀਕਿਰਿਆ ਉਹਦੇ ਤੇ ਦੇ ਕੇ ਦੇਖ ਲਿਆ, ਲੇਕਿਨ ਉੱਪਰੋਂ ਜੋ ਫੈਸਲਾ ਦੇਸ਼ ਦੀ ਜਿਹੜੀ ਕਾਂਗਰਸ ਹੈ ਹਾਈਕਮਾਨ, ਉਹਨਾਂ ਦੇ ਵੱਲੋਂ ਜਿਹੜਾ ਫੈਸਲਾ ਉੱਤੇ ਗੱਠਜੋੜ ਕੀਤਾ ਗਿਆ, ਉਹਦੇ ਤੋਂ ਨਿਚਲੇ ਲੋਕਾਂ ਨੂੰ ਨਾ ਤਾਂ ਪੁੱਛਿਆ ਗਿਆ ਸੀ ਤੇ ਨਾ ਉਹਨਾਂ ਦੇ ਨਾਲ ਕੋਈ ਵੀ ਇਸ ਬਾਰੇ ਚਰਚਾ ਕੀਤੀ ਗਈ ਸੀ। ਇਹ ਗੱਲ ਪਿਛਲੇ ਦਿਨਾਂ ਦੇ ਵਿੱਚ ਕਲੀਅਰ ਹੋ ਚੁੱਕੀ ਹੈ ਸਾਰਿਆਂ ਦੇ ਬਿਆਨਾਂ ਤੋਂ। ਉਸ ਤੋਂ ਬਾਅਦ ਆ ਗਈ ਗੱਲ ਕਿ ਹੁਣ ਮਜਬੂਰੀ ਦੇ ਵਿੱਚ ਆਪਣੀ ਗੱਲ ਤੋਂ ਪਿੱਛੇ ਹਟਣਾ ਬੜਾ ਮੁਸ਼ਕਿਲ ਹੈ। ਤਾਂ ਇਸ ਕਰਕੇ ਪ੍ਰਤਾਪ ਸਿੰਘ ਬਾਜਵਾ ਜੀ ਨੇ ਗੱਲ ਕਹਿਤੀ ਕਿ ਲੋਕ ਸਭਾ ਦੇ ਲਈ ਸੰਭਵ ਹੈ, ਵਿਧਾਨ ਸਭਾ ਦੇ ਲਈ ਨਹੀਂ ਹੈ, ਕਿਉਂਕਿ ਵਿਧਾਨ ਸਭਾ ਦਾ ਹਾਲੇ ਟਾਈਮ ਬਹੁਤ ਪਿਆ। ਵਿਧਾਨ ਸਭਾ ਦੇ ਇਲੈਕਸ਼ਨ ਤੋਂ ਜਾ ਕੇ 3.5 ਸਾਲ ਬਾਅਦ ਹੋਣੇ ਘੱਟੋ ਘੱਟ। ਤੇ ਇਸ ਕਰਕੇ ਲੋਕ ਸਭਾ ਲਈ ਹੁਣ ਉਹਨਾਂ ਨੇ ਗਰਾਊਂਡ ਬਣਾਉਣ ਲਈ ਇਹ ਗੱਲ ਕਹਿ ਦਿੱਤੀ ਕਿ ਲੋਕ ਸਭਾ ਲਈ ਸੰਭਵ ਹੈ। ਤੇ ਇਸ ਕਰਕੇ ਹੋਰ ਇਸ ਗੱਲ ਦਾ ਕੋਈ ਵੀ ਨਹੀਂ ਹੈ। ਸਿਰਫ ਕਿਹਾ ਕਿ ਜਿਹੜੀਆਂ ਗੱਲਾਂ ਦੇ ਉੱਤੇ ਪੰਜਾਬ ਦੀ ਹਾਈਕਮਾਨ ਨੇ, ਕਾਂਗਰਸ ਨੇ ਕਿਹਾ ਸੀ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਕਿਸੇ ਤਰੀਕੇ ਵੀ ਨਹੀਂ ਚੱਲ ਸਕਦੇ, ਔਰ ਇਹਦੇ ਨਾਲ ਕੀ ਹੋਏਗਾ ਕਿ ਜਿਹੜੀ ਗੱਲ ਆਪਾਂ ਪਹਿਲਾਂ ਵੀ ਚਰਚਾ ਕੀਤੀ ਸੀ ਕਈ ਵਾਰੀ ਕਿ ਅਗਰ
ਇਹਨਾਂ ਦਾ ਅੰਦਰੂਨੀ ਗੱਠਜੋੜ ਕਾਂਗਰਸ ਦਾ ਔਰ ਆਮ ਆਦਮੀ ਪਾਰਟੀ ਦਾ ਹੋ ਗਿਆ, ਫਿਰ ਉਸ ਚੀਜ਼ ਦਾ ਉਹ ਗੱਲ ਕਦੇ ਵੀ ਪੂਰੀ ਨਹੀਂ ਹੋਣਗੀਆਂ ਜਿਹੜੀਆਂ ਗੱਲਾਂ ਦੀ ਚਰਚਾ ਕਰਕੇ, ਜਿਹੜੀਆਂ ਗੱਲਾਂ ਦੇ ਦਾਅਵੇ ਔਰ ਵਾਅਦੇ ਕਰਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਲੋਕਾਂ ਦੇ ਵਿੱਚ ਆਏ ਸੀ ਕਿ ਅਗਰ ਸਾਡੀ ਸਰਕਾਰ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਂਦੀ ਹੈ ਤੇ ਅਸੀਂ ਭ੍ਰਿਸ਼ਟਾਚਾਰ ਨੂੰ, ਖੋਇਆਂ ਨੂੰ, ਪੁਰਾਣਿਆਂ ਨੂੰ ਬਾਹਰ ਲੈ ਕੇ ਆਵਾਂਗੇ, ਨਸ਼ਿਆਂ ਦੇ ਮੁੱਦਿਆਂ ਨੂੰ ਬਾਹਰ ਲੈ ਕੇ ਆਵਾਂਗੇ, ਉਹਨਾਂ ਦੇ ਵਿੱਚ ਇਨਵੋਲਵ ਲੋਕਾਂ ਨੂੰ ਅਸੀਂ ਸਜ਼ਾਵਾਂ ਦੇਵਾਂਗੇ, ਕਾਰਵਾਈ ਕਰਾਂਗੇ, ਬੇਅਦਬੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੋਈਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਉਹਨਾਂ ਦੇ ਉੱਤੇ ਕਾਰਵਾਈਆਂ ਕਰਾਂਗੇ। ਫਿਰ ਇਹ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਕਿ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੌਲੀ ਹੌਲੀ ਠੰਡੇ ਵਸੇ ਦੇ ਵਿੱਚ ਚਲੇ ਜਾਣਗੀਆਂ। ਤੇ ਇਹ ਗੱਲ ਬੜੀ ਕਲੀਅਰ ਹੈ, ਭਾਵੇਂ ਇਹ ਗੱਲ ਅੱਜ ਲੋਕਾਂ ਨੂੰ ਕਹਿਣ ਤੋਂ ਗੁਰੇਜ਼ ਲੱਗਦਾ ਹੈ, ਪਰ ਅਸਲ ਮੁੱਦਾ ਇਹੀ ਹੈ ਕਿ ਜੇ ਇਹਨਾਂ ਪਾਰਟੀਆਂ ਦਾ ਗਠਬੰਧਨ ਹੋ ਗਿਆ ਤਾਂ ਸਭ ਤੋਂ ਪਹਿਲਾਂ ਇਹਨਾਂ ਮੁੱਦਿਆਂ ਤੇ ਸ਼ਾਂਤੀ ਦੀ ਸ਼ੁਰੂਆਤ ਪੰਜਾਬ ਤੋਂ ਹੋਵੇਗੀ। ਉਸ ਤੋਂ ਬਾਅਦ ਫਿਰ ਦੇਸ਼ ਦੇ ਵਿੱਚ ਜਿੱਥੇ ਵੀ ਇਹ ਗਠਬੰਧਨ ਦੀਆਂ ਸਰਕਾਰਾਂ ਨੇ, ਉੱਥੇ ਕੋਈ ਵੀ ਇਹਨਾਂ ਮੁੱਦਿਆਂ ਦੇ ਖਿਲਾਫ, ਉਸ ਸਰਕਾਰ ਦੇ ਖਿਲਾਫ ਬੋਲਣ ਲਈ ਨਹੀਂ ਤਿਆਰ ਹੋਏਗਾ। ਤੇ ਇਸ ਗੱਲ ਨੂੰ ਵਿਚਾਰ ਕਰਨ ਦੀ ਬਹੁਤ ਵੱਡੀ ਲੋੜ ਹੈ। ਇਸ ਗੱਲ ਦੇ ਉੱਤੇ ਜ਼ਰੂਰ ਵਿਚਾਰ ਹੋਣਾ ਚਾਹੀਦਾ ਹੈ ਕਿ ਅਗਰ ਇਸ ਤਰ੍ਹਾਂ ਹੁੰਦਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ। ਤੇ ਪ੍ਰਤਾਪ ਸਿੰਘ ਬਾਜਵਾ ਜੀ ਦਾ ਕਹਿਣਾ ਜਿਹੜਾ ਹੈ ਉਹ ਸਿਰਫ ਹਾਈ ਕਮਾਂਡ ਦੇ ਅੱਗੇ ਨਤਮਸਤਕ ਹੋਣ ਵਾਲੀ ਗੱਲ ਹੈ, ਹੋਰ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੈ। ਕਹਿਣ ਦਾ ਭਾਵ ਇਹ ਹੈ ਮਹਿੰਦਰ ਜੀ ਦੀਆਂ ਗੱਲਾਂ ਤੋਂ ਆਪਾਂ ਉਹ ਜਿੱਦਾਂ ਪੰਜਾਬੀ ਦਾ ਇੱਕ ਅਖਾਣ ਹੈ ਨਾ, ਉਹ ਹੁੰਦਾ ਨਜ਼ਰ ਆ ਰਿਹਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨਾਂ ਵਾਸਤੇ। ਕਹਿੰਦੇ ਖਾਵੇ ਤਾਂ ਕੋਹੜੀ, ਛੱਡੇ ਤਾਂ ਕਲੰਕੀ, ਠੀਕ ਹੈ ਨਾ। ਸੋ ਕਿਸੇ ਪਾਸੇ ਵੀ ਜਿਹੜੀ ਦੋਨਾਂ ਦੇ ਹਾਲਾਤ ਢੁਕਵੇਂ ਨਜ਼ਰ ਨਹੀਂ ਆਉਂਦੇ। ਜੇ ਗੱਠਜੋੜ ਕਰਦੇ ਆ ਤੇ ਇਹ ਜਵਾਬ ਜਿਹੜਾ ਬੜਾ ਮੁਸ਼ਕਲ ਹੋ ਜਾਣਾ ਆਮ ਆਦਮੀ ਪਾਰਟੀ ਵਾਸਤੇ ਕਿ ਭਾਈ ਇਹਨਾਂ ਦੀ ਸਰਕਾਰ ਹੀ ਹਟਾਈ ਸੀ ਤੁਸੀਂ, ਤੇ ਇਹਨਾਂ ਨੇ ਹੁਣ ਤੁਸੀਂ ਜੱਫੀਆਂ ਪਾਉਂਦੇ ਫਿਰਦੇ ਆ, ਇਹਨਾਂ ਦੇ ਖਿਲਾਫ ਵੀ ਤੁਸੀਂ ਕਹਿੰਦੇ ਸੀ ਅਸੀਂ ਕਾਰਵਾਈ ਕਰਾਂਗੇ ਤੇ ਅੱਜ ਤੁਸੀਂ ਉਹਨਾਂ ਨੂੰ ਜੱਫੀਆਂ ਪਾ ਲਈਆਂ। ਤੇ ਦੂਜੇ ਪਾਸੇ ਜਿਹੜੀ ਕਾਂਗਰਸ ਪਾਰਟੀ ਵੀ ਨਿਖੇਧੀ ਕਰਦੀ ਸੀ ਕਿ ਲਓ ਜੀ ਅਸੀਂ ਆਵਾਂਗੇ, ਸਾਨੂੰ ਸੱਤਾ ਦਿਓ, ਆਮ ਆਦਮੀ ਪਾਰਟੀ ਨੂੰ ਹਟਾ ਕੇ, ਹੁਣ ਉਹ ਵੀ ਕਿਤੇ ਨਾ ਕਿਤੇ ਉਹਨਾਂ ਦਾ ਮੁੱਦਾ ਮੁੱਕ ਜਾਣਾ ਕਿ ਜਿਹਨੂੰ ਮਰਜ਼ੀ ਲੈ ਆਓ, ਇੱਕੋ ਜਿਹੀ ਗੱਲ ਹੀ ਹੈ, ਚਾਹੇ ਆਮ ਆਦਮੀ ਪਾਰਟੀ ਨੂੰ ਲੈ ਚਾਹੇ ਕਾਂਗਰਸ ਨੂੰ ਲੈ ਆਓ, ਫਰਕ ਕੋਈ ਨਹੀਂ ਪੈਣਾ। ਦੋਨਾਂ ਪਾਰਟੀਆਂ ਦੇ ਕਲਚਰ ਵੀ ਵੈਸੇ ਸੇਮ ਹੀ ਆ, ਚੱਲਦੀ ਤੇ ਹਾਈ ਕਮਾਂਡ ਦੀ ਹੋਈ ਹੈ। ਸਟੇਟਾਂ ਦੇ ਵਿੱਚ ਪੁੱਛਦਾ ਕਿਸੇ ਨੂੰ ਕੋਈ ਨਹੀਂਗਾ। ਤੇ ਜਿੱਦਾਂ ਸਾਡੇ ਭਗਵੰਤ ਮਾਨ ਜੀ ਵੀ ਚੱਕ ਕੇ ਜਹਾਜ਼ ਕੇਜਰੀਵਾਲ ਸਾਹਿਬ ਦੇ ਪਿੱਛੇ ਤੁਰੇ ਰਹਿੰਦੇ ਨੇ, ਕਦੇ ਮਹਾਰਾਸ਼ਟਰ ਨੂੰ, ਕਦੇ ਗੁਜਰਾਤ ਨੂੰ, ਕਦੇ ਕਿਸੇ ਪਾਸੇ ਨੂੰ। ਸੋ ਮੈਨੂੰ ਲੱਗਦਾ ਇਦਾਂ ਦਾ ਕਲਚਰ ਹੈ, ਇਦਾਂ ਦੇ ਹਾਲਾਤ ਹੈ। ਛੇਤੀ ਜਿਹੜੀ ਹੈ ਉਹ ਬਿੱਲੀ ਥੈਲੇ ਤੋਂ ਜਿਹੜੀ ਆ ਬਾਹਰ ਆ ਚੁੱਕੀ ਹੈ ਤੇ ਲੋਕਾਂ ਨੇ ਫੈਸਲਾ ਜਿਹੜਾ ਆਉਣ ਵਾਲੀਆਂ ਚੋਣਾਂ 'ਚ ਫਿਰ ਕਰਨਾ ਆ। ਉਹਨਾਂ ਨੂੰ ਮਰਦੀ ਨੇ ਅੱਕ ਚੱਬਿਆ ਵਾਲੀ ਗੱਲ ਜਿਹੜੀ ਆ ਹੋ ਜਾਣੀ ਆ। ਉਹਨਾਂ ਨੂੰ ਫਿਰ ਮੈਨੂੰ ਲੱਗਦਾ ਕਿ ਕੋਈ ਨਾ ਕੋਈ ਨਵੀਂ ਧਿਰ, ਕੋਈ ਐਸੀ ਧਿਰ ਜਿਹੜੀ ਚੁਣਨੀ ਪੈਣੀ ਹੈ ਜਿਹਨੂੰ ਹਾਲੇ ਤੱਕ ਮੌਕਾ ਨਾ ਮਿਲਿਆ ਹੋਵੇ। ਚਲੋ ਰੱਬ ਭਲੀ ਕਰੇ, ਜੋ ਕੁਝ ਵੀ ਹੋਵੇ ਚੰਗਾ ਹੋਵੇ। ਪੰਜਾਬ ਵਾਲੇ ਐਤਕੀ ਜਿਹੜੇ ਆ ਸੋਚ ਸਮਝ ਕੇ ਜਿਹੜੀਆਂ ਉਹ ਅੱਗੇ ਤੋਂ ਵੋਟਾਂ ਕਰਨਗੇ। ਇਦਾਂ ਦੇ ਹਾਲਾਤ ਜਿਹੜੇ ਆ ਜ਼ਰੂਰ ਬਣਦੇ ਨਜ਼ਰ ਆ ਰਹੇ ਆ। ਅੱਜ ਦੀ ਗੱਲਬਾਤ ਇੱਥੇ ਖਤਮ ਕਰਦੇ ਆ। ਮੰਜ਼ਲ ਸਾਹਿਬ, ਹਾਂਜੀ ਜਾਂਦੇ ਤੁਸੀਂ ਕੋਈ 1 ਮਿੰਟ ਲਈ ਸਿਰਫ ਇੱਕ ਬੇਨਤੀ ਕਰਨੀ ਆ। ਤੇ ਜੇ ਬਾਜਵਾ ਸਾਹਿਬ ਕਰੇ ਵਿਧਾਨ ਸਭਾ 'ਚ ਇਹਨਾਂ ਨਾਲ ਗਠਬੰਧਨ ਨਹੀਂ ਹੋਏਗਾ, ਸਿਰਫ ਲੋਕ ਸਭਾ 'ਚ ਅਸੀਂ ਕਰਾਂਗੇ। ਤੇ ਜੇ ਵਨ ਨੇਸ਼ਨ ਵਨ ਇਲੈਕਸ਼ਨ ਦੀ ਪਾਲਿਸੀ ਲਾਗੂ ਹੋ ਗਈ ਤੇ ਜੇ ਇਲੈਕਸ਼ਨ ਇਕੱਠੀ ਵਿਧਾਨ ਸਭਾ ਤੇ ਪਾਰਲੀਮੈਂਟ ਦੀ ਆ ਗਈ ਤੇ ਫਿਰ ਇਹਨਾਂ ਦੇ ਕੀ ਮਾਪਦੰਡ ਰਹਿਣਗੇ? ਮੇਰਾ ਇਹੋ ਸਵਾਲ ਹੈ ਜੀ ਉਹਨਾਂ ਅੱਗੇ। ਬਿਲਕੁਲ ਜੀ, ਇਹ ਵੀ ਵੱਡਾ ਸਵਾਲ ਹੈ, ਜੇ ਤੇ ਵਿਚਾਰ ਕਰਨੀ ਪਊ। ਸ਼ਾਇਦ ਬਾਜਵਾ ਸਾਹਿਬ ਨੇ ਇਹ ਸੋਚ ਕੇ ਕਿਹਾ ਹੋਇਆ ਵੀ ਵਨ ਨੇਸ਼ਨ ਵਨ ਇਲੈਕਸ਼ਨ ਤਾਂ ਇਹਨਾਂ ਨੇ ਕਰ ਹੀ ਦੇਣਾ, ਵੋਟਾਂ ਦੇ ਲੋਕ ਸਭਾ ਦੀਆਂ ਪਾਉਣੀਆਂ। ਅਸੀਂ ਕਹਿ ਦਾਂਗੇ ਜੀ ਅਸੀਂ ਤਾਂ ਲੋਕ ਸਭਾ ਦਾ ਕਿਹਾ ਸੀ, ਹੁਣ ਨਾਲ ਹੀ ਵੋਟਾਂ ਕਰਾ ਲਈਆਂ, ਅਸੀਂ ਕੀ ਕਰ ਸਕਦੇ ਆ। ਚਲੋ ਧੰਨਵਾਦ ਜੀ ਦਰਸ਼ਕਾਂ ਦਾ ਵੀ ਜਿਹੜੇ ਸਾਡੇ ਨਾਲ ਤੇ ਲੰਬੇ ਹਫ਼ਤੇ ਤੋਂ ਜੁੜੇ ਹੋਏ ਆ। ਇਹ ਹੁਣ ਦਰਸ਼ਕਾਂ ਨੇ ਵਿਚਾਰ ਕਰਨੀ ਆ ਕਿ ਉਹਨਾਂ ਨੇ ਕਿੱਧਰ ਜਾਣਾ ਤੇ ਲੋਕਾਂ ਨੇ, ਵੋਟਰਾਂ ਨੇ ਫੈਸਲਾ ਕਰਨਾ ਆਉਣ ਵਾਲੀਆਂ ਚੋਣਾਂ 'ਚ ਉਹਨਾਂ ਨੇ ਕਿੱਧਰ ਨੂੰ ਜਾਣਾ। ਇਹ ਸਿਆਸੀ ਊਠ ਕਿਹੜੇ ਘਰ ਉੱਡ ਬੈਠਦਾ, ਇਹ ਦਾ ਫੈਸਲਾ ਜਿਹੜਾ ਆਉਣ ਵਾਲੇ ਸਮੇਂ 'ਚ ਹੋਏਗਾ। ਇੱਥੇ ਆਪਾਂ ਅੱਜ ਦੀ ਗੱਲਬਾਤ ਖਤਮ ਕਰਦੇ ਹਾਂ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।